ਘੈਂਟ ਪੰਜਾਬ ਦੇ ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੈ ਪ੍ਰੋਗਰਾਮ ਵਿੱਚ ਤੁਹਾਡਾ ਤਹਿ ਦਿਲੋਂ ਸਵਾਗਤ ਹੈ ਜੀ। ਮੈਂ ਜਾਣੀ ਕਮਲਜੀਤ ਸਿੰਘ ਬਨਵੈਦ ਦੀ ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ। ਖੰਭਾਂ ਵਿੱਚ ਪਰਵਾਜ਼ ਭਰੇ ਜੇ, ਸੂਰਜ ਬਹੁਤਾ ਦੂਰ ਨਹੀਂ ਹੈ, ਸੀਸ ਤਲੀ ਤੇ ਧਰ ਕੇ ਤੁਰਿਆ, ਇਹ ਕੋਈ ਪਹਿਲਾ ਪੂਰ ਨਹੀਂ ਹੈ। ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ, ਕੌਮ ਲਈ ਜਿੰਦਾ ਵਾਰਨ ਵਾਲੇ ਭਾਰਤ ਵਾਸੀਆਂ ਦੀ ਘਾਟ ਨਹੀਂ। ਪੰਜਾਬੀਆਂ ਦਾ ਇਸ ਵਿੱਚ ਵਿਸ਼ੇਸ਼ ਸਨਮਾਨਯੋਗ ਥਾਂ ਹੈ। ਪੰਜਾਬੀਆਂ ਵਿੱਚੋਂ ਦੁਆਬੇ ਦਾ ਜਿਹੜਾ ਨਾਂ ਆ ਉਹ ਉੱਪਰ ਆ ਰਿਹਾ। ਤੁਣਕਾ ਤੁਣਕਾ ਪ੍ਰੋਗਰਾਮ ਵਿੱਚ ਜਿਸ ਸ਼ਖਸੀਅਤ ਨਾਲ ਤੁਹਾਨੂੰ ਅਸੀਂ ਮਿਲਾਉਣ ਜਾ ਰਹੇ ਹਾਂ, ਉਸ ਸ਼ਖਸੀਅਤ ਦੇ ਪਰਿਵਾਰ ਵਿੱਚੋਂ ਜੇ ਇੱਕ ਜਣਾ ਦੇਸ਼ ਦੀ ਖਾਤਰ ਸਰਹੱਦਾਂ 'ਤੇ ਸੀਸ ਤਲੀ 'ਤੇ ਧਰ ਕੇ ਖੜ੍ਹਾ ਹੈ ਤਾਂ ਦੂਜਾ ਚੰਡੀਗੜ੍ਹ ਦੀਆਂ ਸੜਕਾਂ 'ਤੇ ਹਿੱਕ ਤਾਣ ਕੇ, ਉਹ ਵੀ ਤੁਹਾਡੇ ਲਈ। ਅਸੀਂ ਤੁਹਾਡੇ ਨਾਲ ਜਾਣ ਪਛਾਣ ਕਰਾਉਣ ਜਾ ਰਹੇ ਹਾਂ, ਤੁਹਾਡੇ ਸਨਮੁਖ ਕਰਨ ਜਾ ਰਹੇ ਹਾਂ, ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਚੰਡੀਗੜ੍ਹ ਪੁਲਿਸ ਦੇ ਇੰਸਪੈਕਟਰ ਰਾਮ ਦਿਆਲ ਜੀ ਨੂੰ, ਜਿਨ੍ਹਾਂ ਦੀ ਇੱਕ ਜਿਹੜੀ ਸ਼ਖਸੀਅਤ ਆ ਉਹ ਵਿਲੱਖਣ ਹੈ, ਦੂਜਿਆਂ ਲਈ ਇੱਕ ਉਦਾਹਰਨ ਹੈ। ਰਾਮ ਦਿਆਲ ਜੀ, ਤੁਹਾਡਾ ਪ੍ਰੋਗਰਾਮ ਵਿੱਚ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਥੈਂਕ ਯੂ। ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡਾ ਜਿਹੜਾ ਪਿਛੋਕੜ ਆ ਉਹ ਦੁਆਬੇ ਨਾਲ ਜੁੜਿਆ ਹੋਇਆ, ਚੰਡੀਗੜ੍ਹ ਆਉਣ ਦਾ ਜਿਹੜਾ ਸਬੱਬ ਹੈ ਉਹ ਕਿਵੇਂ ਬਣਿਆ? ਚੰਡੀਗੜ੍ਹ ਜੀ, ਮੈਂ ਬੇਸਿਕਲੀ ਹੁੱਕਣਾ ਪਿੰਡ ਦਾ ਰਹਿਣ ਵਾਲਾ, ਦੁਆਬੇ ਦਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਪਿੰਡ ਹੈ, ਇੰਟੀਰੀਅਰ ਦੇ ਵਿੱਚ। ਮੈਂ ਉੱਥੇ ਪਿੰਡ 'ਚ ਹੀ ਪ੍ਰਾਇਮਰੀ ਐਜੂਕੇਸ਼ਨ, ਫਿਰ ਸੈਕੰਡਰੀ ਐਜੂਕੇਸ਼ਨ ਤਾਂ ਉਹਨੂੰ ਕਹਿੰਦੇ ਹੁੰਦੇ 10ਵੀਂ ਪਾਸ ਕੀਤੀ, ਫਿਰ ਕਾਲਜ ਚਲ ਗਏ। ਉੱਥੋਂ BA ਕਰਨ ਤੋਂ ਬਾਅਦ ਮੈਂ MA ਗੌਰਮੈਂਟ ਕਾਲਜ ਹੁਸ਼ਿਆਰਪੁਰ ਦੇ ਵਿੱਚ ਪੜ੍ਹਦਾ ਸੀ ਅਤੇ ਫੋਰਮ ਨਿਕਲੇ ਸਾਨੂੰ ਪਿੰਡਾਂ ਵਾਲਿਆਂ ਨੂੰ ਕਹਿ ਲਓ, ਜਾਂ ਗਰੀਬ ਪਰਿਵਾਰ 'ਚੋਂ, ਮੈਂ ਬਹੁਤ ਗਰੀਬੀ ਦੇਖੀ ਆ। ਉਹ ਹੁੰਦਾ ਕਿ ਯਾਰ ਨੌਕਰੀ ਲੱਗੀਏ, ਕਿਤੇ ਕੰਮ ਲੱਗੀਏ, ਕੋਈ ਜ਼ਿੰਦਗੀ ਆਪਣੇ ਪੈਰਾਂ 'ਤੇ ਖੜ੍ਹੇ ਹੋਈਏ। ਉਸ ਜੁੱਸੇ ਨਾਲ, ਉਸ ਇੱਕ ਚਿਣਗ ਨਾਲ ਮੈਂ ਆਪਣੀ ਜ਼ਿੰਦਗੀ 'ਚ ਕਈ ਵਾਰੀ ਟਰਾਈ ਕੀਤਾ, ਨੌਕਰੀ ਮਿਲੇ। ਕਈ ਵਾਰੀ ਮੈਂ ਫੋਰੈਸਟ ਦੇ ਵਿੱਚ ਭਰਤੀ ਹੋ ਗਿਆ, ਫਿਰ ਮੈਂ ਪੰਜਾਬ ਪੁਲਿਸ 'ਚ ਵੀ ਕਾਂਸਟੇਬਲ ਭਰਤੀ, ਇੱਕ ਵਾਰੀ ਮੈਂ CRP 'ਚ ਹੌਲਦਾਰ ਭਰਤੀ ਹੋ ਗਿਆ, ਪਰ ਘਰਦਿਆਂ ਨੇ ਥੋੜ੍ਹਾ ਜਿਹਾ ਜਾਣ ਨਹੀਂ ਦਿੱਤਾ। ਅਤੇ ਮੈਂ ਇਹ ਟੈਸਟ ਨਿਕਲਿਆ ਚੰਡੀਗੜ੍ਹ ਪੁਲਿਸ ਦਾ, ASI ਦਾ, ਅਤੇ ਮੈਨੂੰ ਮੇਰੇ ਦੋਸਤ ਨੇ ਦੱਸਿਆ ਕਿ ASI ਦੀ ਭਰਤੀ ਚੰਡੀਗੜ੍ਹ ਪੁਲਿਸ ਦੀ ਨਿਕਲੀ ਹੈ। ਮੈਨੂੰ ਇੰਨਾ ਵੀ ਨਹੀਂ ਪਤਾ ਸੀ ਕਿ ਚੰਡੀਗੜ੍ਹ ਪੁਲਿਸ ਪੰਜਾਬ ਪੁਲਿਸ ਨਾਲੋਂ ਅਲੱਗ ਹੁੰਦੀ ਹੈ। ਠੀਕ ਹੈ ਜੀ। ਅਤੇ ਮੈਂ ਉਹਨੂੰ ਕਿਹਾ, ਯਾਰ ਇੱਦਾਂ ਮੈਂ ਪੰਜਾਬ ਪੁਲਿਸ ਹੀ ਹੋਣੀ ਹੈ, ਤੈਨੂੰ ਭੁਲੇਖਾ ਲੱਗਦਾ ਹੋਣਾ। ਉਹਨੇ ਮੈਨੂੰ ਗਾਈਡ ਕੀਤਾ ਥੋੜ੍ਹਾ ਜਿਹਾ, ਵੀ ਆਪਾਂ ਚੱਲਦੇ ਹਾਂ। ਅਸੀਂ ਇਕੱਠੇ ਆਏ, ਲਾਸਟ ਡੇਟ ਸੀਗੀ ਇਹ ਫੈਬਰਵਰੀ ਦੀ ਫਾਰਮ ਭਰਨ ਦੀ, ਅਤੇ 15,000 ਬੰਦਿਆਂ ਨੇ ਫਾਰਮ ਭਰਿਆ ਸੀਗਾ, ਅਤੇ 8,007 ਫਾਰਮ ਨੰਬਰ ਮੇਰਾ ਸੀ। ਅਤੇ ਮਾਰਚ ਦੇ ਵਿੱਚ ਇਹ ਸਿਲੈਕਸ਼ਨ ਸ਼ੁਰੂ ਹੋਈ ASI ਦੀ। ਮੈਨੂੰ ਚੰਡੀਗੜ੍ਹ ਦੇ ਵਿੱਚ ਸਿਰਫ ਔਰ ਸਿਰਫ 17 ਸੈਕਟਰ ਦਾ ਬੱਸ ਸਟੈਂਡ ਪਤਾ ਸੀ, ਹੋਰ ਕੁਛ ਵੀ ਨਹੀਂ ਸੀ ਪਤਾ। ਅਤੇ ਉਹੀ ਮੁੰਡਾ ਮੈਨੂੰ ਲੈ ਗਿਆ। 26 ਸੈਕਟਰ ਪੁਲਿਸ ਲਾਈਨ ਦੇ ਵਿੱਚ ਸਿਲੈਕਸ਼ਨ ਚੱਲ ਰਹੀ ਸੀ, ਅਤੇ ਮੈਂ ਚੰਡੀਗੜ੍ਹ 'ਚ ਭਰਤੀ ਹੋ ਕੇ ਸਿੱਖਿਆ, ਦੇਖਿਆ ਚੰਡੀਗੜ੍ਹ ਨੂੰ। ਮੈਨੂੰ ਕੁਛ ਵੀ ਨਹੀਂ ਪਤਾ ਸੀ। ਸਬੱਬ ਬਣਾਇਆ ਮੇਰਾ ਉਸ ਮੇਰੇ ਮਿੱਤਰ ਨੇ। ਤੁਸੀਂ ਗੱਲ ਕੀਤੀ ਆ ਤੁਹਾਡੇ ਪੇਂਡੂ ਪਿਛੋਕੜ ਦੀ, ਪਿੰਡ ਹੁੱਕਣਾ ਦੀ। ਔਰ ਤੁਸੀਂ ਇੱਕ ਜਿਹੜੀ ਬਹੁਤ ਸਾਡੇ ਕੰਮ ਦੀ ਗੱਲ ਕੀਤੀ ਹੋਏ ਕਿ ਤੁਸੀਂ ਕਿਹਾ ਵੀ ਮੈਂ ਬਹੁਤ ਗਰੀਬੀ ਵਿੱਚੋਂ ਆਇਆ। ਤੁਸੀਂ ਥੋੜ੍ਹਾ ਜਿਹਾ ਮੈਨੂੰ ਜਿਹੜਾ ਪਰਿਵਾਰ ਦਾ ਪਿਛੋਕੜ ਆ, ਜਦੋਂ ਤੁਹਾਡਾ ਬਰਥ ਹੋਇਆ ਉਹਨਾਂ ਦਿਨਾਂ ਵਿੱਚ ਤੁਹਾਡੇ ਜਿਹੜੀ ਪਰਿਵਾਰ ਦੀ ਸਥਿਤੀ ਆ ਜਾਂ ਹਾਲਤ ਸੀ, ਮਾਇਕ ਜਾਂ ਕਿਸ ਤਰ੍ਹਾਂ, ਉਹ ਬਾਰੇ ਥੋੜ੍ਹਾ ਮੈਨੂੰ ਦੱਸੋ। ਬੇਸਿਕਲੀ ਜੀ ਅਸੀਂ 3 ਭਰਾ ਹਾਂ। ਸਭ ਤੋਂ ਵੱਡੇ ਜਿਹੜੇ ਮੇਰੇ ਤੋਂ 12 ਸਾਲ ਵੱਡੇ ਆ, ਅਤੇ ਉਸ ਤੋਂ ਛੋਟੇ ਬ੍ਰਦਰ ਆ ਮੇਰੇ, ਉਹ ਮੇਰੇ ਤੋਂ 5 ਸਾਲ ਵੱਡੇ ਆ। ਮੈਂ ਸਭ ਤੋਂ ਛੋਟਾ ਘਰ 'ਚ, ਮੇਰੀ ਇੱਕ ਸਿਸਟਰ ਹੈ ਮੇਰੇ ਤੋਂ ਵੱਡੀ। ਔਰ ਜਦੋਂ ਮੈਨੂੰ ਹੋਸ਼ ਆਇਆ, ਹੁੱਕਣਾ ਪਿੰਡ 'ਚ ਮੇਰਾ ਜਨਮ ਹੋਇਆ। ਸਾਡਾ ਪਿਛਲਾ ਪਿੰਡ ਮੇਘੋਵਾਲ ਦੁਆਬਾ ਹੈ, ਅਤੇ ਉੱਥੋਂ ਸਾਡੇ ਬਜ਼ੁਰਗ ਤਾਂ ਉੱਠ ਕੇ ਆਏ ਸੀ ਹੁੱਕਣਾ ਪਿੰਡ 'ਚ ਕਿ ਉੱਥੇ ਪਾਣੀ ਵਗੈਰਾ ਘੱਟ ਸੀਗਾ, ਜਾਂ ਪਹਾੜੀ ਜਿਹਾ ਏਰੀਆ ਸੀ ਥੋੜ੍ਹਾ ਜਿਹਾ। ਇਹ ਕਿੱਥੇ ਪੈਂਦਾ ਹੋਇਆ? ਮੇਘੋਵਾਲ ਦੁਆਬਾ ਪਿੰਡ ਪੈਂਦਾ ਜੀ ਮਾਲਪੁਰ ਦੇ ਉੱਤੇ ਨੂੰ ਜਾਈਏ ਜਾਂ ਚੜ੍ਹਦੇ ਵੱਲ ਨੂੰ। ਅੱਛਾ ਜੀ। ਅਤੇ 3-4 ਕਿਲੋਮੀਟਰ 'ਤੇ ਪਿੰਡ ਹੈਗਾ, ਉਹ ਟੂਟੇ ਮਜਾਰੂ ਤੋਂ ਮੁੜਨਾ ਪੈਂਦਾ। ਜੀ ਜੀ। ਅਤੇ ਇੱਥੇ ਆ ਗਏ। ਇੱਥੇ ਠੀਕ ਸੀਗਾ, ਸਾਡਾ ਭੂਆ ਦਾ ਪਿੰਡ ਸੀ ਇਹ। ਅੱਛਾ ਜੀ। ਅਤੇ ਭੂਆ ਦੇ ਪਿੰਡ ਸਾਨੂੰ ਭੂਆ ਸਾਡੀ ਲੈ ਆਈ, ਅਤੇ ਉੱਥੇ ਬਜ਼ੁਰਗ ਆ ਕੇ ਵਸ ਗਏ। ਮੈਂ ਜਨਮ ਦੀ ਗੱਲ ਕੀਤੀ ਹੈ ਤੁਸੀਂ, ਕਿ ਮੈਂ ਜਦੋਂ ਹੋਸ਼ ਸੰਭਾਲਿਆ ਜੀ, ਅਤੇ ਮੈਨੂੰ ਕਈ ਦਿਨ ਇੱਦਾਂ ਦੇ ਹਾਲੇ ਵੀ ਯਾਦ ਆ ਕਿ ਸਾਨੂੰ ਦੁਪਹਿਰ ਨੂੰ ਪਤਾ ਲੱਗ ਜਾਂਦਾ ਸੀ ਸ਼ਾਮ ਦੀ ਰੋਟੀ ਸ਼ਾਇਦ ਹੀ ਬਣੇ।
ਸ਼ਾਮ ਦੀ ਰੋਟੀ ਰੋਟੀ ਸ਼ਾਇਦ ਹੀ ਬਣੇ। ਮਤਲਬ ਘਰ ਦੇ ਹਾਲਾਤ ਇਦਾਂ ਦੇ ਸੀਗੇ। ਬਜ਼ੁਰਗ ਸਾਡੇ ਖੱਡੀ ਬੁਣਦੇ ਸੀਗੇ। ਅੱਛਾ ਜੀ। ਹਾਂ, ਜੁਲਾਹਾ ਕੰਮ ਕਰਦੇ ਸੀਗੇ। ਤੇ ਮਦਰ ਨੇ ਬਹੁਤ ਸਾਡੀ ਨੇ ਮਿਹਨਤ ਕੀਤੀ। ਮੈਂ 9ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀ ਜਦੋਂ ਸਾਡੇ ਬਜ਼ੁਰਗਾਂ ਦੀ ਮੇਰੇ ਫਾਦਰ ਦੀ ਡੈਥ ਹੋ ਗਈ। ਉਹ ਡਿਸਬੈਂਡ ਕਰਤੀ ਸੀ ਜਦੋਂ ਗੋਰਿਆਂ ਨੇ ਆਰਮੀ ਜੀ, ਉਦੋਂ ਉਸ ਦੇ ਵਿੱਚੋਂ ਆਰਮੀ 'ਚੋਂ ਆਏ ਸੀ, ਪਰ ਉਹ ਮੁੜ ਕੇ ਗਏ ਨਹੀਂ ਕਿਉਂਕਿ ਉਹਨਾਂ ਦੇ ਬ੍ਰਦਰ ਦੀ ਰੀਅਲ ਬ੍ਰਦਰ ਦੀ ਡੈਥ ਹੋ ਗਈ ਸੀ ਤੇ ਉਹ ਬ੍ਰਦਰ ਨੂੰ ਬਹੁਤ ਪਿਆਰ ਕਰਦੇ ਸੀ ਤੇ ਉਹ ਮੁੜ ਕੇ ਗਏ ਨਹੀਂ। ਤੇ ਉਸ ਦੇ ਬਾਅਦ ਸਾਡਾ ਜਿਹੜਾ ਬੈਡ ਟਾਈਮ ਮੇਰੀ ਫੈਮਿਲੀ ਦਾ ਕਹਿ ਲਓ ਜਾਂ ਗਰੀਬੀ ਨੇ ਸਾਨੂੰ ਇੰਨਾ ਘੇਰ ਲਿਆ ਕਿ ਮੈਨੂੰ ਇੱਕ ਚੀਜ਼ ਹਾਲੇ ਯਾਦ ਆ ਕਿ ਅਸੀਂ ਪੜ੍ਹ ਕੇ ਆਉਣਾ ਤੇ ਇੱਕ ਮੱਝ ਹੁੰਦੀ ਸੀ ਸਾਡੇ ਕੋਲ, ਸਾਡੀ ਸਾਥਣ ਰਹੀ ਹੈ ਜ਼ਿੰਦਗੀ ਦੀ, ਸਾਡੇ ਤਿੰਨੇ ਭਰਾਵਾਂ ਦੀ। ਉਹਨੇ ਸਾਨੂੰ, ਅਸੀਂ ਉਹਨੂੰ ਚਾਰ ਕੇ, ਮੇਰਾ ਵੱਡਾ ਭਰਾ ਵੀ ਉਹਨੂੰ ਚਾਰ ਕੇ ਲਿਆਉਂਦਾ ਰਿਹਾ, ਮੈਂ ਵੀ। ਤੇ ਸਾਡੇ ਕੋਲ ਨਾ ਜ਼ਮੀਨ ਸੀ ਨਾ ਹੋਰ ਸਿਸਟਮ ਸੀ ਕੋਈ ਇੱਦਾਂ ਦਾ, ਪਰ ਇਹ ਗਰੀਬੀ ਨੇ, ਇਸ ਮੰਦੀ ਹਾਲਤ ਨੇ ਸਾਨੂੰ ਸਿਖਾਇਆ ਬਹੁਤ ਕੁਛ। ਤੇ ਫਿਰ ਜਿਹੜਾ ਘਰ ਦਾ ਗੁਜ਼ਾਰਾ ਉਹ ਕਿਸ ਤਰ੍ਹਾਂ ਚੱਲਦਾ ਸੀ? ਜਾਂ ਆਪਾਂ ਇਹ ਕਿ ਜਦੋਂ ਤੁਸੀਂ ਸਕੂਲ ਜਾਣ ਲੱਗੇ ਹੋ ਤਾਂ ਉਸ ਵੇਲੇ ਕਿੱਦਾਂ ਦੇ ਹਾਲਾਤ ਸੀ, ਜਾਂ ਸਕੂਲ ਜਾਣਾ ਕਿੰਨਾ ਕੁ ਔਖਾ ਸੌਖਾ ਸੀ ਤੁਹਾਡੇ ਲਈ? ਸਕੂਲੇ ਜੀ ਉਹਨਾਂ ਦਿਨਾਂ 'ਚ ਤੇ ਸਾਰਿਆਂ ਦੀ ਹਿਸਟਰੀ ਪਤਾ ਕੀਤੀ ਜਾਵੇ ਤਾਂ ਸਾਰੇ ਮਤਲਬ ਪਿੰਡਾਂ ਦੇ ਜਿਹੜੇ ਲੋਕ ਹੈ ਗਰੀਬੀ, ਬਟ ਮੈਂ ਇੰਨਾ ਤੁਹਾਨੂੰ ਆਪਣੀ ਹਾਲਤ ਦੱਸਣਾ ਚਾਹੁੰਦਾ ਕਿ ਮੈਂ 7ਵੀਂ ਕਲਾਸ 'ਚ ਪੜ੍ਹਦਾ ਸੀ ਤੇ ਮੈਂ ਨੰਗੇ ਪੈਰੀਂ ਸਕੂਲ ਨੂੰ ਜਾਂਦਾ ਹੁੰਦਾ ਸੀ ਤੇ ਗਰਮੀਆਂ ਦੇ ਦਿਨ ਤੇ ਘਾਹ ਦੇ ਉੱਤੇ ਦੌੜ ਕੇ ਮਤਲਬ ਚੜ੍ਹਨਾ, ਪੈਰ ਸੜਨੇ। ਤੇ ਇੱਕ ਵਾਰੀ ਸਾਡਾ ਸਕੂਲੋਂ ਪੜ੍ਹ ਕੇ ਆਉਂਦੇ ਸੀ, ਰਾਜਪੁਰ ਭਾਈਆਂ ਮੇਰਾ ਸਕੂਲ ਸੀ, ਹਾਈ ਸਕੂਲ, ਉੱਥੋਂ ਪੜ੍ਹ ਕੇ ਆਉਂਦੇ ਸੀ ਤੇ ਸਕੂਟਰ ਆ ਕੇ ਪਿੱਛੋਂ ਰੁਕਿਆ ਸਾਡੇ ਗਰੁੱਪ ਕੋਲੇ, ਕਿਉਂਕਿ 3-3 4-4 ਮੁੰਡੇ ਇਕੱਠੇ ਤੁਰ ਪੈਂਦੇ ਆ। ਤੇ ਉਹ ਅਸੀਂ ਜਾ ਰਹੇ ਤੇ ਉਹਨੇ ਮੈਨੂੰ ਬੁਲਾਇਆ ਸਕੂਟਰ ਵਾਲੇ ਨੇ, ਵੀ ਇੱਧਰ ਆ, ਵੀ ਇੱਧਰ ਤੂੰ ਇੱਧਰ। ਮੈਨੂੰ ਥੋੜ੍ਹਾ ਜਿਹਾ ਲੱਗਿਆ 7ਵੀਂ 'ਚ ਬੱਚਾ ਪੜ੍ਹਦਾ ਕਿੰਨਾ ਕਿਤੇ ਉਹ ਦਲੇਰ ਹੁੰਦਾ, ਤੇ ਮੈਨੂੰ ਲੱਗਿਆ ਇਹ ਬੰਦਾ ਮੈਨੂੰ ਕਿਉਂ ਬੁਲਾ ਰਿਹਾ। ਮੈਂ ਤਾਂ ਰੋਜ਼ ਨੰਗੇ ਪੈਰੀ ਜਾਂਦਾ, ਪਰ ਮੇਰੇ ਮਨ 'ਚ ਇੱਦਾਂ ਨਹੀਂ ਆਇਆ ਕਿ ਮੈਨੂੰ ਸ਼ਾਇਦ ਨੰਗੇ ਪੈਰੀ ਕਰਕੇ ਬੁਲਾ ਰਿਹਾ। ਉਹਨੇ ਮੈਨੂੰ ਕਿਹਾ ਤੂੰ ਆ, ਬਾਰ-ਬਾਰ ਮੈਨੂੰ ਕਿਹਾ 2 ਵਾਰੀ ਕਿ ਤੂੰ ਆ ਮੇਰੇ ਪਿੱਛੇ ਬੈਠ। ਮੈਂ ਕਿਹਾ ਮੈਂ ਕਿਉਂ ਬੈਠਾ? ਬਾਕੀ ਮੇਰੇ ਨਾਲ ਦੇ ਮੁੰਡੇ ਜਿਹੜੇ ਸੀਨੀਅਰ ਸੀਗੇ ਸਾਡੇ ਪਿੰਡ ਦੇ, ਉਹਨਾਂ ਨੇ ਕਿਹਾ ਯਾਰ ਬੈਠ ਜਾ, ਤੈਨੂੰ ਤਾਂ ਬਿਠਾ ਰਿਹਾ ਬੰਦਾ ਕਿ ਤੇਰੇ ਪੈਰ ਨੰਗੇ ਆ। ਫਿਰ ਮੈਨੂੰ ਸਮਝ ਆਇਆ ਕਿ ਮੈਨੂੰ ਮਤਲਬ ਇਹ ਹਾਲਤ ਰਹੀ ਹੈ ਉਸ ਟਾਈਮ ਦੀ ਸਕੂਲਿੰਗ ਦੀ। ਕਾਲਜ 'ਚ ਜਦੋਂ ਮੈਂ ਗਿਆ ਤੇ ਮੇਰੇ ਭਰਾਵਾਂ ਨੇ ਰੀਤ ਪਾਈ ਹੋਈ ਸੀ ਇਹ ਪਹਿਲਾਂ ਹੀ ਮੇਰੇ ਤੋਂ, ਕਿ ਅਸੀਂ ਜਦੋਂ ਕਾਲਜ ਪੇਪਰ ਹੋ ਜਾਂਦੇ ਆ ਤਾਂ ਛੁੱਟੀਆਂ ਹੁੰਦੀਆਂ 1.5 ਮਹੀਨੇ ਦੀਆਂ, ਅਸੀਂ ਦੱਬ ਕੇ ਕੰਮ ਕਰਦੇ ਸੀ। ਮੇਰੇ ਭਰਾ ਤਾਂ ਮੇਰੇ ਤੋਂ ਵੀ ਜ਼ਿਆਦਾ ਕੰਮ ਕਰਦੇ ਸੀ। ਉਹਨਾਂ 1.5 ਮਹੀਨੇ 'ਚ ਅਸੀਂ ਪੈਸੇ ਕਮਾਉਂਦੇ ਸੀ, ਰਿਕਸ਼ਾ ਚਲਾ ਕੇ, ਪੱਲੇਦਾਰੀ ਕਰਕੇ, ਹੋਰ ਸਾਰੇ ਔਖੇ ਕੰਮ ਕਰਕੇ, ਕਿ ਪੂਰਾ ਸਾਲ ਪੜ੍ਹਨਾ, ਉਹਦੀ ਫੀਸ ਜੋੜਨੀ ਆ, ਕੱਪੜੇ ਬਣਾਉਣੇ ਆ, ਦਿਹਾੜੀਆਂ ਕਰਕੇ ਅਸੀਂ ਪੜ੍ਹੇ ਆ। ਤੁਹਾਡੇ ਪਿੰਡ ਵਿੱਚ ਹੀ ਸਕੂਲ ਸੀ ਜੀ ਇਹ ਹਾਈ ਸਕੂਲ? ਹਾਈ ਸਕੂਲ ਦੂਸਰੇ ਪਿੰਡ ਸੀ, ਰਾਜਪੁਰ ਭਾਈਆਂ। ਪ੍ਰਾਇਮਰੀ ਸਕੂਲ ਸਾਡੇ ਪਿੰਡ ਸੀਗਾ। ਫਾਸਲਾ ਵੱਧ ਤੋਂ ਵੱਧ 2.5 ਕਿਲੋਮੀਟਰ ਹੋਏਗਾ। 2.5 ਕਿਲੋਮੀਟਰ ਤੁਰ ਕੇ 2.5 ਕਿਲੋਮੀਟਰ ਆਉਣ ਜਾਣਾ। ਤੇ ਗਰਮੀਆਂ ਤੋਂ ਫਿਰ ਧੁੱਪ 'ਚ ਪੈਰ ਬਹੁਤ ਉਹ ਚੀਜ਼ ਦਾ ਤਾਂ ਅੱਜ ਵੀ ਮੈਂ ਮਹਿਸੂਸ ਕਰ ਸਕਦਾ। ਅਸੀਂ ਵੀ ਸਮਾਂ ਹੰਢਾਇਆ ਹੋਇਆ। ਅਸੀਂ ਸਾਡੇ ਸਕੂਲ ਨੂੰ ਵੀ ਟੁੱਟੀ ਸੜਕ ਜਾਂਦੀ ਸੀਗੀ, ਉੱਥੇ ਲੁੱਕ ਹੁੰਦੀ ਸੀ, ਅਸੀਂ ਲੁੱਕ ਤੇ ਜਿੱਥੇ ਸਾਡਾ ਪੈਰ ਰੱਖਣਾ ਉੱਥੇ ਨਾਲੇ ਜੁੜ ਜਾਣਾ, ਹਨਾ। ਉਹ ਬੜਾ ਬਚਾ ਕੇ ਰੱਖਦੇ ਹੁੰਦੇ ਸੀ। ਇਹ ਚੀਜ਼ਾਂ ਜੀ ਅੰਦਰ ਪਈਆਂ ਨੇ, ਰੂਹ ਦੀ ਕਦੇ ਖੁਰਾਕ ਵੀ ਮੈਨੂੰ ਮੰਨਦਾ ਕਿ ਇਹ ਚੀਜ਼ਾਂ ਹੀ ਮੈਨੂੰ ਮੇਰੇ ਪਰਿਵਾਰ ਨੂੰ ਸ਼ਾਇਦ ਤੋਰੀ ਫਿਰਦੀਆਂ ਹੋਣ। ਅੱਛਾ, ਤੁਸੀਂ ਦੱਸਿਓ, ਜਦੋਂ ਘਰ ਦੇ ਹਾਲਾਤ ਇੰਨੇ ਕੁ ਜ਼ਿਆਦਾ ਔਖੇ ਸੀਗੇ ਤੇ ਫਿਰ ਤੁਸੀਂ ਕਾਲਜ ਜਾਣ ਦਾ ਘਰਦਿਆਂ ਨੇ ਕਿਵੇਂ ਮਨ ਬਣਾ ਲਿਆ ਵੀ ਤੁਹਾਨੂੰ ਕਾਲਜ ਵੀ ਤੋਰਿਆ ਜਾਵੇ? ਤੇ ਇਹ ਜੀ ਮੇਰੇ ਵੱਡੇ ਭਰਾ ਦਾ ਬਹੁਤ ਕਹਿ ਲਓ ਕਿ ਮੇਰਾ ਉਹ ਮਾਰਗਦਰਸ਼ਕ ਆ ਔਰ ਮੇਰਾ ਜ਼ਿੰਦਗੀ ਦਾ ਹੀਰੋ ਆ। ਉਹ ਕੀ ਕਰਦੇ ਨੇ? ਉਹ ਵੱਡੇ ਬ੍ਰਦਰ ਮੇਰੇ DIG ਰਿਟਾਇਰ ਹੋਏ ਨੇ ਹੁਣੇ BSF 'ਚੋਂ। ਉਹ ਅਸਿਸਟੈਂਟ ਕਮਾਂਡਰ ਡਾਇਰੈਕਟ DSP ਭਰਤੀ ਹੋਏ ਸੀ, ਪਰ ਉਸ ਬੰਦੇ ਨੇ ਸਾਡੇ ਘਰ 'ਚ ਇੱਕ ਰੀਤ ਪਾਈ ਕਿ ਪੜ੍ਹਨਾ ਨਹੀਂ ਛੱਡਣਾ। ਸਾਡੇ ਬਜ਼ੁਰਗਾਂ ਦਾ ਵੀ ਵੈਸੇ ਲਾਠੀ ਰਹੀ, ਸਾਡੇ 'ਤੇ ਡੰਡਾ ਰਿਹਾ ਕਿ ਪੜ੍ਹਾਈ ਨੇ ਤੁਹਾਨੂੰ ਉੱਤੇ ਚੱਕਣਾ, ਪਰ ਉਸ ਬੰਦੇ ਨੇ ਉਹਨਾਂ ਦਿਨਾਂ ਦੇ ਵਿੱਚ ਸਾਡੇ ਇਲਾਕੇ ਦੇ ਵਿੱਚੋਂ ਕੋਈ ਵੀ MA ਇੰਗਲਿਸ਼ ਨਹੀਂ ਸੀਗਾ ਜਿਨ੍ਹਾਂ ਦਿਨਾਂ ਵਿੱਚ ਉਹਨੇ MA ਇੰਗਲਿਸ਼ ਕੀਤੀ, ਤੇ ਉਹਦੇ ਪਿੱਛੇ ਲੱਗ ਕੇ ਫਿਰ ਅਸੀਂ ਤੁਰੇ ਰਹੇ। ਸਾਨੂੰ ਇੱਕੋ ਹੀ ਹੁੰਦਾ ਸੀਗਾ ਵੀ ਜਾਂ ਤਾਂ ਆਪਣੇ ਲਈ ਪੈਸੇ ਜੋੜਨੇ ਆ ਦਿਹਾੜੀਆਂ ਕਰਕੇ, ਜਿਹਦੇ ਨਾਲ ਆਪਾਂ ਕੱਪੜੇ ਬਣਾਉਣੇ ਆ ਤੇ ਕਿਤਾਬਾਂ ਲੈਣੀਆਂ, ਤੇ ਦੂਸਰਾ ਪੜ੍ਹਨਾ, ਪੈਸੇ ਜੋੜ ਲੈਣੇ ਉਹਦੇ ਲਈ। ਇਹ ਉਸ ਬੰਦੇ ਦੀ ਰੀਤ ਕਰਕੇ, ਕਿਉਂਕਿ ਮੈਂ ਬਚਪਨ 'ਚ ਕਈ ਵਾਰੀ ਉਹਨਾਂ ਨੂੰ ਦੇਖਿਆ ਸਿਆਲਾਂ ਨੂੰ, ਜਦੋਂ ਵਾਸ਼ਰੂਮ ਵਗੈਰਾ ਉੱਠਣਾ ਰਾਤ ਨੂੰ, ਬੱਚੇ ਸੀ ਅਸੀਂ ਤਾਂ, ਤੇ ਉਹਨੇ ਬਾਲਟੀ 'ਚ ਪਾਣੀ ਦੀ ਬਾਲਟੀ 'ਚ ਪੈਰ ਰੱਖੇ ਹੁੰਦੇ ਸੀ। ਉਹਨੇ ਪੜ੍ਹਨਾ ਵੀ ਮੈਨੂੰ ਨੀਂਦ ਨਾ ਆ ਜਾਵੇ। ਮੈਂ ਸਮਝ ਗਿਆ ਜੀ। ਉਹ ਰੀਤ ਨੇ ਸਾਨੂੰ ਪੜ੍ਹਨਾ ਨਹੀਂ, ਮਤਲਬ ਸਾਡੇ ਘਰਦਿਆਂ ਨੇ ਵੀ ਨਹੀਂ ਕਿਹਾ ਔਰ ਘਰਦਿਆਂ ਨੇ ਡੰਡਾ ਰੱਖਿਆ ਕਿ ਕਾਕਾ ਜੇ ਕਿਸੇ ਨੇ ਬਚਾਉਣਾ ਹੈ ਨਾ ਤੇ ਪੜ੍ਹਾਈ ਨੇ ਹੀ ਬਚਾਉਣਾ ਹੈ।
ਉਹ ਬਜ਼ੁਰਗ ਸਾਡੇ ਮਾਂ ਮੇਰੀ ਕਹਿੰਦੀ ਹੁੰਦੀ ਸੀ, 4 ਥੱਬੇ ਪੜ੍ਹ ਲਓ ਓਏ, 4 ਥੱਬੇ ਪੜ੍ਹ ਲਓ, ਨਹੀਂ ਤਾਂ ਤੁਹਾਨੂੰ ਇਹ ਕੰਮਾਂ ਨਹੀਂ ਖਾ ਜਾਣਾ ਜਿੱਦਾਂ ਸਾਨੂੰ ਖਾ ਗਏ। ਪਰ ਇਹ ਬੜੀ ਚੰਗੀ ਆਪਾਂ ਗੱਲ ਸਾਡੇ ਲਈ ਸੁਣਨ ਨੂੰ ਚੰਗੀ ਲੱਗਦੀ ਆ, ਤੁਹਾਡੇ ਲਈ ਤਾਂ ਖੁਸ਼ਕਿਸਮਤੀ ਆ ਕਿ ਤੁਹਾਡੇ ਪੇਰੈਂਟਸ ਉਸ ਵੇਲੇ ਇੰਨੇ ਸੁਚੇਤ ਸੀਗੇ ਕਿ ਪੜ੍ਹਾਈ ਦੀ ਵੈਲਿਊ ਕੀ ਹੁੰਦੀ ਆ ਜੀ। ਇਹਨੂੰ ਤੁਸੀਂ ਕਿਵੇਂ ਲੈਂਦੇ ਹੋ ਵੀ ਤੁਹਾਡੇ ਜਿਹੜੇ ਪੇਰੈਂਟਸ ਇੰਨੇ ਸੁਚੇਤ ਕਿਵੇਂ ਸੀਗੇ ਜੀ? ਪੇਰੈਂਟਸ ਸੁਚੇਤ ਹੋਣ ਦਾ ਜੀ ਇੱਕ ਤਾਂ ਮੈਂ ਇਹ ਲੈਣਾ ਕਿ ਮੇਰਾ ਫਾਦਰ ਜਿਹੜੇ ਸੀਗੇ ਨਾ ਉਹ ਆਰਮੀ 'ਚੋਂ ਆਏ ਸੀ, ਅਤੇ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਅੰਦਰ ਚਿਣਕ ਸੀ ਕਿ ਪੜ੍ਹਾਈ ਜਿਹੜੀ ਚੀਜ਼ ਹੁੰਦੀ ਨਾ ਇਹ ਅਫਸਰ ਬਣਾ ਦਿੰਦੀ ਆ, ਇਹ ਵੱਡੇ ਬਣਾ ਦਿੰਦੀ ਆ, ਇਹੀ ਇੱਕ ਰਾਸਤਾ ਆ ਉੱਪਰ ਜਾਣ ਦਾ। ਉਹਨਾਂ ਨੇ ਡੰਡਾ ਰੱਖਿਆ ਸਾਡੇ 'ਤੇ ਫੌਜੀਆਂ ਵਾਲਾ। ਮਾਂ ਮੇਰੀ ਜਿਹੜੀ ਨਾ ਮਤਲਬ ਮੈਂ ਕਹਿੰਦਾ ਹੁੰਦਾ ਕਦੇ ਕਦੇ ਕਿ ਉਹ ਹਰਫਨ ਮੌਲਾ ਲੇਡੀ ਸੀ, ਕੋਚ ਸੀ ਸਾਡੀ। ਅਤੇ ਉਹ ਜਦੋਂ ਮੈਨੂੰ ਕੁੱਟਣਾ ਨਾ ਹੁੰਦਾ, ਬੱਚਿਆਂ ਨੂੰ ਕੁੱਟਣਾ ਜਦੋਂ ਨਾ ਉਹਨੇ ਹੁਣ ਮੈਨੂੰ ਸਮਝ ਆਉਂਦਾ, ਉਹਨੇ ਮਾਂਝਾ ਚੁੱਕਣਾ, ਜਦੋਂ ਵੀ ਕੁੱਟਣ ਲਈ ਨਾ ਤੀਲਾਂ ਵਾਲਾ ਮਾਂਝਾ ਜਿਹਾ ਕੁੱਟਣਾ ਉਹਨੇ ਤੀਲਾਂ ਵੱਲੋਂ ਫੜ ਲੈਣਾ ਅਤੇ ਦੂਸਰੇ ਪਾਸਿਓਂ ਮਾਰਨਾ। ਹੁਣ ਮੈਨੂੰ ਸਮਝ ਆਉਂਦਾ ਕਦੇ ਕਦੇ ਜਦੋਂ ਮੇਰੇ ਬੱਚੇ ਵੱਡੇ ਹੋਏ ਆ ਕਿ ਉਹ ਕੁੱਟਦੀ ਮਾਂਝੇ ਨਾਲ ਕਿਉਂ ਸੀ, ਕਿਤੇ ਬਾਹਲੀ ਸੱਟ ਵੀ ਨਾ ਲੱਗ ਜਾਏ। ਪਰ ਇੱਕ ਗੱਲ ਕਹਿੰਦੀ ਹੁੰਦੀ ਸੀ, ਉਹ ਅੱਜ ਵੀ ਮੈਨੂੰ ਯਾਦ ਆ ਵੀ ਕਾਕਾ ਇਸ ਧਰਤੀ 'ਤੇ ਅੱਛਾ ਜੀ ਉਹ ਵੀ ਚੀਜ਼ਾਂ ਮਿਲ ਜਾਂਦੀਆਂ ਜਿਹੜੀਆਂ ਵਰਜਿਤ ਹੈ, ਜਿਨ੍ਹਾਂ ਨੂੰ ਪੁਲਿਸ ਫੜਨ ਆਉਂਦੀ ਹੈ। ਅਨਪੜ੍ਹ ਲੇਡੀ ਸੀ ਉਹ ਵੀ ਚੀਜ਼ਾਂ ਮਿਲ ਜਾਂਦੀਆਂ ਜਿਨ੍ਹਾਂ ਨੂੰ ਸਰਕਾਰ ਪੁਲਿਸ ਫੜਦੀ ਆ। ਉਹ ਵੀ ਚੀਜ਼ਾਂ 'ਚ ਇੱਛਾ ਮੁਤਾਬਕ ਇੱਥੇ ਸਭ ਕੁਝ ਮਿਲ ਜਾਂਦਾ। ਇਸ ਧਰਤੀ ਇੱਦਾਂ ਦੀ ਰੱਬ ਨੇ ਬਣਾਈ ਆ। ਇੱਛਾ ਵਧੀਆ ਰੱਖੋ, ਇੱਛਾ ਉੱਚੀ ਰੱਖੋ, ਇੱਛਾ ਤਾਂ ਸਹੀ ਰੱਖੋ। ਜਦੋਂ ਵੀ ਮਾੜਾ ਮੋਟਾ ਸਾਡਾ ਗਲਤੀ ਹੋ ਜਾਣੀ, ਉਹਨੇ ਨਾਲੇ ਕੁੱਟਣਾ ਅਤੇ ਨਾਲੇ ਇਹ ਕਹਿਣਾ ਵੀ ਤੁਸੀਂ ਇੱਛਾ ਤਾਂ ਸਹੀ ਚੀਜ਼ ਦੀ ਕਰਦੇ, ਆਹ ਕਾਹਦੀ ਇੱਛਾ ਕੀਤੀ ਤੂੰ, ਫਿਰ ਰਾਤ ਨੂੰ ਤੂੰ ਜਾ ਕੇ ਸੰਤਰੇ ਤੋੜ ਲਿਆ, ਇਹ ਕੋਈ ਗੱਲ ਬਣਦੀ ਹੈ? ਅਲਾਮਾ ਆਊਗਾ ਪਿੰਡ 'ਚੋਂ। ਇਹਦੇ ਨਾਲ ਤਾਂ ਹੋਰ ਇੱਛਾ ਕਰਦਾ ਕਿ ਪੜ੍ਹਾਈ ਦੀ ਇੱਛਾ ਕਰਦਾ, ਕੋਈ ਚੰਗੇ ਕੰਮ ਦੀ ਇੱਛਾ ਕਰਦਾ, ਤੇਰੀ ਉਹ ਵੀ ਰੱਬ ਨੇ ਪੂਰੀ ਕਰ ਦੇਣੀ ਸੀ। ਤੂੰ ਸੰਤਰੇ ਤੋੜ ਲਿਆ, ਕਿਉਂਕਿ ਪਿੰਡਾਂ 'ਚ ਇੱਦਾਂ ਦਾ ਰਿਵਾਜ਼, ਗੰਨੇ ਚੁੱਪੜ ਚੱਲ ਜਾਣਾ, ਸੰਤਰੇ ਤੋੜਨਾ, ਮੁੰਡਿਆਂ ਨੇ ਚੱਲ ਜਾਣਾ। ਤਾਂ ਇੱਦਾਂ ਦੀਆਂ ਗੱਲਾਂ ਉਸ ਮਾਂ ਨੇ ਮੇਰੀ ਨੇ ਮੈਨੂੰ ਕਹਿ ਲਓ ਬਾਅਦ 'ਚ ਵੀ ਸਮਝ ਆਈ। ਉਸ ਵੇਲੇ ਤਾਂ ਨਹੀਂ ਇੰਨਾ ਚੰਗਾ ਬੱਚੇ ਨੂੰ ਲੱਗਦਾ, ਜਾਂ ਕਹਿ ਲਓ ਹੁਣ ਉਮਰ ਹੀ ਇੱਦਾਂ ਦੀ ਹੁੰਦੀ ਆ, ਸ਼ਾਇਦ ਉਨੀ ਸਮਝ ਨਹੀਂ ਹੁੰਦੀ। ਪਰ ਉਹ ਦੇਵੀ ਨੇ ਮੈਨੂੰ ਇੰਨਾ ਸਿਖਾਇਆ ਵੀ ਇੱਛਾ ਵੱਡੀ ਰੱਖੋ। ਬਾਬੇ ਨਾਨਕ ਵਾਂਗੂ ਜਿਹੜੀਆਂ ਸੋਚਾਂ ਤਾਹਾਂ ਚੱਕੋ ਅਤੇ ਤੁਸੀਂ ਆਪੇ ਤਾਹਾਂ ਚੜ੍ਹ ਜਾਣਾ। ਛੱਡ ਕੇ ਦੇਸ਼ ਦੁਆਬਾ ਅੰਬੀਆਂ ਨੂੰ ਤਰਸੇਗੀ, ਦੁਆਬੇ ਦੀਆਂ ਅੰਬੀਆਂ ਅਤੇ ਸੰਤਰੇ। ਤੁਹਾਡਾ ਇਲਾਕਾ ਦਾ ਸੰਤਰਿਆਂ ਦਾ ਘਰ ਹੈ। ਉਹਨੂੰ ਕਹਿੰਦੇ ਕਿੰਨੂਆਂ ਦਾ ਬਾਗ ਬਹੁਤ ਹੁੰਦੇ ਉੱਥੇ। ਹਾਂਜੀ। ਅੱਛਾ, ਤੁਸੀਂ ਹੁਸ਼ਿਆਰਪੁਰ ਗੌਰਮੈਂਟ ਕਾਲਜ ਪੜ੍ਹੇ ਹੋ? ਜੀ ਜੀ ਜੀ। ਇਹ ਫਿਰ ਜਦੋਂ ਤੁਹਾਡੇ ਕੋਲ ਸਮਰੱਥਾ ਨਹੀਂ ਸੀ ਅਤੇ ਪਿੰਡ ਤੋਂ ਫਿਰ ਕਾਲਜ ਜਾਂਦੇ ਜਿਹੜਾ ਸਾਧਨ ਕੀ ਸੀ ਉਸ ਵੇਲੇ, ਉਹਨਾਂ ਸਮੇਂ ਵਿੱਚ? ਸਾਧਨ ਦੀ ਮੈਂ ਤੁਹਾਨੂੰ ਗੱਲ ਦੱਸਦਾ ਜੀ। ਅਸੀਂ ਪ੍ਰੈਪ ਹੁੰਦੀ ਸੀ ਉਦੋਂ, ਲਾਸਟ ਪ੍ਰੈਪ, ਉਸ ਤੋਂ ਬਾਅਦ +2 ਹੋ ਗਈ। ਪ੍ਰੈਪ ਦੇ ਵਿੱਚ ਤਾਂ ਮੈਂ ਜਾਂਦਾ ਰਿਹਾ, ਕਿਸੇ ਨਾਲ ਮਾੜਾ ਮੋਟਾ ਸਹਾਰਾ ਲੈ ਕੇ ਸਾਈਕਲ 'ਤੇ ਬਹਿ ਜਾਣਾ, ਉਹਦਾ ਸਾਈਕਲ ਚਲਾ ਲੈਣਾ। ਅੱਛਾ ਜੀ। ਫਿਰ ਪ੍ਰੈਪ 'ਚੋਂ ਜਦੋਂ ਛੁੱਟੀਆਂ ਹੋਈਆਂ ਅਤੇ ਮੈਂ ਕੰਮ ਇੰਨਾ ਕੀਤਾ ਕਿ ਮੇਰੇ ਕੋਲ 750 ਰੁਪਈਆ ਮੈਂ ਜੋੜਿਆ ਉਹਨਾਂ ਦਿਨਾਂ ਵਿੱਚ। ਉਹਨਾਂ ਦਿਨਾਂ 'ਚ 750 ਦੀ ਬਹੁਤ ਵੈਲਿਊ ਸੀ। ਕੀ ਕੰਮ ਕਰਕੇ ਜੀ? ਰਿਕਸ਼ਾ ਚਲਾਇਆ ਮੈਂ, ਅਤੇ ਨਾਲ ਮੈਂ ਪੱਲੇਦਾਰੀ ਵੀ ਕੀਤੀ FCI ਸਟੋਰ ਦੇ ਵਿੱਚ। ਅੱਛਾ। ਅਤੇ ਉਹ ਪੱਲੇਦਾਰੀ ਤੋਂ ਵੀ ਚੰਗੇ ਪੈਸੇ ਬਣਦੇ ਸੀ, ਰਿਕਸ਼ੇ ਤੋਂ ਵਾਹਵਾ ਬਣਦੇ ਸੀ। ਅੱਛਾ ਜੀ। ਅਤੇ ਉਹ 700 'ਚੋਂ ਫਿਰ ਮੈਂ 500 ਦਾ ਸਾਈਕਲ ਲਿਆ ਨਵਾਂ। ਅੱਛਾ। ਅਤੇ ਨਵੇਂ ਸਾਈਕਲ 'ਤੇ ਮੈਂ ਇੰਨੀ ਟੌਰ ਨਾਲ ਜਾਂਦਾ ਰਿਹਾ, ਕਾਰ ਬਰਾਬਰ ਸਮਝਦੇ ਸੀ ਉਦੋਂ। ਮਤਲਬ ਇੰਨਾ ਆਨੰਦ ਆਉਂਦਾ ਹੁੰਦਾ ਸੀ। ਫਿਰ ਉਸ ਤੋਂ ਬਾਅਦ ਫਿਰ ਮੈਂ ਮਤਲਬ ਉਹ ਸਾਈਕਲ ਮੇਰਾ ਸਾਥੀ ਰਿਹਾ। ਅਤੇ ਫਿਰ ਵਿੱਚ ਜਦੋਂ ਗ੍ਰੈਜੂਏਟ ਮਤਲਬ ਫਾਈਨਲ ਈਅਰ ਸੀਗਾ, ਅਤੇ ਉਦੋਂ ਬੱਸ ਦਾ ਪਾਸ ਵੀ ਬਣਾ ਲੈਂਦੇ ਸੀ। ਪਰ ਇਹ ਗਰੀਬੀ ਨੇ ਦਿੱਤਾ ਬਹੁਤ ਕੁਛ, ਇੱਦਾਂ ਦੀਆਂ ਚੀਜ਼ਾਂ ਦਿੱਤੀਆਂ ਜਿਹੜੀਆਂ ਚੀਜ਼ਾਂ ਮੇਰੇ ਅੱਜ ਵੀ ਮੈਨੂੰ ਇਹ ਗਰੀਬੀ ਦੀ ਜਿਹੜਾ ਲੜਨ ਦੀ ਸ਼ਕਤੀ ਮੈਨੂੰ UNO ਤੱਕ ਲੈ ਗਈ। ਅੱਛਾ ਜੀ। UNO 'ਚ ਮੈਂ ਦੁਨੀਆ ਦੀ ਸਭ ਤੋਂ ਵੱਡੀ ਪੰਚਾਇਤ 'ਚ ਜਾਣ ਦਾ ਮੇਰਾ ਇੱਕੋ ਇੱਕ ਕਾਰਨ ਸੀ ਕਿ ਮੈਨੂੰ ਲੜਨਾ ਸਿਖਾਇਆ ਗਰੀਬੀ ਨੇ। ਇੱਕ ਸਰ ਮੈਨੂੰ ਦੱਸਿਓ ਤੁਸੀਂ, ਇੱਕ ਤਾਂ ਸਵਾਲ ਮੇਰਾ ਇਹ ਆ ਵੀ ਆਮ ਕਰਕੇ ਜਦੋਂ ਹੁਣ ਜਾਂ ਸਾਡੇ ਵੇਲਿਆਂ ਦੀ ਗੱਲ ਆ, ਜਦੋਂ ਅਸੀਂ ਜਿਹੜਾ ਕੋਈ ਕੰਮ ਕਰਦੇ ਸੀਗੇ ਆਪਣੇ ਲੈਵਲ ਤੋਂ ਨੀਵਾਂ, ਤਾਂ ਸਾਨੂੰ ਜਿਹੜੇ ਸਾਡੇ ਸਹਿਯੋਗੀ ਸੀਗੇ, ਸਾਡੇ ਹਾਣ ਦੇ ਮੁੰਡੇ ਨਿਆਣੇ ਹੁੰਦੇ ਸੀਗੇ, ਉਹ ਛੇੜਨ ਲੱਗ ਪੈਂਦੇ ਸੀਗੇ। ਕੋਈ ਤੁਹਾਨੂੰ ਵੀ ਇਹੋ ਜਿਹੀ? ਨਹੀਂ, ਮੈਂ ਚੋਰੀ ਕਰਦਾ ਸੀ, ਮੇਰੇ ਭਰਾਵਾਂ ਨੇ ਸਿਖਾਇਆ ਸੀ। ਅਸੀਂ ਜਾਂਦੇ ਸੀ ਪਿੰਡ ਤੋਂ ਦੂਰ, ਸਾਡੀ ਭੈਣ ਵਿਆਹੀ ਸੀ, ਤਾਏ ਦੀ ਕੁੜੀ, ਨਵੇਂ ਸ਼ਹਿਰ ਦੇ ਵਿੱਚ, ਉੱਥੇ ਵਿਆਹੀ ਸੀ। ਉਹ ਸਾਡੇ ਤੋਂ ਇੰਨੀ ਵੱਡੀ ਸੀ ਕਿ ਸਾਡੀ ਮਾਂ ਦੇ ਬਰਾਬਰ, ਮਤਲਬ ਉਸ ਏਜ ਗਰੁੱਪ ਦੀ ਸੀ। ਉਹਦੇ ਬੱਚੇ ਵੀ ਬਹੁਤ ਵੱਡੇ ਵੱਡੇ ਸੀ। ਅਸੀਂ ਉੱਥੇ ਜਾਂਦੇ ਸੀ, ਆਪਣੇ ਪਿੰਡ 'ਚ ਨਹੀਂ ਕੰਮ ਕਰਦੇ। ਇਹ ਸ਼ਰਮ ਵਾਲਾ ਇੱਕ ਮਸਲਾ ਸੀਗਾ, ਹੈ ਅੱਜ ਵੀ ਇਹ ਐਗਜ਼ਿਸਟ ਕਰਦਾ। ਅੱਜ ਵੀ ਮੈਂ ਬੱਚਿਆਂ ਨੂੰ ਜਦੋਂ ਪੜ੍ਹਾਉਣਾ ਹੈ ਜਾਂ ਉਹਨਾਂ ਨੂੰ ਕੁਛ ਦਿੰਦਾ ਹੈ
ਤੇ ਉਹ ਚਾਹੁੰਦੇ ਆ ਉਹਨਾਂ ਦੇ ਮਾਂ-ਬਾਪ ਵੀ ਸਾਨੂੰ ਜੋ ਦਵੇ ਇਹ ਲੁਕੋ ਕੇ ਹੀ, ਮਤਲਬ ਇੱਦਾਂ ਦਾ ਇਹ ਹੁੰਦਾ ਹੈ। ਇਹ ਕੌਨਸੈਪਟ ਉਦੋਂ ਵੀ ਸੀਗਾ, ਪਰ ਮੈਂ ਇਹ ਕੰਮ ਨਵੇਂ ਸ਼ਹਿਰ ਜਾ ਕੇ, ਕਿਉਂ ਮੇਰੇ ਲਈ ਤਾਂ ਰਸਤਾ ਖੁੱਲ੍ਹਾ ਸੀ, ਭਰਾਵਾਂ ਨੇ ਖੋਲ੍ਹਿਆ ਹੋਇਆ, ਇਹ ਜਾਂਦੇ ਹੀ ਉੱਥੇ ਸੀ, ਕੰਮ ਹੀ ਉੱਥੇ ਕਰਦੇ ਸੀ, ਤੇ ਉਹ ਪਿੰਡ ਦੇ ਛੇੜਨ ਵਾਲਾ, ਪਿੰਡ ਦੇ ਵਿੱਚ ਜ਼ਿਆਦਾ ਪਤਾ ਨਹੀਂ ਸੀ ਲੱਗਦਾ। ਸਰ ਤੁਸੀਂ ਜਿਵੇਂ ਦੱਸਿਆ ਤੁਹਾਡੇ ਬ੍ਰਦਰ DIG ਰਿਟਾਇਰ ਹੋਏ ਨੇ, ਇੱਕ ਬ੍ਰਦਰ ਨਵੋਦਿਆ ਵਿੱਚ ਸ਼ਾਇਦ ਸੀਗੇ, ਤੇ ਤੁਸੀਂ ਪੁਲਿਸ ਅਫਸਰ ਹੋ। ਹੁਣ ਜਿਹੜਾ ਤੁਹਾਨੂੰ ਆਪਣੇ ਦਿਨ ਚੇਤੇ ਕਰਕੇ ਤੇ ਜੋ ਤੁਹਾਡੇ ਬੱਚਿਆਂ ਨੂੰ, ਭਤੀਜਿਆਂ ਨੂੰ, ਭਾਣਜਿਆਂ ਨੂੰ ਸਹੂਲਤਾਂ ਮਿਲੀਆਂ, ਜਾਂ ਜਿਸ ਤਰ੍ਹਾਂ ਦਾ ਉਹ ਲਾਈਫ ਜੀਅ ਰਹੇ ਆ, ਤੁਹਾਨੂੰ ਦੋਨਾਂ ਦੇ ਕੰਪੈਰੀਜ਼ਨ ਕਰਕੇ ਕਿਸ ਤਰ੍ਹਾਂ ਦੀ ਇੱਕ ਫੀਲਿੰਗ ਮਹਿਸੂਸ ਹੁੰਦੀ ਆ? ਕਦੇ ਕਦੇ ਤਾਂ ਐਂ ਲੱਗਦਾ ਕਿ ਜਿਹੜੇ ਬੱਚੇ ਸਾਡੇ ਆ ਇਹ ਤਾਂ ਮੌਜਾਂ ਕਰ ਰਹੇ ਆ। ਹਾਂਜੀ। ਇਹਨਾਂ ਨੂੰ ਅਸੀਂ ਜਦੋਂ ਕਹਾਣੀ ਸੁਣਾਉਂਦੇ ਜਾਂ ਗੱਲ ਕਰਨ ਲੱਗਦੇ ਆ, ਉਹ ਵਿਸ਼ਵਾਸ ਨਹੀਂ ਤੇ ਕਰਦੇ, ਉਹਨਾਂ ਨੂੰ ਐਂ ਲੱਗਦਾ ਵੀ ਯਾਰ ਇਹ ਤਾਂ ਬੋਰ ਕਰ ਰਹੇ ਆ, ਸਾਨੂੰ ਬੋਰ ਕਰ ਰਹੇ ਆ। ਇਸ ਕਰਕੇ ਉਸ ਦੁਖਾਂਤ ਨੂੰ ਪਛਾੜਨ ਲਈ ਮੈਂ ਪਿੰਡ ਚਲ ਜਾਂਦਾ, ਮੇਰਾ ਭਰਾ, ਅਸੀਂ ਇਕੱਠੇ ਹੋ ਕੇ ਪਿੰਡ ਚਲ ਜੀਦਾ। ਅੱਛਾ ਜੀ। ਉਹਨਾਂ ਸਕੂਲਾਂ 'ਚ ਹੀ ਜਾਂਦੇ ਆ ਜਿਨ੍ਹਾਂ ਸਕੂਲਾਂ 'ਚ ਅਸੀਂ ਪੜ੍ਹੇ ਆ, ਗੌਰਮੈਂਟ ਸਕੂਲਾਂ ਦੇ ਵਿੱਚ। ਉੱਥੇ ਵਰਗੇ, ਮੇਰੇ ਵਰਗੇ ਰਾਮ ਦਿਆਲ ਹਾਲੇ ਵੀ ਪਏ ਆ। ਉੱਥੇ ਮੇਰੇ ਵੱਡੇ ਭਰਾ ਵਰਗੇ ਮੋਹਨ ਲਾਲ ਬੈਠੇ ਆ, ਉਡੀਕਣ ਕਰਦੇ, ਉਹਨਾਂ ਨੂੰ ਮਿਲੀਦਾ, ਉਹ ਦਿਨ ਚੇਤੇ ਆਉਂਦੇ, ਸਕੂਨ ਫਿਰ ਰੂਹ 'ਚੋਂ ਲੰਘਦਾ, ਫਿਰ ਛਾਲਾਂ ਮਾਰਦਾ, ਫਿਰ ਇਹ ਜਿਹੜੇ ਬੱਚਿਆਂ ਵਾਲਾ ਫਰਸਟ੍ਰੇਸ਼ਨ ਜਿਹੀ ਪਰੇ ਚਲ ਜਾਂਦੀ ਹੈ। ਜਦੋਂ ਤੁਸੀਂ ਕਈ ਵਾਰੀ ਜਿਨ੍ਹਾਂ ਰਾਹ 'ਤੇ ਤੁਰਦੇ ਹੋ ਤੁਹਾਨੂੰ ਕੰਡਿਆਲੇ ਲੱਗਦੇ ਆ, ਪਰ ਜਦੋਂ ਤੁਸੀਂ ਇੱਕ ਮੰਜ਼ਿਲ 'ਤੇ ਪਹੁੰਚ ਜਾਂਦੇ ਆ ਨਾ, ਤੁਹਾਨੂੰ ਇਹ ਲੱਗਦਾ ਕਿ ਉਹ ਕੰਡੇ ਨਹੀਂ, ਉਹ ਫੁੱਲ ਸੀਗੇ। ਤੁਹਾਨੂੰ ਕਿਵੇਂ ਇਹ ਲੱਗਦਾ? ਇਹ ਗੱਲ ਤੁਹਾਡੀ ਬਨਵੈਦ ਜੀ ਬਹੁਤ ਹੀ ਡਿਫਰੈਂਟ ਆ, ਇਸ ਰੂਹ ਦੀ ਗੱਲ ਆ ਅਸਲ 'ਚ। ਇਹ ਕੀ ਆ ਕਿ ਉਹ ਰਾਹਾਂ 'ਤੇ ਜਦੋਂ ਅਸੀਂ ਤੁਰਦੇ ਆ ਨਾ ਕੰਡਿਆਲੀਆਂ, ਤਾਂ ਇੱਦਾਂ ਨਹੀਂ ਆ ਕਿ ਉਹ ਕੰਡਿਆਲੀਆਂ ਨਹੀਂ ਹੁੰਦੀਆਂ ਜਾਂ ਲੱਗਦੀਆਂ ਨਹੀਂ, ਪਰ ਉਹ ਕੰਡਿਆਲੀਆਂ ਰਾਹਾਂ ਜਿਹੜੀਆਂ ਜਦੋਂ ਅਸੀਂ ਤੁਰਦੇ ਆ ਨਾ, ਉਸ ਵੇਲੇ ਜੇ ਅਸੀਂ ਥੋੜ੍ਹਾ ਜਿਹਾ, ਜਾਂ ਕਹਿ ਲਓ ਬੈਲੈਂਸ, ਸਾਡੀ ਮਾਂ ਦਾ ਜਿਹੜਾ ਮਾਂਜਾ ਜਿਹੜਾ ਕੁੱਟਦੀ ਸੀ, ਉੱਦਾਂ ਦੀ ਚੀਜ਼ ਆਲੇ ਦੁਆਲੇ ਹੋਵੇ ਤੁਹਾਡੇ, ਤਾਂ ਉਹ ਕੰਡਿਆਲੀਆਂ ਰਾਹਾਂ ਫਿਰ ਫੁੱਲਾਂ ਤੱਕ ਪਹੁੰਚਾ ਦਿੰਦੀਆਂ। ਜੇ ਕਿਤੇ ਉੱਥੇ ਤੁਸੀਂ ਭਟਕ ਗਏ, ਫਿਰ ਤੁਸੀਂ ਉੱਥੇ ਮੇਰੀ ਮਾਂ ਦੇ ਕਹਿਣ ਵਾਂਗੂ ਪਏ ਸਾਡੇ ਵਾਂਗੂ ਰੁਲੋਗੇ। ਫਿਰ ਉੱਥੇ ਵੀ ਇਹ ਕੰਡਿਆਲੀਆਂ ਰਾਹਾਂ ਅਸਲ ਦੇ ਵਿੱਚ ਇੰਸਪੀਰੇਸ਼ਨ ਹੁੰਦੀਆਂ ਬੰਦੇ ਦੀ। ਇਹ ਕੰਡਿਆਲੇ, ਕੰਡੇ ਜਾਂ ਕਹਿ ਲਓ, ਪੱਥਰ ਕਹਿ ਲਓ, ਇਹ ਰੁਕਾਵਟਾਂ ਕਹਿ ਲਓ, ਇਹ ਚੀਜ਼ਾਂ ਨਾ ਬੰਦੇ ਨੂੰ, ਜਿੱਦਾਂ ਪਤੰਗ ਵਾਲੀ ਗੱਲ ਆ, ਜਿੱਦਾਂ ਤੁਸੀਂ ਗੁੱਡੇ ਤੁਹਾਡੇ ਪ੍ਰੋਗਰਾਮ ਦਾ ਨਾਮ ਵੀ ਆ ਪਏ, ਇਹ ਤੁਣਕਾ ਮਾਰਦੀਆਂ, ਤੁਹਾਡੇ ਅੱਗ ਬਾਲ ਦਿੰਦੀਆਂ, ਅੰਦਰ ਭਾਂਬੜ ਬਾਲਦੀਆਂ। ਮੈਂ ਹਾਲੇ ਵੀ ਯਾਦ ਕਰਦਾ ਹੁੰਦਾ ਕਦੇ ਕਦੇ, ਕਿ ਮੇਰੇ ਦਿਮਾਗ 'ਚ ਕਦੇ ਕਦੇ ਆ ਜਾਂਦਾ ਹੁੰਦਾ ਸੀ ਕਿ ਰੱਬਾ ਇਹ ਸਾਡੇ ਦਿਨ ਬਦਲਣਗੇ ਵੀ ਕਦੇ। ਇੱਦਾਂ ਮੈਂ ਬਹੁਤ ਵਾਰੀ ਸੋਚਿਆ, ਮਤਲਬ ਮੈਨੂੰ ਯਾਦ ਆ ਗੱਲ। ਤੁਸੀਂ ਚੰਡੀਗੜ੍ਹ ਪੁਲਿਸ 'ਚ ਬਤੌਰ ASI ਭਰਤੀ ਹੋਏ ਜੀ। ਇਸ ਵੇਲੇ ਤੁਸੀਂ SHO ਦੇ ਅਹੁਦੇ 'ਤੇ ਹੋ ਜੀ। ਇਸ ਸਮੇਂ ਦੌਰਾਨ ਤੁਹਾਡੀ ਇੱਕਦਮ ਦੱਸੋ ਵੀ ਜਿਹੜਾ ਤੁਸੀਂ ਕਿਸ ਤਰ੍ਹਾਂ ਦੀਆਂ ਡਿਊਟੀਆਂ ਨਿਭਾਈਆਂ, ਕੀ ਡਿਊਟੀਆਂ ਨਿਭਾਈਆਂ, ਇਹ ਥੋੜ੍ਹੀ ਮੈਨੂੰ ਦੱਸੋ ਵਿਸਥਾਰ ਨਾਲ, ਫਿਰ ਆਪਾਂ ਅੱਗੇ ਤੁਰਦੇ ਹਾਂ। ਮੈਂ ਜੀ ਇੱਥੇ ASI ਭਰਤੀ ਹੋਇਆ, ਟ੍ਰੇਨਿੰਗ ਕੀਤੀ, ਫਲੋਰ ਸਾਰੇ ਸਾਡੇ DSP ਸਾਹਿਬਾਨ ਦੀ ਫਿਜ਼ੀਕਲ ਟ੍ਰੇਨਿੰਗ ਜਿਹੜੀ ਸਾਡੇ ਨਾਲ ਹੀ ਹੁੰਦੀ ਆ, ਅਤੇ ਉੱਥੇ ਬੜਾ ਵਧੀਆ ਮਾਹੌਲ ਰਿਹਾ। ਚੰਡੀਗੜ੍ਹ ਨੂੰ ਮੈਂ ਜਾਣਦਾ ਨਹੀਂ ਸੀਗਾ, ਪੰਜਾਬ ਦੇ ਵਿੱਚ ਟ੍ਰੇਨਿੰਗ ਸੀ, ਅਤੇ ਬੜਾ ਵਧੀਆ ਲੱਗਦਾ ਸੀ। ਪਿੰਡ ਨੂੰ ਚਲ ਜਾਂਦੇ ਸੀ ਜਦੋਂ ਛੁੱਟੀ ਮਿਲਦੀ। ਉਸ ਤੋਂ ਬਾਅਦ ਟ੍ਰੇਨਿੰਗ ਦੇ ਵਿੱਚ ਮੇਰਾ 7 ਕਿਲੋ ਵੇਟ ਵਧਿਆ। ਲੋਕਾਂ ਦਾ ਘਟਦਾ ਹੈ, ਟ੍ਰੇਨਿੰਗ ਔਖੀ ਹੁੰਦੀ ਹੈ, ਕਿਉਂਕਿ ਅਸੀਂ ਉੱਦਾਂ ਦੀ ਬੈਕਗਰਾਊਂਡ ਤੋਂ ਗਏ ਸੀ ਕਿ ਹਰ ਚੀਜ਼ ਆਪ ਕਰਦੇ ਸੀ, ਅਤੇ ਬੜੀਆ ਆਨੰਦ ਨਾਲ ਟ੍ਰੇਨਿੰਗ ਜਦੋਂ ਅਸੀਂ ਪਾਸ ਹੋਏ, ਬੜਾ ਰੋਏ ਕਿ ਯਾਰ ਇੱਦਾਂ ਦੇ ਸੋਹਣੇ ਸਿਸਟਮ ਨੂੰ ਛੱਡ ਕੇ ਚੱਲੇ ਆ, ਜਿੱਥੇ ਟਾਈਮ ਸਿਰ ਰੋਟੀ ਮਿਲਦੀ, ਟਾਈਮ ਸਿਰ ਖੇਲਣਾ, ਟਾਈਮ ਸਿਰ ਨਹਾਉਣਾ ਧੋਣਾ। ਅਤੇ ਉਹ ਜਦੋਂ ਇੱਥੇ ਆਏ, ਫਿਰ ਮੈਂ ਆਉਂਦੇ ਮੇਰੀ 17 ਸੈਕਟਰ ਥਾਣੇ 'ਚ ਪੋਸਟਿੰਗ ਹੋਈ। ਫਿਰ ਉਸ ਤੋਂ ਬਾਅਦ 19 17 ਦਾ ਥੋੜ੍ਹਾ 2 ਪਾਰਟ ਕੱਟ ਕੇ ਥਾਣੇ ਦੇ 19 ਥਾਣਾ ਨਵਾਂ ਬਣਾਤਾ, ਚੌਂਕੀ ਹੁੰਦੀ ਸੀ। ਫਿਰ 19 'ਚ ਮੈਨੂੰ ਲੈ ਗਿਆ, ਕਿਉਂਕਿ ਮੇਰੇ ਕੋਲ ਬੀਟ 21 ਦੀ ਸੀ। 21 ਸੈਕਟਰ 19 ਥਾਣੇ ਚੱਲ ਗਿਆ, ਅਤੇ ਉੱਥੇ ਚਲੋ ਉਸ ਤੋਂ ਬਾਅਦ ਮੈਂ ਅੱਪਰ ਕਰਨ ਚਲਾ ਗਿਆ, ਜਿਹਨੂੰ ਕਹਿੰਦੇ ਆਪਾਂ ਪ੍ਰਮੋਸ਼ਨ ਕੋਰਸ। ਪ੍ਰਮੋਸ਼ਨ ਕੋਰਸ ਤੋਂ ਆ ਕੇ ਮੈਂ 36 ਥਾਣੇ ਲੱਗਿਆ। ਮੇਰੀ ਜ਼ਿਆਦਾ ਡਿਸੇਬਲ ਲਾਈਫ ਤੋਂ ਪਹਿਲਾਂ ਦੀ ਜ਼ਿੰਦਗੀ ਜਿਹੜੀ ਆ ਉਹ ਥਾਣਿਆਂ 'ਚ ਹੀ ਰਹੀ। ਮੈਂ ਇੱਕ ਰਿਹਾ ਮੇਰੇ ਮਨ 'ਚ ਕਿ ਕੰਮ ਸਿੱਖੀ ਦਾ, ਕੰਮ ਜਾਣੀ ਦਾ ਹੁੰਦਾ। ਇਹ ਪੁਲਿਸ ਦੀ ਜੋਬ ਜਿਹੜੀ ਕੱਟ ਰਿਹਾ ਮਾੜਾ ਜਿਹਾ, ਤੁਸੀਂ ਇੱਕ ਸ਼ਬਦ ਵਰਤਿਆ ਡਿਸੇਬਲ ਜੀ, ਇਹਦਾ ਮਤਲਬ ਕਿਵੇਂ? ਵੀ ਡਿਸੇਬਲ ਬੇਸਿਕਲੀ ਮੈਂ ਉਸ ਤੋਂ ਬਾਅਦ ਜਦੋਂ ਸਬ ਇੰਸਪੈਕਟਰ ਬਣਿਆ, ਅਤੇ ਇੱਕ ਮੌਕਾ ਆਇਆ 98 ਦੇ ਵਿੱਚ, 1998 'ਚ UN ਇਹ ਬੰਦੇ ਸਿਲੈਕਟ ਕਰਕੇ ਇੰਡੀਆ ਤੋਂ ਲਿਜਾਂਦੀ ਸੀ, ਅਤੇ ਉਸ ਵੇਲੇ ਕੋਸੋਵੋ ਜਿਹੜਾ ਯੂਗੋਸਲਾਵੀਆ ਦਾ ਪਾਰਟ ਸੀਗਾ, ਉੱਥੇ
UNO ਦਾ ਇੰਟਰਮ ਐਡਮਿਨਿਸਟ੍ਰੇਸ਼ਨ ਮਿਸ਼ਨ ਚੱਲਦਾ ਸੀ। ਸਰਕਾਰ UNO ਚਲਾਉਂਦੀ ਸੀ, 2 ਕਾਸਟਾਂ ਦੀ ਆਪਸ 'ਚ ਲੜਾਈ ਸੀ, ਸਰਬੀਆ ਅਲਬੇਨੀਆ ਦਾ ਮਤਲਬ ਉਹ ਸੀਗਾ। ਅਤੇ ਉੱਥੇ ਸਾਰੇ ਦੇ ਸਾਰੇ ਪੁਲਿਸਿੰਗ ਜਿਹੜੀ ਸੀ ਅਸੀਂ ਲੋਕ ਜਾ ਕੇ ਕਰਦੇ ਜਿਹੜੇ ਸਿਲੈਕਟ ਹੋ ਜਾਂਦੇ ਸੀ। ਅਤੇ ਉਹਦੇ ਲਈ ਲੈਟਰ ਆਇਆ, ਮੈਂ ਵੀ ਅਪਲਾਈ ਕੀਤਾ ਅਤੇ ਉੱਥੇ ਅੰਗਰੇਜ਼ੀ ਬੋਲਣ ਦਾ, ਫਿਰ ਗੋਲੀ ਚਲਾਉਣ ਦਾ, ਫਿਰ ਡਰਾਈਵਿੰਗ ਦਾ 9 ਟੈਸਟ ਹੁੰਦੇ ਸੀ। 9 ਟੈਸਟਾਂ ਨੂੰ ਜਿਹੜਾ ਉਹ ਕਲੀਅਰ ਕਰਦਾ ਸੀ ਉਹ ਸਿਲੈਕਟ ਹੋ ਜਾਂਦਾ ਸੀ। ਇੱਥੇ ਦਿੱਲੀ ਟੈਸਟ ਹੁੰਦਾ, ਹੁੰਦੇ ਉਹ ਲੈਂਦੇ ਗੋਰੇ ਆ ਕੇ UNO 'ਚੋਂ ਹੀ ਆਉਂਦੇ ਆ ਬੰਦੇ, ਉਹ ਉੱਥੇ ਦੇ ਪੱਕੇ EMPLOYE ਹੁੰਦੇ ਅਤੇ ਉਹ ਆ ਕੇ ਟੈਸਟ ਲੈਂਦੇ ਆ। ਅਤੇ ਉਹ ਟੈਸਟ ਮੈਂ ਦਿੱਤਾ, ਮੈਂ ਪਾਸ ਹੋ ਗਿਆ ਅਤੇ UNO ਚਲਾ ਗਿਆ। UNO ਦੇ ਵਿੱਚ ਜਾ ਕੇ ਟ੍ਰੇਨਿੰਗ ਹੋਈ। ਉੱਥੇ ਯੂਗੋਸਲੇਵੀਆ ਦਾ ਪਾਰਟ ਕੋਸੋਵੋ ਦਾ ਸ਼ਹਿਰ ਸੀ ਪ੍ਰਿਸ਼ਤੀਨਾ, ਉੱਥੇ ਸਾਡੇ ਟ੍ਰੇਨਿੰਗ ਹੋਈ ਪ੍ਰਿਸ਼ਤੀਨਾ। ਟ੍ਰੇਨਿੰਗ ਤੋਂ ਬਾਅਦ ਸਾਨੂੰ ਡਿਪਲੋਏ ਕਰਤਾ ਥਾਣਿਆਂ ਦੇ ਵਿੱਚ ਹੋਰ, ਅਤੇ ਉੱਥੇ ਚੜ੍ਹਦੇ ਉਹ ਗੁੱਡੀ ਚੜ੍ਹਨ ਵਾਲੀ ਗੱਲ ਹੋਈ ਕਿ ਮੈਂ ਰੀਜਨਲ ਕਮਾਂਡ 'ਚ ਚਲਾ ਗਿਆ। ਰੀਜਨਲ ਕਮਾਂਡ ਦੇ ਵਿੱਚ ਛੁੱਟੀ ਬੜੀ ਮਿਲਦੀ ਸੀ ਅਤੇ ਮੈਂ ਦੁਆਬੇ ਦਾ ਰਹਿਣ ਵਾਲਾ, ਅਤੇ ਦੁਆਬੇ ਦੇ ਲੋਕ ਬਾਹਰ ਬਹੁਤ ਗਏ ਹੋ ਆ, ਸਾਡੇ ਮਿੱਤਰ ਹੋਰ ਕਹਿ ਲਓ, ਸਾਡੇ ਤੋਂ ਸੀਨੀਅਰ ਬੰਦੇ, ਉਹ ਬੁਲਾਉਣਾ ਸ਼ੁਰੂ ਕਰਤਾ ਉਹਨਾਂ ਨੇ ਵੀ ਆ ਯਾਰ ਤੂੰ ਇੱਧਰ ਆਇਆ ਆ, ਤੂੰ ਸਾਨੂੰ ਮਿਲ ਕੇ ਜਾ। ਅਤੇ ਇਹ ਮੇਰਾ 6ਵੀਂ ਛੁੱਟੀ ਸੀਗੀ, 6ਵਾਂ ਮਤਲਬ ਕਿ ਮੈਨੂੰ ਕਾਫੀ ਚਿਰ ਹੋ ਗਿਆ ਸੀ UNO 'ਚ, ਅਤੇ ਮੈਂ ਅਲੱਗ-ਅਲੱਗ 12 ਕੰਟਰੀ ਘੁੰਮ ਚੁੱਕਾ ਸੀ। ਉਸ ਆਦਤਨ ਕਿ ਦੁਆਬੇ ਦੇ ਲੋਕ ਯਾਰ ਦੇਖੀਏ ਦੁਨੀਆ ਕਿੱਥੇ ਵੱਸਦੀ ਆ। ਅਤੇ 12ਵਾਂ ਕੰਟਰੀ ਸੀ ਮੇਰਾ, ਮੈਂ ਜਰਮਨੀ 'ਚ ਗਿਆ ਹੋਇਆ ਸੀਗਾ। ਜਰਮਨੀ ਦੇ ਵਿੱਚ ਮੈਂ ਟ੍ਰੇਨ ਦੇ ਥੱਲੇ ਆ ਗਿਆ ਫਰੈਂਕਫਰਟ ਸਿਟੀ 'ਚ। ਅੱਛਾ ਜੀ। ਟ੍ਰੇਨ ਮੈਨੂੰ ਕ੍ਰਸ਼ ਕਰਦੀ ਚੱਲ ਗਈ, 70 ਗਜ ਤੱਕ ਮੈਂ ਉਹਦੇ ਨਾਲ ਸਕਿਡ ਕਰਦਾ ਚਲਾ ਗਿਆ। ਇਹ ਪੈਰ ਜਿਹੜਾ ਮੇਰਾ ਇਹ ਵਿੱਚ ਫਸ ਗਿਆ, ਅਤੇ ਉਹ ਦੂਸਰੀ ਲੱਤ ਜਦੋਂ ਥੱਲੇ ਆਉਂਦੀ ਗਈ, ਵੱਢੀ ਗਈ, ਥੱਲੇ ਆਉਂਦੀ ਗਈ, ਉੱਪਰ ਤੱਕ ਇਹ ਲੱਤ ਮੇਰੀ ਇੱਥੋਂ ਤੱਕ ਵੱਢੀ ਗਈ। ਇਹ ਪੈਰ ਦਾ ਇੰਨਾ ਜ਼ਿਆਦਾ ਕਚੁੰਬਰ ਨਿਕਲ ਗਿਆ ਕਿ ਇਹ ਪੈਰ ਫਿਰ ਵੱਢਣਾ ਪਿਆ ਉਹਨਾਂ ਨੂੰ। ਅੱਛਾ ਜੀ। ਜਰਮਨ ਵਿੱਚ ਹੀ? ਜਰਮਨ ਫਰੈਂਕਫਰਟ ਸਿਟੀ 'ਚ, ਫਰੈਂਕਫਰਟ ਸਿਟੀ ਸੈਂਟਰਲ ਮਾਰਕੀਟ ਦੇ ਵਿੱਚ ਵਾਰਮਹੌਫ ਕਰਕੇ ਇੱਦਾਂ ਦਾ ਟ੍ਰੇਨ ਦਾ ਸਟੇਸ਼ਨ ਹੋ ਗਿਆ। ਅਤੇ ਉੱਥੇ ਸਟੇਸ਼ਨ ਸੈਂਟਰਲ ਮਾਰਕੀਟ ਦਾ, ਉੱਥੇ ਫਿਰ ਆਹ ਮੇਰੀ ਰਿਬਸ ਟੁੱਟ ਗਈਆਂ, ਆਹ ਬਾਂਹ ਮੇਰੇ ਇੱਦਾਂ ਮਤਲਬ ਉਹ ਸਕਿਡ ਹੁੰਦਾ ਚੱਲ ਗਿਆ, ਆਹ ਲੱਤ ਅਤੇ ਆਹ ਬਾਂਹ 7 ਜਗ੍ਹਾ ਤੋਂ ਟੁੱਟ ਗਈ, ਰਿਬਸ ਟੁੱਟ ਗਈਆਂ, ਇਹ ਜਵਾੜਾ ਮੇਰਾ ਟੁੱਟ ਗਿਆ, ਅੱਖ ਮੇਰੀ ਦੁਬਾਰਾ ਬਣਾਈ ਆ। ਅਤੇ ਇੱਥੇ ਦਾ ਆਹ ਮਾਸ ਹਾਲੇ ਵੀ ਮਤਲਬ ਉਦੋਂ ਵੀ ਮਿਲਿਆ ਨਹੀਂ ਸਿਰ ਦਾ। ਹੈਡ ਇੰਜਰੀ ਇੰਨੀ ਜ਼ਿਆਦਾ ਸੀ, ਮੈਂ 13 ਦਿਨ ਕੋਮਾ 'ਚ ਰਿਹਾ। ਅਤੇ ਸਰ ਇਹ ਤੁਸੀਂ ਉਸ ਰੇਲ ਦੀ ਪਟੜੀ 'ਤੇ ਕਿੱਦਾਂ ਪਹੁੰਚੇ ਜਦ ਹਾਦਸਾ? ਉਹ ਮੇਰੀ ਗਲਤੀ ਲਿਖੀ ਹੋਈ ਹੈ ਉਹਨਾਂ ਨੇ ਰਿਪੋਰਟ 'ਚ, ਪਰ ਮੈਨੂੰ ਹਾਲੇ ਤੱਕ ਕੁਛ ਮੈਮਰੀ ਜਿਹੜੀ ਮੇਰੀ ਮਿਸਿੰਗ ਆ। ਮੈਂ ਉਹਨਾਂ ਨੂੰ ਕਿਹਾ ਵੀ ਡਾਕਟਰ ਨੂੰ ਜਦੋਂ ਮੈਂ ਡਿਸਚਾਰਜ ਹੋਇਆ ਵੀ ਮੈਨੂੰ ਲੈ ਕੇ ਜਾਓ ਤਾਂ ਕਿ ਮੇਰਾ ਰੀਕਨਸਾਈਲ ਹੋ ਜਾਏ, ਪਰ ਉਹਨਾਂ ਨੇ ਮੇਰੀ ਰਿਪੋਰਟ 'ਚ ਲਿਖਿਆ ਹੋਇਆ ਹੈ ਕਿ ਇਹਨੂੰ ਜ਼ਿਆਦਾ ਸਟ੍ਰੈਸ ਪਾਏਗਾ। ਉਦੋਂ ਇਹ ਲਿਖਿਆ ਸੀ ਕਿ ਇਹਨੂੰ ਲਿਜਾਣਾ ਨਹੀਂ, ਇੱਦਾਂ ਦੀਆਂ ਚੀਜ਼ਾਂ 'ਤੇ ਜ਼ਿਆਦਾ। ਉਹ ਮੈਂ ਵਾਰ-ਵਾਰ ਉਹਨਾਂ ਨੂੰ ਕਹਿੰਦਾ ਸੀ ਡਾਕਟਰਾਂ ਨੂੰ, ਉਹ ਤੁਹਾਨੂੰ ਥਾਂ ਨਹੀਂ ਦਿਖਾਉਣਾ, ਉਹ ਮੈਨੂੰ ਦਿਖਾ ਲੈ ਕੇ ਨਹੀਂ ਗਏ। ਉਹਨਾਂ ਨੇ ਐਡਵਾਈਸ ਵਿੱਚ ਲਿਖੀ ਹੋਈ ਆ ਉਹਦੇ, ਤਾਂ ਕਿ ਤੁਸੀਂ ਮੁੜ ਕੇ ਸਦਮੇ 'ਚ ਨਾ ਚੱਲ ਜਾਓ। ਹਾਂ, ਕਿਉਂਕਿ ਮੈਂ ਕੋਮਾ ਦੇ ਵਿੱਚ, ਅਤੇ ਮੇਰੇ ਨਿਊਰੋ ਦੇ 3 ਆਪਰੇਸ਼ਨ ਹੋਏ ਸੀ, ਅਤੇ ਉਦੋਂ ਹਾਲੇ ਜ਼ਖਮ ਵੀ ਬੋਡੀ ਦੇ ਅੱਲੇ ਸੀਗੇ, ਅਤੇ ਜ਼ਖਮ ਬੋਡੀ 'ਤੇ ਸੀਗੇ ਵੀ ਬਹੁਤ। ਅਤੇ ਉਹ ਮੈਨੂੰ ਕਹਿੰਦੇ ਵੀ ਨਾ ਇਹ ਸਟ੍ਰੈਸ ਨਾ ਇਹਨੂੰ ਪਾਉਣ ਦਿਓ ਦਿਮਾਗ 'ਤੇ, ਅਤੇ ਫਿਰ ਉਹ ਲਿਖ ਦਿੱਤਾ। ਫਿਰ ਉੱਥੇ ਗਏ ਨਹੀਂ, ਬਟ ਅਦਰਵਾਈਜ਼ ਉਹਦੇ ਵਿੱਚ ਮਤਲਬ ਮੈਂ ਵੈਕਿਊਮ ਦੇ ਵਿੱਚ ਫਸ ਗਿਆ। ਜਦੋਂ ਵੈਕਿਊਮ ਇੱਕ ਲਾਈਨ ਲੱਗੀ ਹੁੰਦੀ ਨਾ, ਉਹਦੇ ਵੈਕਿਊਮ 'ਚ ਮੈਸੇਜ ਲੱਗਿਆ, ਅਤੇ ਉਹ ਦੈਟ ਵਾਜ਼ ਮਾਈ ਫੋਲਟ। ਇਹ ਮੇਰਾ ਐਕਸੀਡੈਂਟ ਹੋਇਆ ਉਸ ਤੋਂ ਬਾਅਦ। ਪਰ ਉੱਥੇ ਟਰੀਟਮੈਂਟ ਇੰਨਾ ਵਧੀਆ ਕਿ ਉਹ ਪੇਸ਼ੈਂਟ ਨੂੰ ਰੱਬ ਸਮਝਦੇ ਨੇ ਉਹ ਲੋਕ, ਅਤੇ ਸ਼ਾਇਦ ਰੱਬ ਨੇ ਮੈਨੂੰ ਉੱਥੇ ਲਿਜਾ ਕੇ ਹੀ ਇਹ ਕੀਤਾ ਜਿੱਥੇ ਮੈਂ ਬਚਣਾ ਸੀ। ਇਹ ਚਲੋ ਤੁਹਾਡੀ ਇਹ ਤਾਂ ਬੜੀ ਚੜ੍ਹਦੀ ਕਲਾ ਵਾਲੀ ਪੋਜ਼ੀਟਿਵ ਗੱਲ ਆ, ਪਰ ਜਿਹੜੀ 2 ਗੱਲਾਂ ਨਿੱਕੀਆਂ ਤੁਹਾਨੂੰ ਯਾਦ ਆ ਕੁਝ ਐਕਸੀਡੈਂਟ ਤੋਂ ਬਾਅਦ ਤੁਹਾਡੇ ਕੁਝ ਤੁਸੀਂ ਦੇਖਿਆ ਆਪਣੀ ਅੱਖੀਂ, ਜੋ ਕੁਝ ਤੁਸੀਂ ਕਿਹਾ ਵੀ ਪੈਰ ਬਹੁਤ ਕਰਸ਼ ਹੋ ਗਿਆ ਜਾਂ ਐਂ ਹੋ ਗਿਆ, ਤੁਹਾਡੇ ਕੁਝ ਹੈ ਤੁਹਾਡੇ ਪਿਕਚਰ ਦੇ ਦਿਮਾਗ ਵਿੱਚ ਉਹਦੇ ਬਾਰੇ? ਬਹੁਤ ਵੱਡੀ ਬਣਾਇਆ ਐਸਾ ਵੀ ਗੱਲ ਨਾ, ਮੈਂ ਤੁਹਾਨੂੰ ਦੱਸਦਾ ਕਿ ਮੈਂ ਗੌਰਮੈਂਟ ਕਾਲਜ ਦੇ ਵਿੱਚ ਐਥਲੀਟ ਰਿਹਾ। ਹਾਂ, ਅਤੇ ਐਥਲੈਟਿਕਸ ਕਰਦੇ ਬੰਦੇ ਨੇ ਲੱਤਾਂ 'ਤੇ ਦੌੜਨਾ, ਮੈਂ 200-400 ਦੌੜਦਾ ਸੀ। ਲੱਤਾਂ ਦਾ ਮੇਰਾ ਜ਼ਿੰਦਗੀ ਦਾ ਕੰਮ ਸੀਗਾ, ਅਤੇ ਮੈਨੂੰ ਬਹੁਤ ਇਹਨਾਂ ਦਾ ਮਾਣ ਵੀ ਸੀਗਾ। ਕਹਿ ਲਓ ਕਿ ਜਿੱਦਣ ਮੈਂ ਹੋਸ਼ 'ਚ ਆਇਆ ਅਤੇ ਜਰਮਨੀ ਦੇ ਵਿੱਚ ਮੈਨੂੰ ਨਾ ਅੰਬੈਸੀ ਵੀ, ਇੰਡੀਅਨ ਅੰਬੈਸੀ ਵਾਲਿਆਂ ਨੂੰ ਵੀ ਖਬਰ ਸੀ ਉਦੋਂ ਤੱਕ, ਅਤੇ ਉਹ ਜਦੋਂ ਹੋਸ਼ ਆਇਆ ਅਤੇ ਮੈਨੂੰ ਨਾ ਇੱਦਾਂ ਲੱਗਦਾ ਹੁੰਦਾ ਸੀ ਵੀ ਹੁਣ ਅੱਖ ਬੰਦ ਹੋ ਜਾਂਦੀ ਫਿਰ ਮੇਰੀ। ਮੈਨੂੰ ਇੱਦਾਂ ਲੱਗਦਾ ਹੁੰਦਾ ਵੀ ਜੇ ਹੁਣ ਅੱਖ ਬੰਦ ਹੋ ਗਈ ਤਾਂ ਮੈਂ ਸ਼ਾਇਦ ਰਹਿਣਾ ਨਹੀਂ, ਪਰ ਉਹ ਖੁੱਲ੍ਹਦੀ ਪਹਿਲਾਂ 10 ਕੁ ਮਿੰਟ ਲਈ ਫਿਰ ਖੁੱਲ੍ਹਦੀ, ਉਹ ਡਿਊਰੇਸ਼ਨ ਵੱਧਦੀ ਗਈ। ਅਤੇ ਦੂਸਰੇ ਇੱਕ ਦਿਨ ਮੈਨੂੰ ਕਿਸੇ ਨੇ ਦੱਸਿਆ, ਅਸਲ 'ਚ ਉਹ ਕੱਪੜਾ ਪਾਇਆ, ਸਿਰ ਦੇ ਉੱਤੇ ਬਹੁਤ ਪੱਟੀਆਂ ਬੰਨੀਆਂ ਸੀਗੀਆਂ, ਅਤੇ ਉਹ ਉੱਠ ਨਹੀਂ ਸੀ ਹੁੰਦਾ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ, ਉਹ ਮੈਨੂੰ ਸਪੂਨਿੰਗ ਕਰਦੇ ਸੀ ਜੂਸ ਦੀ,
ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਮੈਨੂੰ ਕਿਸੇ ਨਾ ਕਿਸੇ ਤਰ੍ਹਾਂ ਠਾਹ ਥੋੜ੍ਹਾ ਜਿਹਾ ਉਠਾ। ਉਹ ਕਹਿੰਦਾ ਭਾਜੀ ਤੂੰ ਹੁਣ ਉੱਠ ਨਹੀਂ ਸਕਦਾ। ਮੈਂ ਕਿਹਾ ਕਿਉਂ? ਉਹਨੇ ਮੇਰੀ ਨਾ ਚਾਦਰ ਚੱਕ ਦਿੱਤੀ। ਅੱਛਾ। ਤੇ ਮੈਂ ਪਹਿਲੀ ਵਾਰੀ, ਦਰਦ ਤਾਂ ਮੇਰੇ ਫੀਲਿੰਗ ਤਾਂ ਹੁੰਦੀ ਸੀ, ਪਰ ਮੈਨੂੰ ਇੱਦਾਂ ਨਹੀਂ ਸੀ ਪਤਾ ਕਿ ਮੇਰੀਆਂ ਲੱਤਾਂ ਵੱਢ ਹੋ ਗਈਆਂ, ਮਤਲਬ ਹੈ ਨਹੀਂ ਲੱਤਾਂ ਨਾਲ, ਨਹੀਂ ਸੀ ਪਤਾ। ਪਰ ਜਦੋਂ ਉਹਨੇ ਚਾਦਰ ਚੱਕ ਦਿੱਤੀ ਨਾ ਵੀ ਹੁਣ ਤੂੰ ਮਤਲਬ ਉੱਠ ਨਹੀਂ ਸਕਦਾ, ਉਹਨੇ ਕੁਐਸਚਨ ਦਾ ਆਨਸਰ ਨਹੀਂ ਦਿੱਤਾ, ਮਤਲਬ ਹੀ ਵਾਜ਼ ਜਸਟ ਕਰਾਈਂਗ, ਉਹਨੂੰ ਵੀ ਦੁੱਖ ਲੱਗਦਾ ਸੀ, ਉਹਦਾ ਆਨਸਰ ਨਹੀਂ ਦੇ ਸਕਿਆ। ਤੇ ਉਹਨੇ ਲੱਤ ਉਹ ਚੱਕ ਦਿੱਤੀ ਚਾਦਰ ਜੀ, ਤੇ ਮੈਨੂੰ ਮੈਂ ਫਿਰ ਮਤਲਬ ਬੇਹੋਸ਼ੀ 'ਚ ਚਲਾ ਗਿਆ। ਇੰਨਾ ਬੀਅਰ ਕਰਨਾ ਮੇਰੇ ਲਈ ਮੁਸ਼ਕਿਲ ਸੀ। ਤੇ ਉਸ ਵੇਲੇ ਤੋਂ ਬਾਅਦ ਫਿਰ ਮੈਂ ਕਾਫੀ ਉਹ ਲਿਖਿਆ, ਕਾਫੀ ਡਿਊਰੇਸ਼ਨ ਮੈਂ ਮਤਲਬ ਬੇਹੋਸ਼ ਜਿਹਾ ਰਿਹਾ। ਪਰ ਇਹ ਗੱਲ ਮੈਨੂੰ ਪਚਦੀ ਨਹੀਂ ਸੀ, ਕਈ ਸਾਲ ਮੈਨੂੰ ਪਚੀ ਨਹੀਂ ਕਿ ਮੇਰੀਆਂ ਲੱਤਾਂ ਹੀ ਨਹੀਂ ਹੈਗੀਆਂ। ਸਰ ਇੱਕ ਗੱਲ ਦੱਸੋ ਤੁਸੀਂ, ਚਲੋ ਰੱਬ ਤੁਹਾਨੂੰ ਤੰਦਰੁਸਤੀ ਬਖਸ਼ੇ, ਤੁਸੀਂ ਹੁਣ ਇਹ ਦੱਸੋ ਵੀ ਤੁਸੀਂ ਸੈਕਟਰ 39 ਦੇ ਥਾਣੇ 'ਚ 3 ਸਾਲ SHO ਰਹੇ, 36 ਚ 36 ਰਹੇ ਹੋ। ਅੱਛਾ। ਤੇ ਸਰ ਇਹ ਫਿਰ ਤੁਸੀਂ ਐਡੀ ਵੱਡੀ ਜਿਹੜੀ ਜ਼ਿੰਮੇਵਾਰੀ ਉਹ ਕਿਵੇਂ ਨਿਭਾਈ? ਇਹ ਤਾਂ ਜੀ ਮੈਂ ਉਸ ਮਾਲਕ ਦੀ ਕਿਰਪਾ ਕਹਿ ਲਓ, ਬਾਕੀ ਉਸ ਗਰੀਬੀ ਨੇ ਮੇਰੀ ਨੇ ਜੋ ਮੈਨੂੰ ਦਿੱਤਾ ਮੈਂ ਉਹੀ ਵਰਤਿਆ। ਵੀ ਚੱਲੀ ਦਾ ਹੁੰਦਾ, ਦੌੜੀ ਦਾ ਹੁੰਦਾ, ਭਰਾ ਨੇ ਮੇਰੇ ਨੇ, ਹੋਰ ਮੇਰੇ ਸੱਜਣਾ ਨੇ, ਫੈਮਿਲੀ ਨੇ ਮੇਰੀ ਸਪੋਰਟ ਜਿਹੜੀ ਕੀਤੀ। ਸਰ ਪ੍ਰੈਕਟੀਕਲੀ ਤਾਂ ਤੁਸੀਂ ਮਤਲਬ ਦਿਲੋਂ ਤਾਂ ਚੜ੍ਹਦੀ ਕਲਾ 'ਚ ਹੋ ਸਕਦੇ ਹੋ, ਪਰ ਪ੍ਰੈਕਟੀਕਲੀ ਤੁਹਾਨੂੰ SHO ਦੀ ਡਿਊਟੀ ਨਿਭਾਉਣ ਲਈ ਜਾਂ ਜਿਹੜੀ ਜੋ ਕੁਝ ਜਿੰਨੇ ਕੁ ਚੰਡੀਗੜ੍ਹ 'ਚ ਅਪਰਾਧ ਹੁੰਦੇ ਆ ਜਾਂ ਜੋ ਕੁਝ ਵਾਪਰਦਾ ਆ, ਉਹਦੇ ਲਈ ਤੁਹਾਨੂੰ ਪ੍ਰੈਕਟੀਕਲੀ ਤਾਂ 2 ਲੱਤਾਂ ਦੀ ਲੋੜ ਹੁੰਦੀ ਆ ਨਾ ਜੀ, ਤੰਦਰੁਸਤ। ਉਹ ਵੀ ਬਿਲਕੁਲ ਤੁਹਾਡੀ ਗੱਲ ਹੁੰਦੀ ਆ, ਪਰ ਗੱਲ ਇਹ ਆ ਕਿ SHO ਨੇ ਪ੍ਰੈਕਟੀਕਲੀ ਦੇਖਿਆ ਜਾਵੇ ਨਾ, ਥੋੜ੍ਹਾ ਜਿਹਾ ਰਿਐਲਿਟੀ ਦੇ ਲੱਗੇ ਜਾਵੇ, ਖੁਦ ਨਹੀਂ ਦੌੜਨਾ ਹੁੰਦਾ, ਬੰਦੇ ਹੁੰਦੇ 180 ਬੰਦੇ ਮੇਰੇ ਕੋਲ ਸੀਗੇ ਉਸ ਵੇਲੇ ਸਾਰਾ। ਔਰ ਮੇਰੇ ਟਾਈਮ ਦਾ ਕ੍ਰਾਈਮ ਕਿਸੇ ਵੀ ਕੋਈ ਵੀ ਕੰਪੇਅਰ ਕਰ ਲਵੇ ਸਾਰੇ ਪੂਰੀ ਡਿਊਰੇਸ਼ਨ 'ਚ, ਮੇਰੇ ਟਾਈਮ ਦਾ ਕ੍ਰਾਈਮ ਬਹੁਤ ਗ੍ਰਾਫ ਥੱਲੇ ਰਿਹਾ। ਔਰ ਮੈਂ ਇੱਦਾਂ ਦੇ ਗੈਂਗ ਫੜੇ ਜਿਹੜੇ ਬੱਸਾਂ ਦੇ ਵਿੱਚ ਦਵਾਈ ਖਿਲਾ ਕੇ ਲੁੱਟ ਲੈਂਦੇ ਸੀ ਲੋਕਾਂ ਨੂੰ। ਔਰ ਇੱਥੇ ਵਿਆਹਾਂ ਦੇ ਵਿੱਚ ਚੋਰੀਆਂ ਹੁੰਦੀਆਂ ਸੀ, ਵਿਆਹਾਂ 'ਚੋਂ ਉਹ ਲੜਕੀ ਦਾ ਬੈਗ ਹੀ ਚੱਕ ਲੈਂਦੇ ਸੀ ਮਾਂ ਕੋਲੋਂ, ਉਹ ਵੀ ਮੈਂ ਰਾਜ ਉੱਥੋਂ ਮੱਧ ਪ੍ਰਦੇਸ਼ ਤੋਂ ਫੜ ਕੇ ਲਿਆਇਆ ਉਹਨਾਂ ਨੂੰ। ਇੱਦਾਂ ਦੀਆਂ ਚੀਜ਼ਾਂ ਮੈਂ ਕਰ ਪਾਇਆ। ਇੱਕ ਬੰਦਾ ਇੱਥੇ ਫੌਜੀ ਬਣ ਕੇ ਆਪਣੇ ਆਪ ਨੂੰ ਮਤਲਬ ਡਿਸਗਾਈਜ਼ ਕਰਕੇ ਕੁੜੀ ਨੂੰ ਛੇੜ ਗਿਆ ਜਾਂ ਕਹਿ ਲਓ ਗਲਤ ਹੋ ਗਿਆ, ਤੇ ਉਹ ਵੀ ਮੈਂ ਫੜ ਕੇ ਲਿਆ। ਹੋ ਜਾਂਦਾ ਹੈ ਜਦੋਂ ਤੁਸੀਂ ਇੱਕ ਚੀਜ਼ ਜ਼ਰੂਰ ਮੇਰੇ ਦਿਮਾਗ 'ਚ ਆਈ ਵੀ ਹੁਣ ਮੈਨੂੰ ਲੋਕਾਂ ਦੇ ਜਾਂ ਆਮ ਸਿਸਟਮ ਦੇ ਬਰਾਬਰ ਖੜ੍ਹਨ ਦਾ ਮੌਕਾ ਮਿਲਿਆ ਜੀ। ਜਿਸ ਅਫਸਰ ਨੇ ਮੇਰੇ 'ਤੇ ਵਿਸ਼ਵਾਸ ਕੀਤਾ ਉਹਨੇ ਇਹੀ ਸੋਚ ਕੇ ਕੀਤਾ ਹੋਣਾ ਵੀ ਜਲ ਕਰਕੇ ਦੇਖਿਆ, ਕਿਉਂਕਿ ਫੌਜ ਦੇ ਵਿੱਚ ਤਾਂ ਇੱਦਾਂ ਦੀਆਂ ਐਗਜ਼ਾਮਪਲਾਂ ਹੈਗੀਆਂ ਕਿ ਬਹੁਤ ਸਾਰੇ ਕਰਨਲ ਡਿਸੇਬਲ ਹੁੰਦੇ ਆ, ਜਾਂ ਆਰਮੀ ਬ੍ਰਿਗੇਡੀਅਰ ਵੀ ਇੱਕ ਡਿਸੇਬਲ, ਮੈਂ ਉਹਦੀ ਵੀ ਕਹਾਣੀ ਪੜ੍ਹੀ ਆ। ਪਰ ਪੁਲਿਸ ਦੇ ਵਿੱਚ ਮੇਰੇ ਨਾਲ ਜਦੋਂ ਇਹ ਹੋਇਆ ਆਰਡਰ ਮੇਰਾ SHO ਦਾ, ਤੇ ਆਈ ਵਾਜ਼ ਟੇਕਿੰਗ ਐਜ਼ ਕਿ ਇਟ ਇਜ਼ ਚੈਲੰਜ ਫॉर ਮੀ ਐਂਡ ਆਈ ਹੈਵ ਟੂ ਗੋ ਬਾਈ ਕੰਪਲਾਈ ਦੀਜ਼ ਸਿਸਟਮ। ਆਈ ਵਰਕ ਹਾਰਡ। ਮੈਂ 16 ਘੰਟੇ ਵੀ 17 ਘੰਟੇ ਵੀ ਕੰਮ ਕੀਤਾ। ਇਹ ਇੱਕ ਜਿਹੜੀ ਤੁਹਾਡੀ ਹਾਲਤ ਵਾਲਾ SHO ਆ, ਇਹ ਚੰਡੀਗੜ੍ਹ 'ਚ ਪਹਿਲੀ ਉਦਾਹਰਨ ਆ ਜਾਂ ਭਾਰਤ ਵਿੱਚ ਜਾਂ ਪੂਰੇ ਵਿਸ਼ਵ ਵਿੱਚ ਪਹਿਲੀ ਉਦਾਹਰਨ ਹੋ ਸਕਦੀ ਹੈ? ਮੈਨੂੰ ਇਹ ਤਾਂ ਨਹੀਂ ਪਤਾ ਵਿਸ਼ਵ ਵਾਲਾ ਦੀ ਗੁਰੂ ਜੀ, ਤੁਸੀਂ ਬਹੁਤ ਵੱਡੀ ਗੱਲ ਕਰਦੇ ਹੋ, ਤੁਸੀਂ ਪ੍ਰੈਸ ਵਾਲੇ ਗੱਲ ਨੂੰ ਬੜੀ ਲੈ। ਬਟ ਇੱਕ ਇਹ ਆ ਕਿ ਚੰਡੀਗੜ੍ਹ 'ਚ ਕਦੇ ਨਹੀਂ ਇੱਦਾਂ ਹੋਇਆ, ਪੰਜਾਬ 'ਚ ਵੀ ਮੈਂ ਡਿਸੇਬਲ ਬੰਦਾ ਨਹੀਂ ਦੇਖਿਆ ਇੱਦਾਂ ਐਡੀ। ਮਤਲਬ SHO ਦੀ ਪੋਸਟ, ਤੇ SHO ਦੀ ਪੋਸਟ ਬੜੀ ਨਾ ਮੰਨੀ ਜਾਂਦੀ ਆ ਕਿ ਹਾਂ ਚੰਡੀਗੜ੍ਹ ਦੇ ਵਿੱਚ ਤਾਂ ਸਪੈਸ਼ਲੀ, ਕਿ ਇੱਥੇ ਸਾਰੀ ਮਤਲਬ ਲੋਕ ਜਿਹੜੇ ਹੈਗੇ ਆ ਉਹ ਲਾਅਫੁਲੀ ਐਵਰੀਬਡੀ ਇਜ਼ ਐਜੂਕੇਟਡ ਹੈ। ਰਸੂਖ ਵਾਲੇ ਆ, ਹਾਂ ਸਰ ਰਸੂਖ ਵਾਲੇ ਆ, ਸਾਰੇ ਉੱਪਰ ਗੱਲ ਕਰਦੇ ਆ, ਸਾਰਿਆਂ ਨੂੰ ਸੈਟੀਸਫਾਈ ਕਰਨਾ। ਗਿੱਲ ਸਾਹਿਬ SSP ਸੀ ਮੇਰੇ, ਔਰ ਉਪਾਧਿਆ ਸਾਹਿਬ ਮੇਰੇ ਜਨਰਲ ਸੀਗੇ, ਤੇ ਬੜਾ ਉਹਨਾਂ ਨੇ ਸਪੋਰਟ ਵੀ ਕੀਤਾ ਐਂਡ ਆਈ ਵਰਕ ਹਾਰਡ। ਉਹਨਾਂ ਨੂੰ ਮੈਂ ਰਿਜ਼ਲਟ ਵੀ ਦਿੱਤੇ। ਔਰ ਇੱਕ ਸਾਡੇ ਇੱਥੇ ਰਾਤ ਨੂੰ ਨਾ ਬੜਾ, ਉਦੋਂ ਵਿਜੇ ਦੇਵ ਜੀ ਐਡਵਾਈਜ਼ਰ ਸੀਗੇ, ਤੇ ਉਹ ਬੜਾ ਰਹਿੰਦੇ ਸੀਗੇ ਸਮਾਨਾ ਕ੍ਰਾਈਮ ਨਾਲ ਇੰਡੀਆ 'ਚ। ਰਾਤ ਨੂੰ ਇੱਕ ਬੰਦਾ 4 ਜਗ੍ਹਾ ਰੋਡ ਮਾਰ ਕੇ ਸਿਰ 'ਚ, ਤੇ ਰਾਤ ਨੂੰ 12 ਕੁ ਵਜੇ ਉਹਨੇ ਚੰਡੀਗੜ੍ਹ 'ਚ ਕਈ ਥਾਣਿਆਂ ਦੇ ਮਤਲਬ ਏਰੀਆ 'ਚ ਲੁੱਟ ਕਰ ਲਈ ਸੀ। ਅੱਛਾ ਜੀ। ਤੇ ਉਹ ਮੈਂ 7 ਘੰਟੇ 'ਚ ਟਰੇਸ ਕਰਕੇ ਇਹਨਾਂ ਨੂੰ ਦਿੱਤਾ ਸੀ। ਉਹ ਕੁਦਰਤੀ ਇੱਦਾਂ ਹੋਇਆ ਇੱਦਾਂ ਕਿ ਜਿਸ ਬੰਦੇ ਨੂੰ ਮੇਰੇ ਏਰੀਏ 'ਚ ਉਹਨਾਂ ਨੇ ਲੁੱਟਿਆ, 3 ਬੰਦੇ ਸੀ, ਉਹ ਬੰਦਾ ਡਰਾਈਵਰ ਸੀਗਾ ਬਾਈ ਪ੍ਰੋਫੈਸ਼ਨ, ਤੇ ਉਹ ਡਰਾਈਵਰ ਸੀਗਾ, ਉਹਦੀ ਨਜ਼ਰ ਨਾ ਸਿੱਧੀ ਉਸ ਗੱਡੀ ਦੇ ਨੰਬਰ 'ਤੇ ਗਈ, ਤੇ ਉਹ ਬੇਹੋਸ਼ ਤਾਂ ਹੋ ਗਿਆ, ਉਹਦੇ ਰੋਡ ਮਾਰੀ ਸਿਰ 'ਚ ਉਹਨਾਂ ਨੇ। ਪਰ ਜਦੋਂ ਉਹ ਹੋਸ਼ 'ਚ ਆਇਆ ਤੇ ਉਹਨੇ ਦੱਸਿਆ ਵੀ ਗੱਡੀ ਦਾ ਨੰਬਰ ਆ ਸੀਗਾ, ਤੇ ਗੱਡੀ ਦਾ ਨੰਬਰ ਉਹਦੇ ਕੋਲੋਂ 1 ਲੈਟਰ ਮਿਸ ਸੀਗਾ। ਤੇ ਅਸੀਂ ਸਾਡੇ ਬੰਦਿਆਂ ਨੇ ਜਾ ਕੇ, ਉਹ ਰੋਪੜ ਦੀ ਗੱਡੀ ਸੀਗੀ ਜੀ, 2.5 ਘੰਟੇ 'ਚ ਗੱਡੀ ਦਾ ਨੰਬਰ ਅਸੀਂ ਲੱਭ ਲਿਆ ਸਾਰੀ ਸੀਰੀਜ਼ 'ਚੋਂ ਜੀ। ਤੇ ਉਹਨਾਂ ਨੂੰ ਜਦੋਂ ਅਸੀਂ ਬੁਲਾਇਆ ਉਹਦੇ ਮਾਲਕ ਨੂੰ, ਤੇ ਉਹਨੇ ਦੱਸਿਆ ਵੀ ਡਰਾਈਵਰ ਮੇਰਾ ਉਹ ਸੀ।
ਡਰਾਈਵਰ ਨੂੰ ਚੱਕਿਆ ਤੇ ਗੱਲ ਬਣ ਗਈ। ਕਿਉਂਕਿ ਇਹ ਸਾਰੀਆਂ ਸੀਰੀਜ਼, ਬਟ ਜਦੋਂ ਤੁਸੀਂ ਇੱਕ ਚੀਜ਼ ਇਸ ਧਰਤੀ ਤੇ ਬਾਬੇ ਨਾਨਕ ਨੇ ਲਿਖੀ ਹੈ ਕਿ ਕਰਮ ਖੰਡ ਕੀ ਬਾਣੀ ਜੋਰ, ਇਸ ਧਰਤੀ ਦੇ ਉੱਤੇ ਨਾ ਇੱਕ ਚੀਜ਼ ਬਹੁਤ ਪਾਵਰਫੁਲ ਆ, ਕੰਮ 'ਚ ਤੁਹਾਡੇ ਪਾਵਰ ਆ। ਇਹ ਬੰਦੇ ਨੂੰ ਅਲੋਟ ਸ਼ਾਇਦ ਕੀਤੀ ਹੋਈ ਹੈ ਕਾਇਨਾਤ ਨੇ। ਜਿਹੜਾ ਵੀ ਕੰਮ ਤੁਸੀਂ ਆਰੰਭ ਲਓਗੇ ਨਾ ਉਹ ਹੋ ਹੀ ਜਾਣਾ, ਬਟ ਮੈਟਰ ਕਰਦਾ ਕਿ ਲਗਨ, ਮੈਟਰ ਕਰਦਾ ਵੀ ਲੱਗੇ ਰਹੋ ਪਿੱਛੇ। ਇਹ ਮੈਨੂੰ ਬਚਪਨ ਨੇ ਦਿੱਤਾ ਸੀ ਵੀ ਲੱਗੇ ਰਹੀਦਾ ਹੁੰਦਾ ਜਦੋਂ ਤੱਕ ਕੰਮ ਨਹੀਂ ਹੁੰਦਾ, ਅਤੇ ਉਸ ਪੁਆਇੰਟ ਆਫ ਡਿਸੇਬਲ ਹੋਣ ਤੋਂ ਬਾਅਦ ਵੀ ਮੈਂ ਲੱਗਾ ਰਿਹਾ। ਬੜੇ ਵਧੀਆ ਵਧੀਆ ਕੰਮ ਕੀਤੇ ਨੇ। ਇੱਕ ਹੋਰ ਦੱਸੋ ਨਵਨਲਾਲ ਜੀ, ਤੁਸੀਂ ਆਪਣੀ ਸਮਰੱਥਾ ਨਾਲੋਂ ਆਪਾਂ ਕਹਿ ਲਈਏ ਨਾ ਵੱਧ ਕੰਮ ਕਰ ਰਹੇ ਹੋ, ਤੁਹਾਨੂੰ ਕੋਈ ਜਿਹੜੀ ਜ਼ਿੰਦਗੀ ਆ, ਜਿਹੜੀ ਆਹ ਆਪਾਂ ਥੋੜ੍ਹੀ ਨੌਕਰੀ ਕਹਿ ਲਈਏ, ਇਹਦੇ ਵਿੱਚ ਕੋਈ ਖੱਟਾ ਮਿੱਠਾ ਤਜਰਬਾ ਜਾਂ ਤੁਹਾਨੂੰ ਕਦੇ ਮਨ 'ਚ ਇੱਦਾਂ ਵੀ ਆਇਆ ਵੀ ਮੈਂ ਇੰਨੀ ਜ਼ਿਆਦਾ ਮਿਹਨਤ ਕਰ ਰਿਹਾ ਪਰ ਮੇਰਾ ਮੁੱਲ ਨਹੀਂ ਪਿਆ, ਜਾਂ ਤੁਹਾਡੇ ਕੋਈ ਇੱਦਾਂ ਤੁਹਾਡਾ ਕੋਈ ਤਜਰਬਾ ਤੁਹਾਡਾ ਵੀ ਹੈ ਕੋਈ? ਇਹ ਤਜਰਬੇ ਤਾਂ ਹਰ ਤਰ੍ਹਾਂ ਦੇ ਹੁੰਦੇ ਬਣਿਆ ਸਭ ਤਰ੍ਹਾਂ। ਤਜਰਬਿਆਂ ਵਾਲੀ ਗੱਲ ਜੇ ਤੁਸੀਂ ਕਰਦੇ ਹੋ ਨਾ ਤਾਂ ਖੱਟਾ ਮਿੱਠੇ ਤੋਂ ਬਿਨਾਂ ਜ਼ਿੰਦਗੀ ਚੱਲਦੀ ਨਹੀਂ। ਪ੍ਰੋਬਲਮ ਜਿਹੜੀਆਂ ਹੁੰਦੀਆਂ, ਮੈਂ ਤਾਂ ਉਹਨੂੰ ਪ੍ਰੋਬਲਮ ਦਾ ਨਾਂ ਵੀ ਓਪਰਚੁਨਿਟੀ ਰੱਖਿਆ ਹੋਇਆ ਕਿ ਇਟ ਵਿਲ ਪ੍ਰੋਵਾਈਡ ਯੂ ਐਨ ਅਦਰ ਪਲੇਟਫਾਰਮ ਇਫ ਯੂ ਵਿਲ ਵਰਕ ਔਨ ਇਟ। ਐਵਰੀ ਪ੍ਰੋਬਲਮ, ਮੈਂ ਇਹ ਤੁਹਾਨੂੰ ਗੱਲ ਦੱਸਦਾ ਕਿ ਮੈਂ ਨਾ ਇੱਕ ਵਾਰੀ BA ਫਸਟ ਈਅਰ ਜਾਂ ਸੈਕੰਡ ਈਅਰ ਚਿੱਠੀ ਲਿਖ ਬੈਠਾ ਆਪਣੇ ਬ੍ਰਦਰ ਨੂੰ। ਅੱਛਾ ਜੀ। ਉਹਨੂੰ ਮੈਂ ਇਹ ਕਿ ਲਿਖ ਬੈਠਾ ਕਿ ਮੈਨੂੰ ਸਕੂਟਰ ਲੈ ਕੇ ਦੇ, ਪਿੰਡ ਵਾਲੇ ਮੁੰਡਿਆਂ ਤੋਂ ਇੱਕ ਦੋ ਤੋਂ ਸਕੂਟਰ ਹੋ ਗਿਆ ਸੀ ਉਦੋਂ, ਬਜਾਜ ਚਿੱਤਕ ਸਕੂਟਰ ਬੜਾ ਮਸ਼ਹੂਰ ਸੀ। ਅਤੇ ਉਹਨੇ ਮੈਂ ਚਿੱਠੀ ਲਿਖ ਦਿੱਤੀ। ਉਹ ਹੁਣ ਸਾਰੇ ਪਰਿਵਾਰ ਨੂੰ ਥੋੜ੍ਹੀ ਸਪੋਰਟ ਕਰਦਾ ਸੀ, ਨਵਾਂ ਨੌਕਰੀ ਲੱਗਿਆ ਸੀ ਬ੍ਰਦਰ ਮੇਰਾ ਵੱਡਾ, ਅਤੇ ਮੈਂ ਬੜੇ ਗੁੱਸੇ 'ਚ ਚਿੱਠੀ ਲਿਖੀ। ਉਹਨੇ ਮੈਨੂੰ ਇੱਕ ਗੱਲ ਲਿਖੀ, ਉਹ ਚਿੱਠੀ ਸ਼ਾਇਦ ਮੈਨੂੰ ਅੱਜ ਵੀ ਕਿਤੇ ਮਿਲ ਜਾਏ। ਉਹਨੇ ਮੈਨੂੰ ਇੱਕ ਡਾਇਲੋਗ ਲਿਖਿਆ ਆਪਣੀ ਚਿੱਠੀ, ਜਦੋਂ ਚਿੱਠੀਆਂ ਨੀਲੇ ਜਿਹੇ ਲਿਫਾਫੇ ਹੁੰਦੇ ਸੀਗੇ ਅਤੇ ਉਹਨਾਂ 'ਤੇ ਲਿਖਦੇ ਹੁੰਦੇ ਸੀ ਇਨਲੈਂਡ ਲੈਟਰ, ਬਿਲਕੁਲ, ਯੂ ਆਰ ਗ੍ਰੇਟ। ਅਤੇ ਉਹਨੇ ਲਿਖਿਆ ਕਿ ਦੀਜ਼ ਪ੍ਰੋਬਲਮਸ ਆਰ ਕਵਰਡ ਬਾਈ ਨੇਚਰ। ਇਹ ਡਰਪੋਕ ਹੁੰਦੀਆਂ ਨੇਚਰ ਤੋਂ। ਯੂ ਪੁੱਟ ਯੂਰ ਸੈਲਫ ਇਨਟੂ ਦਾ ਪ੍ਰੋਬਲਮ, ਇਟ ਵਿਲ ਆਟੋਮੈਟਿਕਲੀ ਗਿਵ ਯੂ ਦਾ ਵੇ। ਉਹਨੇ, ਮੈਂ ਵੀ ਅੰਗਰੇਜ਼ੀ 'ਚ ਲਿਖਦਾ ਹੁੰਦਾ ਚਿੱਠੀ, ਕਿਉਂਕਿ ਉਹ ਤੋਂ ਸਿੱਖੇ ਸੀ, ਅੰਗਰੇਜ਼ ਸੀਗਾ ਉਹ ਅੰਗਰੇਜ਼ੀ ਦੀ MA ਕੀਤੀ ਸੀ ਉਹਨੇ ਪ੍ਰੈਪ ਤੋਂ ਹੀ ਮੀਡੀਅਮ ਆਪਣਾ ਇੰਗਲਿਸ਼ ਕਰ ਲਿਆ ਸੀ। ਅਤੇ ਉਹਨੇ ਵੀ ਅੰਗਰੇਜ਼ੀ, ਉਹਨੇ ਮੇਰੇ ਤੋਂ ਵਧੀਆ ਅੰਗਰੇਜ਼ੀ ਲਿਖੀ। ਅਤੇ ਮੈਂ ਉਸ ਗੱਲ ਨੂੰ ਅੱਜ ਵੀ ਇਹ ਮੰਨਦਾ ਕਿ ਖੱਟੀਆਂ ਮਿੱਠੀਆਂ ਇਹ ਪ੍ਰੋਬਲਮਾਂ ਤਾਂ ਆਉਣੀਆਂ, ਬਟ ਜਿੱਥੋਂ ਤੱਕ ਰਿਵੋਰਡ ਦੀ ਗੱਲ ਹੈ ਨਾ, ਮੈਂ ਜਦੋਂ ਦਾ ਇਹ ਡਿਸੇਬਲ ਹੋਇਆ ਉਸ ਤੋਂ ਬਾਅਦ ਮੈਂ ਪਿੰਡਾਂ 'ਚ ਕੰਮ ਕਰਦਾ, ਅਤੇ ਪਿੰਡਾਂ 'ਚ ਕੰਮ ਕਰਨ ਦੇ ਇੱਕ ਚੀਜ਼ ਮੈਂ ਸਿੱਖੀ, ਮੇਰੇ ਭਰਾ ਨੇ ਮੈਨੂੰ ਸਿਖਾਈ ਇਹ, ਕਿ ਰਿਵੋਰਡ ਜਿਹੜੇ ਆ ਨਾ ਸਾਡੇ ਹਿੰਦੁਸਤਾਨ 'ਚ, ਔਰ ਮੈਂ ਮੰਨਦਾ ਵੀ ਇਸ ਗੱਲ ਨੂੰ, ਕਿ ਇਹ ਥੋੜ੍ਹਾ ਜਿਹਾ ਨਾ ਜੁਗਾੜ ਕਰਨਾ ਪੈਂਦਾ। ਲੋਕ ਜੁਗਾੜ ਕਰਕੇ ਇਨਾਮ ਨੂੰ ਲੈਂਦੇ ਆ, ਐਪਰੀਸ਼ੀਏਸ਼ਨ ਮੰਗਣੀ ਪੈਂਦੀ ਹੈ ਇੱਥੇ, ਔਰ ਹੈ ਵੀ ਕਿਸੇ ਵੀ ਸਿਸਟਮ 'ਚ। ਜਿਹੜੇ ਬੰਦੇ ਨੂੰ ਵੀ ਰਿਵਾਰਡ ਮਿਲਦਾ ਨਾ, ਪਹਿਲਾਂ ਉਹ ਤਾਂ ਆਪਣੇ ਰਿਵਾਰਡ ਲੈ ਕੇ ਪਿੱਛੇ ਘੁੰਮਦਾ ਹੈ। ਜੋ ਤੁਸੀਂ ਜੁਗਾੜ ਸ਼ਬਦ ਵਰਤਿਆ ਚ ਬਹੁਤ ਕੁਝ ਕਵਰ ਹੈ। ਅਤੇ ਉਹ ਮੈਂ ਨਹੀਂ ਚਾਹੁੰਦਾ ਕਿ ਮੈਂ ਕਈ ਵਾਰੀ ਕਹਿੰਦਾ ਵੀ ਹੁੰਦਾ ਮਨ 'ਚ ਆਪਣੇ ਆਪ ਨੂੰ ਜਦੋਂ ਪੜ੍ਹਦਾ, ਆਪਣੇ ਮਨ ਨੂੰ, ਬਾਬੇ ਨਾਨਕ ਦੀਆਂ ਗੱਲਾਂ ਨੂੰ ਜਦੋਂ ਪੜ੍ਹੀਦਾ, ਕਿ ਇਹ ਜਿਹੜਾ ਰਿਵਾਰਡ ਆ ਨਾ ਆਪਣਾ ਸਕੂਨ ਹੀ ਰਿਵਾਰਡ ਆ। ਅਤੇ ਮੈਂ ਨਹੀਂ ਮੰਗਦਾ ਹੀ ਨਹੀਂ, ਔਰ ਨਾ ਮੈਨੂੰ ਇੱਦਾਂ ਦੀ ਆਦਤ ਰੱਬ ਪਾਵੇ। ਇਹ ਕਾਇਨਾਤ ਤੁਹਾਡੇ ਵਰਗੀਆਂ ਰੂਹਾਂ ਆਲੇ ਦੁਆਲੇ ਰੱਬ ਦਾ ਰੂਪ ਨੇ, ਨਾ ਹੀ ਮੈਨੂੰ ਇੱਦਾਂ ਦੀ ਕੋਈ ਲਾਲਸਾ ਲੱਗੇ। ਪਰ ਹੁੰਦਾ ਕਦੇ ਬੰਦਾ ਮਹਿਸੂਸ ਕਰਦਾ ਹੈ, ਕਦੇ ਨਹੀਂ ਮਹਿਸੂਸ ਕਰਦਾ, ਕਦੇ ਕੰਫਰਟੇਬਲ ਮਹਿਸੂਸ ਕਰਦਾ, ਕਦੇ ਬੰਦਾ ਬਹੁਤ ਆਪਣੇ ਆਪ ਨੂੰ ਮੈਂ ਇੱਕ ਮੇਰੇ ਲਈ ਵੱਡਾ ਰਿਵਾਰਡ ਸੀਗਾ ਜਦੋਂ ਮੈਨੂੰ SHO ਲਾਤਾ ਸਰਕਾਰ ਨੇ, ਕਿਉਂਕਿ ਇਦੋਂ ਵੱਡਾ ਰਿਵਾਰਡ ਕੀ ਹੋ ਸਕਦਾ ਕਿ ਮੇਰੇ 'ਤੇ ਵਿਸ਼ਵਾਸ ਕਰ ਲਿਆ। ਯਾਰ ਦੋ ਬੰਦੇ ਦੋਨੇ ਲੱਤਾਂ ਹੈ ਨਹੀਂ, ਉਹ 3 ਸਾਲ SHO ਰਹਿ ਗਿਆ, 2.5 ਸਾਲ। ਸਰ ਮੈਨੂੰ ਇਹ ਦੱਸਿਓ, ਤੁਸੀਂ ਇੱਕ ਹੁਣੇ ਸ਼ਬਦ ਵਰਤਿਆ ਕਿ ਜਦੋਂ ਮੈਂ ਪਿੰਡਾਂ 'ਚ ਜਾਂਦਾ ਜੀ, ਪਿੰਡਾਂ 'ਚ ਜਾਂਦੇ ਦਾ ਮਤਲਬ ਕਿ ਕਿਉਂਕਿ ਤੁਹਾਡੀ ਜਿਹੜੀ ਡਿਊਟੀ ਉਹ ਤਾਂ ਪਿੰਡਾਂ ਜਾਣ ਦੀ ਨਹੀਂ ਹੈਗੀ ਜੀ, ਤੁਸੀਂ ਕੋਈ ਜੀ ਇਹ ਮੈਂ ਤੁਹਾਨੂੰ ਜਸਟ ਸ਼ਾਇਦ ਆਪਣੀ ਵਿੱਚ ਗੱਲ ਨਹੀਂ ਚੱਲੀ, ਉਸ ਕਰਕੇ ਨਹੀਂ ਦੱਸ ਗਿਆ। ਜਦੋਂ ਮੈਂ ਡਿਸੇਬਲ ਹੋਇਆ ਅਤੇ ਇੱਥੇ ਆਇਆ, ਬ੍ਰਦਰ ਮੇਰਾ ਫਿਰ ਛੁੱਟੀ ਲੈ ਕੇ 6 ਮਹੀਨੇ ਦੀ ਆ ਗਏ, ਕਿਉਂਕਿ ਮੈਨੂੰ ਪਹਿਲਾਂ ਵੀ ਉਹਨਾਂ ਨੇ ਬਚਪਨ 'ਚ ਵੀ ਮੈਂ ਉਹਨੂੰ ਐਜ਼ ਏ ਆਈਡੀਅਲ ਦੇਖਿਆ, ਫਾਦਰ ਦੀ ਤਰ੍ਹਾਂ। ਬਚਪਨ 'ਚ ਫਾਦਰ ਦੀ ਡੈਥ ਹੋ ਗਈ ਅਤੇ ਉਹ ਮੈਨੂੰ ਖੜ੍ਹਾ ਕਰਨ ਲਈ, ਮੈਂ ਬੜਾ ਫਰਸਟ੍ਰੇਟਡ ਸੀਗਾ, ਉਹਨੇ ਖੜ੍ਹਾ ਕਰਨ ਲਈ ਮੈਨੂੰ ਬਹੁਤ ਹਿੰਮਤ, ਉਹਨੇ ਲੈ ਜਾਣਾ ਗਰਾਊਂਡ 'ਚ, ਮੈਨੂੰ ਕਹਿਣਾ ਐਂ ਕਰ, ਮੈਂ ਇੱਦਾਂ ਦੀਆਂ ਗੱਲਾਂ। ਉਹ ਤੋਂ ਮੈਂ ਬੜਾ ਗੁੱਸਾ ਵੀ ਆਉਂਦਾ ਸੀ ਮੈਨੂੰ, ਐਵੇਂ ਕਿਉਂ, ਤਾਂ ਕਰ ਹੁਣ ਜ਼ਿੰਦਗੀ ਤਾਂ ਬਚੀ ਨਹੀਂ। ਪਰ ਉਸ ਬੰਦੇ ਨੇ ਇੱਕ ਆਈਡੀਆ ਦਿੱਤਾ ਸੀ ਵੀ ਰਾਮਦਿਆਲ, ਇਹ ਤੂੰ ਅਪਾਹਜ ਹੋ ਗਿਆ, ਅਪਾਹਜ ਬੰਦੇ ਨੂੰ ਨਾ ਇੱਕ ਕੰਮ ਕਰਨਾ ਚਾਹੀਦਾ ਕਿ ਉਹਨੂੰ ਨਾ ਜ਼ਿੰਦਗੀ ਦੇ ਵਿੱਚ ਹੈਲਪ ਦੀ ਤਾਂ ਲੋੜ ਪੈਣੀ ਆ, ਪਰ ਇੱਕ ਕੰਮ ਜੇ ਉਹ ਕਰੇ ਕਿ ਦੂਸਰਿਆਂ ਦੀ ਹੈਲਪ ਕਰਨ ਲੱਗ ਜਾਏ। ਜੇ ਅਪਾਹਜ ਬੰਦਾ, ਕੋਈ ਵੀ ਡਿਮੋਰਲਾਈਜ਼ ਫਰਸਟ੍ਰੇਟਡ ਬੰਦਾ ਇਹ ਸਮਝਦਾ ਕਿ ਮੈਂ ਹੀਣ ਆ, ਅਤੇ ਉਹਨੂੰ ਹੀਣਤਾ ਨੂੰ ਮਤਲਬ ਕਿ ਭਜਾਉਣ ਲਈ ਇਹ ਸੋਚ ਲਵੇ, ਉਹਨੇ ਇਹ ਆਈਡੀਆ ਦਿੱਤਾ ਮੈਨੂੰ ਕਿ ਦੂਸਰਿਆਂ ਲਈ ਜੀ, ਹੁਣ ਤੋਂ ਦੂਸਰਿਆਂ ਦੀ ਮਦਦ ਕਰ।
ਫਿਰ ਦੇਖੀ ਤੇਰੀ ਮਦਦ ਤੇਰਾ ਵਿੱਚ ਹੀ ਰੁਲ ਜਾਣਾ। ਫਿਰ ਉਦੋਂ ਇਹ ਆਈਡੀਏ ਤੋਂ ਇਹ ਨਿਕਲਿਆ। ਅਸੀਂ ਪਿੰਡ ਗਏ, ਜਦੋਂ ਅਸੀਂ ਤਿੰਨੇ ਨੌਕਰੀ ਲੱਗ ਗਏ ਸੀ ਤਾਂ ਸਾਡੀ ਮਾਂ ਬੇਬੇ, ਸਾਡੀ ਮਦਰ ਜਿਹੜੀ ਬੀਬੀ, ਅਸੀਂ ਤਾਂ ਕਹਿੰਦੇ ਸੀ ਉਹਨਾਂ ਦਿਨਾਂ 'ਚ ਸਾਰੇ ਬੀਬੀ ਪਾਪਾ ਅਤੇ ਕਹਿੰਦੇ ਹੁੰਦੇ ਸੀ। ਬੀਬੀ ਸਾਡੀ ਨੇ ਇੱਕ ਸ਼ੁਰੂ ਕੀਤਾ ਸੀ, ਜਿੰਨੇ ਕਿ ਵੱਡੇ ਬਦਰ ਪੈਸੇ ਭੇਜਦੇ ਸੀ ਉਹਨੂੰ, ਜਾਂ ਹੋਰ ਉਹ ਨਾ ਹੁਸ਼ਿਆਰ ਬੱਚਿਆਂ ਨੂੰ ਕਾਪੀਆਂ ਲੈ ਦਿੰਦੀ ਸੀ, ਕਿਸੇ ਨੂੰ ਪੈਨਸਲਾਂ ਲੈ ਦੇਣੀਆਂ ਪ੍ਰਾਇਮਰੀ ਸਕੂਲੇ ਜਾ ਕੇ ਪਿੰਡ 'ਚ। ਅਤੇ ਉਹਨੇ ਉਹ ਰਿਵਾਜ਼ ਜਿਹਾ ਬੀਬੀ ਨੇ ਪਾਇਆ ਸੀਗਾ। ਬੀਬੀ ਸਾਡੀ ਚੱਲਦੀ ਵਸੀ। ਮੇਰੇ ਐਕਸੀਡੈਂਟ ਤੋਂ ਬਾਅਦ ਉਹਨੂੰ ਡਬਲ ਹਾਰਟ ਅਟੈਕ ਹੋ ਗਿਆ ਅਤੇ ਬੀਬੀ ਦਾ ਜਿਹੜਾ ਕੰਮ ਸੀਗਾ ਫਿਰ ਅਸੀਂ ਉਹ ਸ਼ੁਰੂ ਕੀਤਾ। ਉਸੇ ਸਕੂਲ 'ਚ ਗਏ ਜਿੱਥੇ ਅਸੀਂ ਪੜ੍ਹੇ, ਪਿੰਡ ਹੁਕਣਾ। ਉੱਥੇ ਦੇਖਿਆ ਕਿ ਕਈ ਬੱਚਿਆਂ ਦੇ ਪੈਰੀਂ ਚੱਪਲਾਂ ਜਾਂ ਨੰਗੇ ਪੈਰੀ ਸੀਗੇ। ਅਸੀਂ ਫਿਰ ਕੀ ਕੀਤਾ ਕਿ 20,000 ਰੁਪਈਆ, ਉਹਨਾਂ ਦਿਨਾਂ ਦੀ ਗੱਲ ਹੈ 2001 ਦੀ, 20,000 ਰੁਪਏ ਦਾ ਅਸੀਂ ਚੱਪਲਾਂ ਕਾਪੀਆਂ ਕੂਪੀਆਂ ਲਈਆਂ ਅਤੇ ਅਸੀਂ 4 ਪਿੰਡਾਂ 'ਚ ਪਹਿਲੀ ਵਾਰੀ ਅਸੀਂ ਇਹ ਜਿਹੜਾ ਬੱਚਾ ਖੜਾ ਕੀਤਾ ਹੋਇਆ, ਤੇਰੇ ਚੱਪਲ, ਚੱਲ ਵੀ ਚੱਪਲ ਪਾ, ਚੱਲ ਵੀ ਆਹ ਲੈ ਫੜ ਕਾਪੀ, ਆਹ ਲੈ ਫੜ, ਉਹ ਕੰਮ 'ਚ ਕਿਦੋਂ ਉਹ ਵੱਧਦਾ ਸਾਡਾ 7 ਤਰ੍ਹਾਂ ਦੇ ਹੁਣ ਅਸੀਂ ਕੰਮ ਕਰਨ ਲੱਗ ਗਏ। ਪਰ ਇਹ ਨਿਕਲਿਆ ਇੱਥੋਂ ਹੀ ਆ, ਇੱਕ ਮੋਟੀਵੇਸ਼ਨ 'ਚੋਂ। ਮੇਰੇ ਭਰਾ ਨੇ ਜਿਹੜਾ ਗੱਲ ਕਹੀ ਕਿ ਦੂਸਰਿਆਂ ਲਈ ਜੀਦਾ ਹੁੰਦਾ, ਉਹਦਾ ਨਾਂ ਫਿਰ ਅਸੀਂ 2005 ਦੇ ਵਿੱਚ ਮਿਸ਼ਨ ਅਵੇਅਰਨੈਸ ਰੱਖਿਆ। ਉਹ ਮੈਂ ਰੱਖਿਆ, ਉਹਦਾ ਨਾਂ, ਕੰਮ ਨੂੰ ਇੱਕ ਨਾਂ ਦੇ ਦਿੱਤਾ। ਉਹਦਾ ਨਾਮ ਮਿਸ਼ਨ ਅਵੇਅਰਨੈਸ ਇਸ ਕਰਕੇ ਰੱਖਿਆ, ਉਹ ਮੇਰੇ ਥੋਟ ਸੀਗਾ ਜਾਂ ਅੰਦਰ ਮੇਰੇ ਗੱਲ ਚੱਲੀ। ਮੈਂ ਪਹਿਲਾਂ ਵੀ ਥੋੜ੍ਹਾ ਜਿਹਾ ਕਰਦਾ ਸੀਗਾ, ਬਾਬੇ ਦੀਆਂ ਗੱਲਾਂ ਪੜ੍ਹਦਾ ਸੀ, ਬਾਬਾ ਨਾਨਕ ਦੀਆਂ ਜਿਹੜੀਆਂ ਉਹਨੇ ਰਚੀਆਂ, ਜਿਹੜੀਆਂ ਉਹਨੇ ਲਿਖੀਆਂ। ਉਹਦੇ ਵਿੱਚੋਂ ਜਦੋਂ ਪੜ੍ਹਦੇ ਤੁਸੀਂ ਯਾਦ ਹੋ ਜਾਂਦੀ ਨਾ ਗੱਲਾਂ, ਇਹ ਬਾਣੀ ਜਾਂ ਆਪਾਂ ਕਹਿ ਲਓ ਯਾਦ ਆਉਂਦਾ, ਤੁਸੀਂ ਗਾਉਂਦੇ ਹੋ ਨਾ, ਫਿਰ ਅੰਦਰ ਭਾਵ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਆ। ਉਸ ਦੇ ਵਿੱਚੋਂ ਜਦੋਂ ਨਿਕਲੀ ਤਾਂ ਮੈਨੂੰ ਇੱਦਾਂ ਲੱਗਿਆ ਵੀ ਅਵੇਅਰਨੈਸ ਦੀ ਬਹੁਤ ਜ਼ਿਆਦਾ ਇੱਕ ਮਹੱਤਤਾ ਆ। ਗਿਆਨ ਕਹਿ ਲਓ, ਉਹਨੂੰ ਗਿਆਨ ਕਹਿ ਕੇ ਔਖਾ ਸ਼ਬਦ ਹੋ ਜਾਂਦਾ, ਪਰ ਅਵੇਅਰਨੈਸ ਜਾਂ ਆਪਣੇ ਆਪ ਨੂੰ ਜਾਣਨ ਦੀ ਜਿਹੜੀ ਗੱਲ ਆ ਨਾ, ਆਪਣੇ ਮਾਈਂਡ ਐਂਡ ਬੋਡੀ, ਇਹਦਾ ਜਿਹੜਾ ਸਿਸਟਮ ਆ, ਮਾਈਂਡ ਇਜ਼ ਮੋਰ ਪਾਵਰਫੁਲ। ਉਹਨੂੰ ਵਿੱਚ ਕੀ ਹੁੰਦਾ, ਕਿੱਦਾਂ ਦੀਆਂ ਉਹਦੀਆਂ ਆਦਤਾਂ ਹੁੰਦੀਆਂ ਮਾਈਂਡ ਦੀਆਂ, ਉਹਦੇ ਵਿੱਚ ਥੱਲੇ ਜਾਂਦੇ ਆ। ਉਦੋਂ ਵੀ ਥੱਲੇ ਮਾਈਂਡ ਨੂੰ ਜਦੋਂ ਪੜ੍ਹਦੇ ਆ ਅਤੇ ਭਾਵ ਬਣਦਾ, ਫਿਰ ਬੰਦਾ ਬੋਲਦਾ। ਉਸ ਤੋਂ ਬਾਅਦ ਪਹਿਲਾਂ ਭਾਵ ਉੱਗਦਾ ਉਹਦੇ ਮਨ 'ਚ। ਮਨ ਦੇ ਵਿੱਚ ਅੰਬ ਕੇਲੇ ਸੇਬ ਨਹੀਂ ਲੱਗਦੇ, ਇਹਦੇ ਵਿੱਚ ਭਾਵ ਉੱਗਦੇ ਆ, ਵਿਰਾਗ ਦਾ, ਦਇਆ ਦਾ, ਗੁੱਸੇ ਦਾ, ਇਹਨੂੰ ਹੰਕਾਰ ਦਾ ਵੀ ਕਹਿ ਸਕਦੇ ਹਾਂ। ਅਤੇ ਇਹ ਭਾਵ ਜਿਹੜਾ ਉੱਗਦਾ ਨਾ, ਜਦੋਂ ਉਹ ਬਾਣੀ ਅੱਗੇ ਲਿਜਾਂਦੀ ਆ ਮਨ ਦੇ ਵਿੱਚ, ਜਦੋਂ ਤੁਹਾਨੂੰ ਪੜਚੋਲ ਕਰਨ ਲਈ ਕਹਿੰਦੀ, ਸੈਲਫ ਇੰਟਰਸਪੈਕਸ਼ਨ ਕਰਦੀ, ਜਿਹੜਾ ਆਤਮ ਅਧਿਐਨ ਆ, ਅਧਿਆਤਮ ਇਹਨੂੰ ਨਾਂ ਗਲਤ ਦੇ ਦਿੱਤਾ, ਆਤਮ ਅਧਿਐਨ ਕਰਦੇ ਜਾਂਦੇ ਆ। ਅਤੇ ਉਹ ਚੀਜ਼ ਜਦੋਂ ਨਿਕਲੀ ਅਤੇ ਇਹ ਮੈਂ ਸੋਚਿਆ ਕਿ ਯਾਰ ਮੈਨੂੰ ਤਾਂ ਬਹੁਤ ਅਵੇਅਰਨੈਸ ਦੀ ਲੋੜ ਆ। ਮੈਨੂੰ ਸਰ ਅਵੇਅਰਨੈਸ ਮਿਸ਼ਨ ਇਹਦਾ ਨਾਂ ਰੱਖਿਆ। ਜਿਹੜਾ ਤੁਹਾਡੇ ਆ, ਤੁਸੀਂ ਹੁਣੇ 7 ਤਰ੍ਹਾਂ ਦੇ ਕੰਮ ਕਹੇ ਆ, ਉਹ ਮੇਰੀ ਥੋੜ੍ਹੀ ਉਤਸੁਕਤਾ ਜ਼ਿਆਦਾ ਵੱਧ ਗਈ ਜੀ। ਥੋੜ੍ਹਾ ਦੱਸਿਓ ਵੀ ਇਹਦਾ, ਕਿਉਂਕਿ ਜੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਟੋਕਦਾ, ਜਦੋਂ ਬੰਦਾ ਡਿਸੇਬਲਡ ਆਪਾਂ ਸ਼ਬਦ ਚਲੋ ਵਰਤਣਾ ਪੈ ਰਿਹਾ ਹੋ ਜਾਂਦਾ, ਤਾਂ ਉਹ ਬੰਦਾ ਦੂਜਿਆਂ 'ਤੇ ਮੁਥਾਜ ਹੋ ਜਾਂਦਾ, ਦੂਜਿਆਂ 'ਤੇ ਨਿਰਭਰ ਹੋਣ ਲੱਗ ਪੈਂਦਾ। ਪਰ ਸਰ ਤੁਸੀਂ ਤਾਂ ਲੋਕਾਂ ਦਾ ਸਹਾਰਾ, ਲੋਕਾਂ ਦੀ ਢੋਈ ਬਣ ਚੁੱਕੇ ਹੋ। ਇਸ ਕਰਕੇ ਮੇਰਾ ਦਿਲ ਜਿਹੜਾ ਉਹ ਵਧੇਰੇ ਜਾਣਨ ਲਈ ਕਰਦਾ ਕਿ 7 ਤਰ੍ਹਾਂ ਦੇ ਕੰਮ ਤੁਸੀਂ ਕੀ ਕਰਦੇ ਹੋ। ਅਸੀਂ ਜੀ ਪਹਿਲਾਂ ਤਾਂ ਪਿੰਡ 'ਚ ਇਹੀ ਤੁਹਾਨੂੰ ਦੱਸਿਆ, ਮੈਂ ਕੰਮ ਕੀਤਾ ਬੱਚਿਆਂ ਨੂੰ। ਉਸ ਤੋਂ ਬਾਅਦ ਅਸੀਂ ਕੀ ਕੀਤਾ ਵੀ ਯਾਰ ਹੈਗਾ ਆਪਣੇ ਕੋਲ ਸਮਰੱਥਾ, ਆਪਣੀ ਮਿੱਤਰ ਥੋੜ੍ਹੇ ਜਿਹੇ ਨਾਲ ਹੋਏ ਅਤੇ ਇਹਨਾਂ ਦੀਆਂ ਜੇਬਾਂ ਖਾਲੀ ਕਰਨੀਆਂ ਮੈਂ ਸ਼ੁਰੂ ਕੀਤੀਆਂ, ਬ੍ਰਦਰਾਂ ਹੋਣਾ ਦੀਆਂ। ਅਤੇ ਉਹ ਜੋ ਪੈਸੇ ਪੂਏ ਇਕੱਠੇ ਕਰਕੇ ਅਤੇ ਮੈਂ 6-7 ਸਕੂਲ ਬੁਲਾਏ। 6-7 ਸਕੂਲ ਆਪਣੇ ਏਰੀਏ ਦੇ ਬੁਲਾ ਕੇ ਉਹਨਾਂ 'ਚ ਦੇਖਿਆ ਵੀ ਕਿਹਨਾਂ ਕੋਲੇ ਵਰਦੀਆਂ ਹੈ ਨਹੀਂ, ਕਿਹਨਾਂ ਕੋਲੇ ਕਾਪੀਆਂ ਹੈ ਨਹੀਂ, ਕਿਹਨਾਂ ਕੋਲੇ ਪੈਨ ਪੈਨਸਲਾਂ ਹੈ ਨਹੀਂ। ਫਿਰ ਮੈਂ ਸੋਚਿਆ ਵੀ ਜਿਹੜੀਆਂ ਪੈਨਸਲਾਂ, ਜਿਹੜੇ ਪੈਨ, ਜਿਹੜੀਆਂ ਕਿਤਾਬਾਂ ਜਾਂ ਕਾਪੀਆਂ ਮੇਰੇ ਨਿਆਣੇ ਵਰਤਦੇ ਆ ਨਾ, ਉਹੀ ਉੱਥੇ ਦੇਣੀਆਂ। ਉਹ ਫਿਰ ਲੈ ਕੇ ਸੱਤਾਂ। ਫਿਰ ਅਸੀਂ ਨਾਲ ਥੋੜ੍ਹਾ ਜਿਹਾ ਪਿੰਡ ਵਾਲੇ ਟੂਰਨਾਮੈਂਟ ਕਰਾਉਣ ਲੱਗ ਗਏ, ਟੂਰਨਾਮੈਂਟ ਵੀ ਨਾਲ ਜੋੜ ਲਿਆ। ਉਹ ਫਿਰ ਪਿੰਡ ਵਾਲਿਆਂ ਦੀ ਬਾਅਦ ਲੜਾਈ ਹੋਈ। 2005 ਤੋਂ ਬਾਅਦ ਇਹਦੇ ਵਿੱਚੋਂ ਪ੍ਰੋਗਰਾਮ ਨਿਕਲਣੇ ਸ਼ੁਰੂ ਹੋਏ। ਸਾਡੇ ਕੋਲ ਮੇਰੇ ਬ੍ਰਦਰ ਨਵੋਦਿਆ 'ਚ ਕੰਮ ਕਰਦੇ ਆ, ਅਸਿਸਟੈਂਟ ਕਮਿਸ਼ਨਰ ਨੇ ਨਵੋਦਿਆ ਦੇ, ਅਤੇ ਉਹਨਾਂ ਨੇ ਕਿਹਾ ਯਾਰ ਤੁਸੀਂ ਕਰਦੇ ਤਾਂ ਹੈਗੇ ਹੀ ਹੋ, ਤੁਸੀਂ ਨਵੋਦਿਆ ਦੇ ਬੱਚੇ ਪੜ੍ਹਾਓ। ਫਿਰ ਪਿੰਡਾਂ ਦੇ ਉਹ ਲੋਕ ਨਵੋਦਿਆ 'ਚ ਜਾ ਰਹੇ ਆ ਜਿਨ੍ਹਾਂ ਕੋਲੇ ਪੈਸੇ ਆ, ਜਿਹੜੇ ਤਿਆਰੀ ਕਰ ਲੈਂਦੇ ਆ, ਕਿਤਾਬ ਖਰੀਦ ਲੈਂਦੇ ਆ, ਕੋਚਿੰਗ ਲੈ ਲੈਂਦੇ ਆ, ਉਹ ਪੜ੍ਹਨ ਜਾਂਦੇ। ਫਿਰ ਸਕੀਮ ਤਾਂ ਇਹ ਗਰੀਬਾਂ ਲਈ ਸੀਗੀ। ਫਿਰ ਅਸੀਂ ਕੀ ਕੀਤਾ ਕਿ ਆਪਣੇ ਘਰ ਦੇ ਵਿੱਚ ਹੁੱਕੜਾਂ 'ਚ ਇੱਕ ਸੈਂਟਰ ਖੋਲ੍ਹਿਆ 2005 'ਚ। ਉੱਥੇ ਅਸੀਂ ਆਲੇ ਦੁਆਲੇ 12 ਪਿੰਡਾਂ ਦੇ ਬੱਚੇ ਇਕੱਠੇ ਕਰਕੇ ਅਤੇ ਉਹਨਾਂ ਨੂੰ ਕਿਤਾਬ ਲੈ ਦਿੱਤੀ। MBD ਵਾਲੇ ਕਿਤਾਬ ਛਾਪਦੇ ਆ, ਨਵੋਦਿਆ ਦੀ ਗਾਈਡ ਕੋਚ। ਫਿਰ ਉਹਨਾਂ ਨੂੰ ਕਾਪੀਆਂ, ਪੈਨ ਪੈਨਸਲਾਂ ਦਿੱਤੀਆਂ ਅਤੇ ਉਹ 'ਚੋਂ 7 ਬੱਚੇ ਸਾਡੇ ਪਾਸ ਹੋ ਗਏ। ਇੱਦਾਂ ਦੇ ਬੱਚੇ ਪਾਸ ਹੋਏ ਜਿਨ੍ਹਾਂ ਦਾ ਘਰ ਵੀ ਨਹੀਂ ਸੀਗਾ। ਅੱਛਾ ਜੀ। ਮਤਲਬ ਪ੍ਰਵਾਸੀ ਪੰਜਾਬੀ ਸੀ ਉਹ। ਫਿਰ ਉਹ ਤੋਂ ਹੌਸਲਾ ਮਿਲਿਆ।
ਇੱਕ ਤਾਂ ਸਾਡਾ ਇਹ ਸਕੂਲਾਂ ਵਾਲਾ ਫੰਕਸ਼ਨ ਆਲਰੇਡੀ ਚੱਲ ਰਿਹਾ ਸੀ, ਨਵੋਦਿਆ ਦੂਸਰਾ ਬਣ ਗਿਆ। ਜਦੋਂ ਦੂਸਰਾ ਫੰਕਸ਼ਨ ਸਾਡਾ ਬਣਿਆ ਨਾ, ਅਸੀਂ ਬੱਚੇ ਦੂਸਰੇ ਸਾਲ 6 ਚ ਵਧਾਏ, 7 ਸੈਂਟਰ ਕਰ ਦਿੱਤੇ। 7 ਬੱਚੇ ਇੱਕ ਸੈਂਟਰ 'ਚੋਂ ਹੀ ਪਾਸ ਹੋ ਗਏ। ਅਸੀਂ ਕਿਹਾ ਵੀ ਇਹਨੂੰ ਵਧਾਓ, ਅਸੀਂ 7 ਸੈਂਟਰ ਕਰਤੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਹੀ। ਠੱਕਰਵਾਲ ਖੋਲ੍ਹ ਦਿੱਤਾ, ਅੱਤੋਵਾਲ ਖੋਲ੍ਹ ਦਿੱਤਾ, ਆਲੇ ਦੁਆਲੇ ਪਿੰਡਾਂ 'ਚ ਸੈਂਟਰ ਪੇ, ਉੱਥੇ 20 ਕੁ ਪਿੰਡਾਂ ਦੇ ਬੱਚੇ ਉੱਥੇ ਆ ਜੂਗੇ ਦਾ। ਤੇ ਉਹ ਜਦੋਂ ਸੈਂਟਰ ਖੋਲ੍ਹੇ ਤੇ ਉਦੋਂ ਨਾ ਇੱਕ ਸਾਨੂੰ ਹੋ ਗਿਆ, ਇੱਕ ਬੰਦੇ ਨੇ ਲਾਰਾ ਲਾਇਆ ਸੀ ਵੈਸੇ, ਕਿ ਮੈਂ ਤੁਹਾਡੇ ਬੱਚਿਆਂ ਨੂੰ ਘੁਮਾਉਣ ਲਿਜਾਊਂਗਾ। ਅੱਛਾ ਜੀ। ਉਹ ਸਾਡੇ 2004 ਚ ਚੀਫ ਗੈਸਟ ਗਿਆ ਸੀਗਾ। ਅੱਛਾ ਜੀ। ਚਲੋ ਨਾਂ ਨਹੀਂ ਲੈਣਾ ਚਾਹੀਦਾ। ਤੇ ਉਹ ਬੰਦੇ ਨੇ ਸਟੇਜ ਤੋਂ ਕਹਿ ਤਾ ਕਿ ਤੁਹਾਡੇ ਜਿਹੜੇ ਬੱਚੇ ਅਸਲੇ ਐਨੂਅਲ ਫੰਕਸ਼ਨ 'ਚ ਆਏ ਆ, ਬੱਚੇ ਉਦੋਂ ਤੱਕ ਸਾਡਾ ਪਿੰਡ ਹੋ ਗਏ ਸੀਗੇ ਕੋਈ 12-13 ਐਨੂਅਲ ਫੰਕਸ਼ਨ ਦੇ। ਅੱਛਾ ਜੀ। ਤੇ ਉਹ ਬੱਚਿਆਂ ਨੂੰ ਤੇ ਨਾਲੇ ਜਿਹੜੇ ਤੁਸੀਂ ਨਵੋਦਿਆ ਦੇ ਪੜਾਉਣੇ, ਮੈਂ ਟੂਰ ਤੇ ਲੈ ਕੇ ਜਾਊਂਗਾ। ਅੱਛਾ ਜੀ। ਤੇ ਟੂਰ ਮੇਰੇ ਵੱਲੋਂ। ਜੀ। ਉਹ ਤਾਂ ਕਹਿ ਕੇ ਚੱਲ ਗਿਆ। ਉਹਨੂੰ ਤਾਂ ਗਿਆ ਸ਼ਾਇਦ ਭੁੱਲ। ਲੋਕ ਤਾਂ ਸਾਨੂੰ ਨਿਆਣਿਆਂ ਨੂੰ ਟੂਰ ਤਾਂ ਬਹੁਤ ਵੱਡੀ ਸਗਾਤ ਹੁੰਦੀ ਆ, ਉਹ ਵੀ ਚੰਡੀਗੜ੍ਹ ਦਾ। ਤੇ ਜੀ ਉਹ ਫਿਰ ਸਾਨੂੰ ਟੂਰ ਲਾਉਣਾ ਪਿਆ। ਤੇ ਟੂਰ ਸਾਡਾ ਤੀਸਰਾ ਪ੍ਰੋਗਰਾਮ ਨਿਕਲਿਆ। ਅੱਛਾ ਜੀ। ਐਨੂਅਲ ਫੰਕਸ਼ਨ ਦੇ ਨਾਲ 7 ਸਕੂਲਾਂ ਦੇ ਨਾਲ ਨਵੋਦਿਆ ਨਿਕਲਿਆ, ਨਵੋਦਿਆ ਦੇ ਨਾਲ ਸਾਡਾ ਟੂਰ ਨਿਕਲਿਆ। ਅਸੀਂ ਉਹ ਨਵੋਦਿਆ ਵਾਲੇ ਬੱਚੇ ਜਿਹੜੇ 5ਵੀਂ 6ਵੀਂ ਕਲਾਸ ਦੇ, ਉਹਨਾਂ ਨੂੰ ਲਿਆਏ। ਜਦੋਂ ਲਿਆਏ ਉਹਨਾਂ ਨੂੰ ਅਸੀਂ ਵਿਧਾਨ ਸਭਾ ਦਿਖਾਉਣਾ ਸੀ, ਹਾਲ ਹਾਈ ਕੋਰਟ ਦਾ ਕੋਰਟ ਖਿਲਾ ਕੇ ਦਿਖਾਉਣਾ ਸੀ, ਉਹਨਾਂ ਨੂੰ ਯੂਨੀਵਰਸਿਟੀ ਦਿਖਾਉਣੀ ਸੀ ਵੀ ਅੱਗੇ ਪੜ੍ਹੋ। ਕਿਉਂਕਿ ਅਸੀਂ ਇਸ ਮੋਟਿਵ ਨੂੰ ਲੈ ਕੇ ਚੱਲੇ ਕਿ ਜੇ ਸਾਨੂੰ ਉੱਪਰ ਲਿਆਂਦਾ ਕਿਸੇ ਨੇ, ਪੜ੍ਹਾਈ ਨਹੀਂ ਲਿਆਂਦਾ, ਐਜੂਕੇਸ਼ਨ ਨੇ ਲਿਆਂਦਾ। ਤੇ ਐਜੂਕੇਸ਼ਨ ਹੀ ਇੱਕ ਖਿਲਾਉਣਾ ਆ, ਇੱਕ ਮੁਜੱਸਮਾ ਆ ਜਿਹਦੇ ਵਿੱਚ ਵੜ ਜਾਓ ਤੇ ਉੱਪਰ ਚੱਲ ਜਾਓਗੇ ਤੁਸੀਂ। ਤੇ ਉਹੀ ਅਸੀਂ ਦੇਣਾ ਚਾਹੁੰਦੇ ਸੀ। ਇਹਨਾਂ ਨੂੰ ਇੰਸਟੀਟਿਊਸ਼ਨਾਂ ਦਿਖਾਈਆਂ, ਫਿਰ ਸਾਨੂੰ ਇਹ ਫੀਡਬੈਕ ਮਿਲੀ ਔਰ ਅਸੀਂ ਵੀ ਸੋਚਿਆ ਵੀ ਤਾਂ ਛੋਟੇ ਬੱਚੇ ਆ, ਇਹ ਤਾਂ ਹਾਈ ਕੋਰਟ ਨੂੰ ਸਮਝਣਗੇ ਹੀ ਨਹੀਂ, ਇਹ ਤਾਂ ਵਿਧਾਨ ਸਭਾ ਨੂੰ ਦੇਖ ਕੇ ਤਾਂ ਇਹਨਾਂ ਲਈ ਤਾਂ ਇੱਕ ਜਸਟ ਇੱਕ ਟੂਰਿਸਟ ਪਲੇਸ ਹੈ। ਫਿਰ ਅਸੀਂ ਉਸ ਤੋਂ ਅਗਲੇ ਸਾਲ ਤੋਂ 9ਵੀਂ 10ਵੀਂ +1 ਦੇ ਬੱਚੇ ਲਿਆਉਣੇ ਸ਼ੁਰੂ ਕੀਤੇ। ਇਹ ਤੀਜਾ ਪ੍ਰੋਗਰਾਮ ਨਿਕਲਿਆ। ਚੌਥਾ ਪ੍ਰੋਗਰਾਮ 2007 ਦੇ ਵਿੱਚ ਜਦੋਂ ਅਸੀਂ ਬਹੁਤ ਬੱਚੇ ਸਾਡੇ ਨਵੋਦਿਆ ਦੇ ਪਾਸ ਹੋ ਗਏ, ਅਸੀਂ ਜੁਆਇਨ ਕਰਾਉਣ ਗਏ ਉਹਨਾਂ ਨੂੰ। ਅੱਛਾ ਜੀ। ਨਵੋਦਿਆ ਸਕੂਲ ਹਰ ਡਿਸਟ੍ਰਿਕਟ 'ਚ ਇੱਕ ਹੁੰਦਾ, 80 ਬੱਚੇ ਉਸ ਜ਼ਿਲ੍ਹੇ 'ਚੋਂ ਲੈਂਦੇ। ਸਾਡੇ ਬੱਚੇ ਉਦੋਂ ਸੀਗੇ 23 ਦੇ ਕਰੀਬ, 22-23 ਦੇ। ਉਹ ਜਦੋਂ ਜੁਆਇਨ ਕਰਾਉਣ ਗਏ ਨਾ, ਨਵੋਦਿਆ ਦੇ ਪ੍ਰਿੰਸੀਪਲ ਵਾਈਸ ਪ੍ਰਿੰਸੀਪਲ ਹੁੰਦੇ ਸੀ, ਉਹਨਾਂ ਨੇ ਸਾਨੂੰ ਕਿਹਾ ਕਿ ਸਾਡੇ ਸਕੂਲੇ ਬੂਟੇ ਲਵਾਓ। ਅੱਛਾ ਜੀ। ਉਹ ਇੱਦਾਂ ਬੰਦੇ, ਜਦੋਂ ਤੁਸੀਂ ਕੋਈ ਕੰਮ ਕਰਦੇ ਹੋ ਨਾ, ਆਲੇ ਦੁਆਲੇ ਮੰਗਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਉਹ ਕਹਿੰਦੇ ਸਾਡੇ ਸਕੂਲੇ ਬੂਟੇ ਲਾਓ। ਅਸੀਂ ਕਿਹਾ ਯਾਰ ਬੂਟੇ ਤਾਂ ਫਿਰ ਲਾਉਣੇ ਆ, ਤਾਂ ਫਿਰ ਸਾਡੇ ਬੱਚੇ ਲਾਉਣਗੇ, ਇਹਨਾਂ ਦੇ ਤਾਂ ਸਾਥੀ ਹੋ ਜਾਣਗੇ, ਇਹ ਬੂਟੇ ਇਹ ਪਲਣਗੇ, ਇਹ ਜ਼ਿੰਦਗੀ ਇਹਨਾਂ ਦੀ ਦੋਸਤ ਬਣ ਜਾਊਗੀ। ਉੱਥੋਂ ਅਸੀਂ ਫਿਰ ਇੱਕ ਪ੍ਰੋਗਰਾਮ ਸਾਡਾ ਨਿਕਲਿਆ। ਪਹਿਲਾ ਉਹ ਹੋਇਆ, ਅਸੀਂ ਉੱਥੇ ਬੂਟੇ ਲਏ। ਉੱਥੇ ਅਸੀਂ ਬੂਟੇ 7 ਤਰ੍ਹਾਂ ਦੇ ਸਿਲੈਕਟ ਕੀਤੇ ਕਿ ਅਸੀਂ ਮੈਡੀਸਨਲ ਪਲਾਂਟ ਹੀ ਲਾਵਾਂਗੇ। ਇਹ ਲਾਇਆ ਅਸੀਂ ਔਲਾ, ਬਹੇੜਾ, ਆਂਵਲਾ, ਨਿੰਬੂ, ਨਿੰਮ, ਅਰਜੁਨ ਦਾ ਦਰਖਤ ਲਾਇਆ ਤੇ ਬਿੱਲ, ਜਿਹੜੇ ਬਿੱਲ ਉਹ 7 ਦਰਖਤ ਅਸੀਂ ਉਹਨਾਂ ਤੋਂ ਲਵਾਏ। 7 ਦਰਖਤ ਮਤਲਬ ਦਰਖਤ ਹੋਣੇ ਆ ਕੋਈ ਘੱਟੋ ਘੱਟ 50 ਕੁ। ਤੇ ਉੱਥੋਂ ਸਾਡਾ ਮਿਸ਼ਨ ਇਨਵਾਇਰਨਮੈਂਟ, ਉਹਦਾ ਨਾਂ ਅਸੀਂ ਬਾਅਦ 'ਚ ਰੱਖਿਆ। ਪੌਦੇ ਲਵਾਉਣੇ ਅਸੀਂ ਫਿਰ ਗੌਰਮੈਂਟ ਸਕੂਲਾਂ 'ਚ ਸਾਡਾ ਕੰਮ ਸੀ। ਅਸੀਂ ਗੌਰਮੈਂਟ ਸਕੂਲਾਂ ਦੇ ਬੱਚਿਆਂ ਨੂੰ ਪੌਦੇ ਲੈ ਜਾਣੇ, ਨਾਲ ਕਾਪੀਆਂ ਲੈ ਜਾਣੀਆਂ, ਉਹ ਦੇ ਦੇਣੇ ਵੀ ਆਪਣੇ ਘਰ ਲਾਓ। ਆਪਣੇ ਘਰ ਅਗਲੇ ਸਾਲ ਅਸੀਂ ਦੇਖਾਂਗੇ, ਉਹਨੂੰ 6 ਕਾਪੀਆਂ ਹੋਰ ਮਿਲੂਗੀਆਂ ਜਿਹੜਾ ਅਗਲੇ ਸਾਲ ਫੋਟੋ ਖਿੱਚ ਕੇ ਲਿਆਊਗਾ। ਉਹ ਸਾਡਾ ਚੌਥੇ ਤਰ੍ਹਾਂ ਦਾ ਪ੍ਰੋਗਰਾਮ ਨਿਕਲਿਆ। ਫਿਰ ਇਹਦੇ ਨਾਲ ਅਸੀਂ ਇੱਕ 2005 ਦੀ ਗੱਲ, ਮੈਡਮ ਉਦੋਂ ਗੁਰਪ੍ਰੀਤ ਦਿਓ ਮੈਡਮ ਉਦੋਂ ਸਾਡੇ SSP ਸੀਗੇ ਹੁਸ਼ਿਆਰਪੁਰ ਦੇ। ਤੇ ਉਹਨਾਂ ਨੇ ਕਿਹਾ ਵੀ ਤੁਸੀਂ ਇੱਥੇ ਆਪਣਾ ਘਰ ਜਿਹੜਾ ਇੰਨਾ ਐਜੂਕੇਸ਼ਨ ਲਈ ਵਰਤਦੇ ਹੋ ਤੇ ਕੰਪਿਊਟਰ ਸੈਂਟਰ ਖੋਲ੍ਹੋ। ਅਸੀਂ ਫਿਰ 3-4 ਕੰਪਿਊਟਰ ਲੈ ਕੇ ਕੰਪਿਊਟਰ ਸੈਂਟਰ ਖੋਲ੍ਹ ਦਿੱਤਾ। ਇਹ ਸਾਡਾ 5ਵਾਂ-6ਵਾਂ ਕੰਮ ਨਿਕਲਿਆ। ਇੱਕ ਥੋੜ੍ਹਾ ਜਿਹਾ ਅਸੀਂ ਇਹਦੇ ਵਿੱਚ ਪਿੱਛੇ ਰਹਿ ਗਏ ਕੰਪਿਊਟਰ ਦੇ ਵਿੱਚ, ਸਾਡੇ ਕੋਲ ਇੰਨੇ ਪੈਸੇ ਫਿਰ ਗੱਲ ਬਣੀ ਨਹੀਂ ਉਹਦੀ। ਕੰਪਿਊਟਰ ਸੈਂਟਰ ਸਾਨੂੰ 2014 ਤੱਕ ਸਾਡੇ ਚੱਲੇ, 13-14 ਤੱਕ ਫਿਰ ਬੰਦ ਕਰਨੇ ਪਏ। ਫਿਰ ਪੁਰਾਣੇ ਪਿੰਡ ਵੀ ਅਸੀਂ ਖੋਲ੍ਹ ਦਿੱਤਾ ਸੀਗਾ, ਮੇਘੋਵਾਲ ਦੁਆਬਾ 'ਚ। ਤੇ ਇੱਦਾਂ ਦਾ ਹੀ ਇੱਕ 7ਵਾਂ ਕੰਮ ਅਸੀਂ ਨਿਕਲਿਆ ਕਿ ਜਿਹੜੇ ਬੱਚੇ ਇਹਨਾਂ ਸਾਰਿਆਂ ਦੇ ਵਿੱਚ ਗਰੀਬ ਮਿਲਦੇ ਆ, ਫਿਰ ਸਾਨੂੰ ਉਹਨਾਂ ਨੂੰ ਅਸੀਂ ਐਂਜਲ ਰਜਿਸਟਰ ਕਰ ਲੈਂਦੇ ਆਪਣੇ ਕੋਲ। ਅੱਛਾ ਜੀ। ਐਂਜਲ ਬਣਾ ਲੈਂਦੇ, ਉਹਨਾਂ ਦਾ ਨਾਂ ਅਸੀਂ ਐਂਜਲ ਰੱਖਦੇ ਹਾਂ। ਐਂਜਲ 1, ਐਂਜਲ 5, ਐਂਜਲ 7, ਇਹਦਾ ਨਾਂ ਰੱਖ ਕੇ ਨਾ ਐਂਜਲ। ਤੇ ਉਹਨਾਂ ਨੂੰ ਫਿਰ ਅਸੀਂ ਸਭ ਕੁਛ ਹੀ ਦਿੰਦੇ ਹਾਂ। ਉਹਨਾਂ ਨੂੰ ਬਿਸਤਰਾ ਵੀ, ਉਹਨਾਂ ਨੂੰ ਉਹਦੇ ਵਿੱਚ ਸਾਡੇ ਕੋਲ ਔਰਫਨ ਬੱਚੇ ਵੀ ਆ, ਉਹਦੇ ਕੋਲ ਸਾਡੇ ਕੋਲ ਡਾਊਨ ਟ੍ਰੋਡਨ ਫੈਮਿਲੀ ਦੇ ਬੱਚੇ ਆ। ਤੇ ਉਹ ਬੱਚਿਆਂ ਨੂੰ ਫਿਰ ਅਸੀਂ ਰਜਿਸਟਰ ਕਰਕੇ ਤੇ ਉਹਨਾਂ ਨੂੰ ਸਭ ਕੁਛ ਹੀ ਦਿੰਦੇ ਹਾਂ। ਸਭ ਕੁਛ ਦਾ ਮਤਲਬ ਰਹਿੰਦੇ ਉਹ ਆਪਣੇ ਰਿਸ਼ਤੇਦਾਰ ਜਾਂ ਆਪਣੇ ਪੇਰੈਂਟਸ ਕੋਲ ਆ, ਬਟ ਰਜਾਈ, ਬਿਸਤਰਾ, ਸਾਈਕਲ, ਜੋ ਵੀ ਫੀਸ ਉਹਦੀ ਚਾਹੀਦੀ ਆ, ਜਿੰਨਾ ਚਿਰ ਉਹ ਪੜ੍ਹਦਾ, ਅੱਛਾ ਜੀ, ਉਹ ਅਸੀਂ ਜ਼ਰੂਰ ਕਰਦੇ ਹਾਂ। ਬਸ ਇਹ ਗੱਲ ਕੀ ਆ ਕਿ ਬਨਵੈਦ ਸਾਹਿਬ, ਜਦੋਂ ਨਾ
ਆਨੰਦ ਵੱਧਦਾ ਜਾਂਦਾ ਨਾ, ਜਦੋਂ ਤੁਸੀਂ ਅਵੇਅਰਨੈਸ ਦੀ ਗੱਲ ਮੈਂ ਫਿਰ ਛੇੜਦਾ, ਆਪਣੇ ਅੰਦਰ ਉਤਰਦੇ ਜਾਂਦੇ ਹੋ ਨਾ, ਜਦੋਂ ਤੁਸੀਂ ਫੀਲ ਕਰਦੇ ਹੋ ਕਿ ਰਾਮ ਦਿਆਲ ਕੀ ਸੋਚਦਾ ਸੀ। ਮੈਂ 7ਵੀਂ 'ਚ ਪੜ੍ਹਦਾ ਸੀ, 25 ਰੁਪਏ ਦਾ ਸਾਡੇ ਪਿੰਡੋਂ ਸਾਡੇ ਸਕੂਲ ਤੋਂ ਟੂਰ ਗਿਆ ਸੀ, ਮੈਂ ਨਹੀਂ ਜਾ ਸਕਿਆ ਸੀ। ਅਤੇ ਜਦੋਂ ਅਸੀਂ ਟੂਰ ਲਾਉਂਦੇ ਹਾਂ ਨਾ, ਹੁਣ 500 ਕੁੜੀਆਂ ਜਾਂ 500 ਮੁੰਡਿਆਂ ਨੂੰ ਲਿਆਉਂਦੇ ਇੱਥੇ ਰੱਖਦੇ ਹਾਂ ਅਸੀਂ, ਅਤੇ ਇਹੀ ਫੀਲਿੰਗ ਆਉਂਦੀ ਹੈ ਕਿ ਯਾਰ ਮੈਂ ਨਹੀਂ ਲਾ ਸਕਿਆ। ਪਰ ਤੁਹਾਡੀ ਆਪਣੀ ਖੁਸ਼ੀ ਬਹੁਤ ਸਾਨੂੰ ਬਹੁਤ ਮੈਂ ਖੁਸ਼ੀ ਨਹੀਂ ਉਹਨੂੰ ਕਹਿ ਸਕਦੇ, ਉਹਨੂੰ ਬਾਬੇ ਵਾਲਾ ਅੱਖਰ ਲਾਈਏ ਤਾਂ ਆਨੰਦ ਆ। ਉਹ ਅੰਮ੍ਰਿਤ ਪੀ, ਮਤਲਬ ਕਿ ਖਾ ਪੀ ਲਓ ਨਾ ਤੁਸੀਂ, ਤਕੜੇ ਹੋ ਜਾਂਦੇ ਹੋ। ਰਾਮਦਿਆਲ ਜੀ, ਮੈਨੂੰ ਦੱਸਿਓ, ਇਹ ਮੈਂ ਜਿਹੜਾ ਤੁਹਾਨੂੰ ਹੁਣ ਜਿੰਨਾ ਕੁ ਮਿਲਿਆ, ਇੱਕ ਤਾਂ ਹੁੰਦਾ ਬੰਦਾ ਕੋਸ਼ਿਸ਼ ਕਰਦਾ, ਜਾਂ ਇਹ ਆਰਟੀਫਿਸ਼ੀਅਲ ਤੌਰ 'ਤੇ ਨਾ ਕਰਦਾ ਕੋਸ਼ਿਸ਼ ਦੱਸਣ ਦੀ ਕਿ ਮੈਂ ਬਹੁਤ ਸੈਟਿਸਫਾਈਡ ਹਾਂ ਜ਼ਿੰਦਗੀ ਵਿੱਚ, ਮੈਂ ਬੜਾ ਖੁਸ਼ ਹਾਂ, ਪਰ ਜਿਵੇਂ ਤੁਹਾਡੀਆਂ ਅੱਖਾਂ ਨੱਚਦੀਆਂ, ਤੁਹਾਡਾ ਜਿਹੜਾ ਚਿਹਰੇ ਦਾ ਸਾਰਾ ਪ੍ਰਭਾਵ ਆ, ਉਹ ਦੱਸਦਾ ਕਿ ਤੁਸੀਂ ਸੱਚਮੁੱਚ ਅੰਦਰੋਂ ਬੜੀ ਚੜ੍ਹਦੀ ਕਲਾ ਵਿੱਚੋਂ ਜੀ। ਤੁਹਾਡੀ ਜਿਹੜੀ ਰੂਹ ਆ ਨਾ, ਉਹ ਬੜੀ ਲਾਲ ਕਿਸਮ ਦੀ ਰੂਹ ਆ। ਇਹਦਾ ਕੀ ਗੋਰਿਆ ਕਿ ਤੁਸੀਂ ਆਪਣੇ ਆਪ ਨੂੰ ਇੰਨਾ ਜਿਹੜਾ ਉਹ ਕਿਵੇਂ ਰੱਖਦੇ ਹੋ ਇੰਨਾ ਚੜ੍ਹਦੀ ਕਲਾ? ਨਹੀਂ, ਇਹ ਤਾਂ ਬਨਵੈਲ ਸਾਹਿਬ ਤੁਸੀਂ ਪਤਾ ਨਹੀਂ ਕਿਵੇਂ ਕਹਿੰਦਾ, ਪਰ ਇੱਕ ਗੱਲ ਮੈਂ ਜ਼ਰੂਰ ਇਹਦੇ ਵਿੱਚ ਕਹਾਂਗਾ ਕਿ ਬਾਬੇ ਨਾਨਕ ਦਾ ਜਿਹੜਾ ਮੁਜੱਸਮਾ ਹੈ ਨਾ, ਜੇ ਉਹਦੀਆਂ ਗੱਲਾਂ ਜਿਹੜੀਆਂ ਉਹਨੇ ਇਕੱਠੀਆਂ ਕਰ ਲਈਆਂ, ਇਹ ਆਮ ਥੋਟ ਨਹੀਂ ਸੀਗਾ, ਇਹ ਧਰਤੀ 'ਤੇ ਸੀਗਾ ਹੀ ਨਹੀਂ ਇਹ ਥੋਟ। ਪਹਿਲਾਂ ਤਾਂ ਥੋਟ ਇਹ ਜੰਮਿਆ ਹੀ ਉਹਦੇ ਕਹਿੰਦੇ ਇਲਾਹੀ ਸਿਸਟਮ ਆਇਆ, ਲਾਗੂ ਕਰ ਦਿੱਤਾ ਉਹਨੇ ਧਰਤੀ ਦੇ ਉੱਤੇ ਕਿ ਯਾਰ ਸਾਰੇ ਇੱਕ ਆ, ਸਾਰੇ ਮੌਜਾਂ ਕਰੋ, ਮਨ ਨੂੰ ਪੜ੍ਹੋ, ਮਨ ਦੇ ਅੰਦਰ ਵੜਦੇ ਜਾਓ, ਅਤੇ ਮਨ ਨੂੰ ਜਿਹੜਾ ਬੰਦਾ ਵੀ ਪੜ੍ਹੇਗਾ, ਕਿਉਂਕਿ ਮਨ ਕਿਹਨੇ ਬਣਾਇਆ? ਮਨ ਕਿਹਨੇ ਬਣਾਇਆ? ਅਸੀਂ ਤਾਂ ਨਹੀਂ ਬਣਾਇਆ, ਨਾ ਐਪਲੀਕੇਸ਼ਨ ਦਿੱਤੀ, ਨਾ ਬੋਡੀ ਅਸੀਂ ਬਣਾਈ, ਨਾ ਕਿਤੇ ਰਿਕੁਆਇਰਮੈਂਟ ਅਸੀਂ ਸ਼ੋਅ ਕੀਤੀ ਵੀ ਸਾਨੂੰ ਇੰਨੀ ਇੱਦਾਂ ਦੀ ਲਈ, ਮੈਨੂੰ ਇੱਦਾਂ ਦਾ ਬਣਾਈ, ਮੈਨੂੰ ਇੱਦਾਂ ਦਾ ਕਰੀ। ਉਹ ਜਿਹੜੀ ਅਲੌਕਿਕ ਪਾਵਰ ਨੇ ਦਿੱਤਾ ਨਾ, ਅਲੌਕਿਕ ਸ਼ਕਤੀ ਨੇ ਦਿੱਤਾ ਨਾ ਸਾਨੂੰ, ਉਹਦੇ ਅਹਿਸਾਸ ਜਦੋਂ ਉਹ ਲੈ ਜਾਂਦੀ ਹੈ ਨਾ ਬਾਣੀ, ਬਾਬੇ ਦੀਆਂ ਗੱਲਾਂ ਜਦੋਂ ਲੈ ਜਾਂਦੀਆਂ, ਅਤੇ ਮੈਨੂੰ ਲੱਗਦਾ ਕਿ ਫਿਰ ਅੰਦਰ ਤੁਸੀਂ ਗੱਡੀ 'ਤੇ ਜਾਂਦੇ ਹੋ, ਮੰਨ ਲਓ ਮੈਂ ਗੱਡੀ 'ਚ ਜਾਂਦਾ ਅਤੇ ਮੂਹਰੇ ਹਰੀ ਲਾਈਟ ਮਿਲਦੀ, ਉਹ ਵਾਹ, ਫਿਰ ਆ ਜਾਂਦਾ ਕਮਾਲ ਹੈ ਯਾਰ, ਮੈਨੂੰ ਕਾਹਲੀ ਸੀ, ਤੂੰ ਲਾਈਟ ਵੀ ਹਰੀ ਕਰ ਰੱਖੀ ਆ। ਫਿਰ ਹਰ ਵੇਲੇ ਗ੍ਰੈਟੀਟਿਊਡ ਇਹਨੂੰ ਕਹਿੰਦੇ ਆ, ਗ੍ਰੈਟੀਟਿਊਡ 'ਚ ਥੈਂਕਫੁਲਨੈਸ 'ਚ ਜਦੋਂ ਤੁਸੀਂ ਰਹਿੰਦੇ ਆ ਨਾ, ਫਿਰ ਬਾਹਰ ਤਾਂ ਪਤਾ ਨਹੀਂ, ਜਿੱਦਾਂ ਤੁਸੀਂ ਕਿਹਾ ਫੇਸ ਤੋਂ ਐਂ ਲੱਗਦਾ, ਪਰ ਅੰਦਰ ਬੜਾ ਵਰਸਦਾ ਉਹ। ਜਦੋਂ ਤੁਸੀਂ ਗਾ ਕੇ ਬਾਣੀ ਪੜ੍ਹਦੇ ਹੋ, ਮੈਂ ਮਸਕੀਨ ਸਾਹਿਬ ਦੀ ਇੱਕ ਗੱਲ ਸੁਣੀ ਸੀ, ਉਹ ਮੇਰੇ ਅੰਦਰ ਘਰ ਵੀ ਕਰ ਗਈ, ਕਿ ਬਾਣੀ ਜਾਂ ਕੋਈ ਵੀ ਗੱਲ ਜਿਹੜੀ ਤੁਹਾਨੂੰ ਯਾਦ ਹੋ ਜਾਏ, ਮਤਲਬ ਜਿਹਨੂੰ ਕਹਿੰਦਾ ਮੂੰਹ ਜ਼ਬਾਨੀ ਯਾਦ ਹੋ ਜਾਏ, ਫਿਰ ਜਦੋਂ ਤੁਸੀਂ ਉਹਦਾ ਮਤਲਬ ਦੇਖ ਕੇ ਪੜ੍ਹਨ ਨਾਲੋਂ ਨਾ ਜਿਹੜਾ ਉਹਦਾ ਮੁਜੱਸਮਾ ਵੱਧਦਾ ਗਾ ਕੇ। ਮੈਂ ਤੁਹਾਨੂੰ ਇੱਕ ਗੱਲ, ਵੈਸੇ ਵੱਡੀ ਗੱਲ ਹੋ ਜੂਗੀ, ਇਸ ਲਈ ਮੈਂ ਮਾफ़ੀ ਮੰਗਦਾ ਸਾਰਿਆਂ ਤੋਂ, ਕਿ ਮੇਰਾ ਜਪਜੀ ਸਾਹਿਬ ਹੀ 3 ਘੰਟੇ 'ਚ ਮਸੀਂ ਮੁੱਕਦਾ। ਜਪਜੀ ਸਾਹਿਬ 3 ਘੰਟੇ ਲੱਗ ਜਾਂਦੇ ਆ। ਅੱਛਾ ਜੀ। ਮੈਨੂੰ ਮਤਲਬ ਕਈ ਵਾਰੀ ਫਿਰ ਉਹ ਟਾਈਮ ਦੇ ਹਿਸਾਬ ਨਾਲ ਨਾ, ਲਾਸਟ ਜਿਹੜੀਆਂ ਗੱਲਾਂ ਆ ਬਾਬੇ ਦੀਆਂ, ਠੀਕ ਹੈ ਨਹੀਂ, ਵੀ ਜਿੱਥੇ ਆ ਜਾਂਦਾ ਵੀ ਜ਼ੋਰ, ਕਿਸੇ ਕੰਮ 'ਚ ਜ਼ੋਰ ਬੰਦੇ ਦਾ ਨਹੀਂ ਚੱਲਦਾ, ਪਰ ਕਰਮਖੰਡ ਦੀ ਬਾਣੀ 'ਚ ਜ਼ੋਰ ਆ ਉੱਥੇ। ਆ ਉਹ ਜਿਹੜਾ ਨਾ ਅੰਦਰ ਜਦੋਂ ਮਤਲਬ ਖੁੱਲ੍ਹਣੇ ਹੋ ਜਾਂਦੇ, ਸ਼ੁਰੂ ਹੋ ਜਾਂਦੇ ਨਾ, ਫਿਰ ਭਾਜੀ ਇਹ ਗਲੂ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਫੇਸ 'ਤੇ ਇੱਦਾਂ, ਇਹ ਤਾਂ ਫਿਰ ਉਹਦੇ ਇਨਗਰੀਡੀਐਂਟਸ ਆ ਛੋਟੇ ਛੋਟੇ। ਪਰ ਹੈ ਇੱਕ ਗੱਲ ਬਾਬੇ ਦੀ ਮੈਨੂੰ ਬਹੁਤ ਗੁੰਝਲਦਾਰ ਜੀ ਲੱਗਦੀ ਆ, ਕਿ ਕਹਿੰਦਾ ਆ ਬਾਬਾ ਕਿ ਇਹ ਆਪਣੇ ਆਪ ਹੀ ਹੁੰਦਾ ਹੈ, ਇਹਦੇ 'ਚ ਤੁਹਾਡਾ ਜ਼ੋਰ ਕੋਈ ਨਹੀਂ, ਇਹਦੇ ਵਿੱਚ ਤੁਸੀਂ ਕਹਿ ਨਹੀਂ ਸਕਦੇ ਵੀ ਰੱਬਾ ਮੈਨੂੰ ਮਿਲ, ਇਹਦੇ ਵਿੱਚ ਇਹ ਵੀ ਨਹੀਂ ਕਹਿ ਸਕਦੇ ਵੀ ਯਾਰ ਮੈਨੂੰ ਪ੍ਰਗਟ ਹੋ ਜਾਏ, ਇਹ ਪਤਾ ਨਹੀਂ ਹੁੰਦਾ ਕਿ ਨਹੀਂ ਹੁੰਦਾ। ਪਰ ਇੱਕ ਗੱਲ ਆ ਵੀ ਜਦੋਂ ਉਸ ਅਹਿਸਾਸ ਦੇ ਵਿੱਚ ਉਤਰਦੇ ਹੋ ਅਤੇ ਆਪਣੇ ਮਨ ਦੇ ਭਾਵ ਨੂੰ ਵਿਰਾਗ 'ਚ ਲੈ ਜਾਂਦੇ ਹੋ, ਵਿਰਾਹ ਤੂੰ ਸੁਲਤਾਨ ਵਾਲੀ ਗੱਲ ਜਿਹੜੇ ਬਾਬੇ ਦੀ ਆਉਂਦੀ ਆ, ਅਤੇ ਕਮਾਲ ਦੇ ਫਾਟਕ ਖੁੱਲ੍ਹਦੇ ਨੇ, ਅਤੇ ਚੜ੍ਹਦੀ ਕਲਾ ਵਾਲਾ ਜਾਂ ਜਾਹੋ ਜਲਾਲ ਵਾਲਾ ਕੰਮ ਤਾਂ ਫਿਰ ਕਈ ਵਾਰੀ ਪਿੱਛੇ ਛੁੱਟ ਜਾਂਦਾ। ਅਤੇ ਇਹਦੇ ਵਿੱਚ ਇਹ ਭਾਵ ਜ਼ਰੂਰ ਜਾਗਦਾ ਹੈ। ਮੈਂ ਤੁਹਾਨੂੰ ਸਪੈਸ਼ਲੀ ਇਸ ਗੱਲ 'ਤੇ ਦੱਸਣਾ ਚਾਹੁੰਦਾ ਕਿ ਮੇਰੇ 'ਚ ਗਲਤੀਆਂ ਬਹੁਤ ਨੇ। ਇਹ ਭਾਵ ਤੁਹਾਨੂੰ ਇੰਨਾ ਆਨੰਦ ਦਿੰਦਾ ਹੈ, ਫਿਰ ਆਪਣੀਆਂ ਗਲਤੀਆਂ ਦਾ ਚਾਨਣ ਤੁਹਾਡੇ ਅੰਦਰ, ਯਾਰ ਮੈਂ ਤਾਂ ਇੱਥੇ ਵੀ ਗਲਤ ਹਾਂ, ਮੈਂ ਤਾਂ ਇੱਥੇ ਵੀ ਗਲਤ ਹਾਂ, ਯਾਰ ਆਹ ਵੀ ਮੇਰੇ 'ਚ ਊਣਤਾ ਆ, ਆਹ ਵੀ ਮੇਰੇ 'ਚ ਊਣਤਾ ਆ। ਹਰ ਬੰਦਾ ਮੰਨਣ ਨੂੰ ਤਿਆਰ ਨਹੀਂ ਹੁੰਦਾ, ਇਹ ਤੁਹਾਡੀ ਗ੍ਰੇਟਨੈਸ ਹੈ ਨਾ। ਨਹੀਂ, ਇਹ ਤੇਰੀ ਗ੍ਰੇਟ, ਪਰ ਇਹ ਉਹਦੀ ਬਾਬੇ ਦੀਆਂ ਗੱਲਾਂ ਦੀ ਬਾਣੀ ਦੀ ਗ੍ਰੇਟਨੈਸ ਨਹੀਂ ਕਹਿ ਲਓ, ਇਲਾਹੀ ਉਹਦੀ ਪਈ ਹੈ। ਜੇ ਕੋਈ ਪੀਵੇ, ਜੇ ਕੋਈ ਇਸ ਨੂੰ ਖਾਵੇ ਨਾ, ਜੇ ਉਹ ਖਾਵੇ, ਜੇ ਕੋਈ ਪੁੰਚੇ,
ਪਹੁੰਚਾਵੇ ਤੇ ਮੰਨ ਲਓ ਆਨੰਦ ਫਾਟਕ ਇੱਦਾਂ ਦੇ ਖੁੱਲ੍ਹਦੇ ਨੇ ਵੀ ਰਾਮ ਦਿਆਲ ਤੇਰੇ 'ਚ ਕਮੀਆਂ ਨੇ, ਇਹਨਾਂ ਨੂੰ ਦੂਰ ਕਰ, ਇਹਨਾਂ ਨੂੰ ਪੜ੍ਹ, ਇਹਨਾਂ ਦੇ ਨਾਲ ਜੀ, ਤੇ ਇਹ ਤੋਂ ਹਟਾ ਕੇ ਇਲਾਹੀ ਦਾ ਆ ਕਾਇਨਾਤ ਦੇ ਵਿੱਚ ਜੀਣ ਦਾ ਹਵਾ ਦੇਖੋ ਨਾ, ਗੰਦੀ ਕਰਦੇ ਆ ਸਾਫ਼ ਹੋ ਕੇ ਸਾਡੇ ਨੱਕ ਦੇ ਮੂਹਰੇ ਆ ਜਾਂਦੀ। ਸਰ ਤੁਸੀਂ ਜਿਹੜੀ ਆਹ ਸਾਡੀ ਇੰਟਰਵਿਊ ਨਾ ਜੀ, ਜਾਂ ਆਪਾਂ ਕਹਿ ਲਈਏ ਆਪਣਾ ਜੋ ਮੇਲ ਸੀਗਾ, ਇਹਨੂੰ ਤੁਸੀਂ ਅਧਿਆਤਮਕ ਰੰਗਤ ਦੇ ਦਿੱਤੀ। ਮੈਂ ਹੁਣ ਤੁਹਾਡੇ ਕੋਲ ਫਿਰ ਕਿਹੜਾ ਕੁਐਸਚਨ ਹੈ, ਆਖਰੀ ਕੁਐਸਚਨ ਹੈ ਮੇਰਾ, ਇਹ ਦੁਨੀਆਦਾਰੀ ਵਾਲੇ ਪਾਸੇ ਨੂੰ ਲੈ ਕੇ ਆਉਣਾ। ਤੁਹਾਡੀ ਨੌਕਰੀ ਵਿੱਚ ਜੋ ਤੁਸੀਂ ਨੌਕਰੀ ਕਰ ਰਹੇ ਹੋ ਇਸ ਵੇਲੇ ਜੀ, ਜਾਂ ਜੋ ਤੁਸੀਂ ਸੇਵਾ ਕਰ ਰਹੇ ਹੋ ਜੀ, ਇਹਦੇ ਵਿੱਚ ਤੁਹਾਡੇ ਹੋਰ ਭਵਿੱਖ ਦੇ ਕੀ ਪ੍ਰੋਗਰਾਮ ਆ, ਮੈਨੂੰ ਉਹ ਦੱਸੋ। ਭਵਿੱਖ ਦਾ ਮੇਰਾ ਕੋਈ ਪ੍ਰੋਗਰਾਮ ਨਹੀਂ, ਮੈਂ ਇੱਦਾਂ ਦਾ ਚੱਲਦਾ ਨਹੀਂ, ਕਿਉਂਕਿ ਮੈਨੂੰ ਇੰਨਾ ਪਤਾ ਕਿ ਮੇਰੇ ਪੱਲੇ ਕੱਖ ਨਹੀਂ, ਨਾ ਹੀ ਮੇਰੇ ਕੋਲ ਇੰਨੇ ਪੈਸੇ ਆ ਜਿੰਨੇ ਉੱਥੇ ਚਾਹੀਦੇ ਆ, ਨਾ ਹੀ ਮੇਰੇ ਕੋਲ, ਮੇਰੇ ਰੂਹਾਂ, ਉਹ ਰੂਹਾਂ ਮੇਰੇ ਨਾਲ ਖੜੀਆਂ ਨੇ ਜਿਹੜੀਆਂ ਜਿਨ੍ਹਾਂ ਕਰਕੇ ਮੈਂ ਤੁਰਿਆ ਫਿਰਦਾ। ਉਹ ਮਤਲਬ ਮੈਂ ਇੱਕ ਅਸੂਲ ਰੱਖਿਆ ਇਹਦਾ ਵੀ ਨਾ ਤਾਂ ਸਰਕਾਰ ਕੋਲੋਂ ਕੋਈ ਪੈਸਾ ਲੈਣਾ ਤੇ ਨਾ ਹੀ ਪੋਲੀਟੀਕਲ ਬੰਦੇ ਨੂੰ ਬੁਲਾਉਣਾ ਹੈ। ਤੇ ਇਹ ਦੋ ਗੱਲਾਂ ਦੇ ਵਿੱਚ ਜੋ ਅਖਿਆਈ ਆਉਂਦੀ ਆ, ਜੋ ਊਣਤਾਈ ਆਉਂਦੀ ਆ, ਤਾਂ ਫਿਰ ਤਾਂ ਦੋਸਤ ਤੇ ਰਿਸ਼ਤੇਦਾਰ ਬਚਦੇ ਨੇ। ਪਰ ਕਿਉਂਕਿ ਮੈਂ ਕੋਈ ਅਕਾਊਂਟ ਨਹੀਂ ਇਹਦਾ ਖਿਲਾਇਆ, ਨਾ ਹੀ ਮੈਂ ਕਿਸੇ ਤੋਂ ਪੈਸਾ ਜ਼ਿਆਦਾ, ਜਸਟ ਉਹਨਾਂ ਨੂੰ ਕਹਿੰਦਾ ਵੀ ਮੈਨੂੰ ਸਮਾਨ ਲੈ ਦਿਓ, ਮੈਨੂੰ ਹੁਣ ਕਿਤਾਬਾਂ ਦੀ ਲੋੜ ਆ, MBD ਕਿਤਾਬਾਂ ਮੈਨੂੰ ਚਾਹੀਦੀਆਂ ਨੇ 4000, ਮੈਂ 7 ਜ਼ਿਲ੍ਹਿਆਂ 'ਚ ਪੜ੍ਹਾਉਣਾ ਹੈ, ਤੇ ਉਹ 4000 ਕਿਤਾਬਾਂ ਲੈਣ ਲਈ ਉਹਨਾਂ ਨੇ 270 ਰੁਪਏ ਦੀ ਕਿਤਾਬ ਦਾ ਮੁੱਲ ਰੱਖਿਆ। ਉਹਨਾਂ ਦੀਆਂ ਜਾ ਕੇ ਪੈਰ ਫੜ ਲੈਂਦਾ ਮੈਂ, ਉੱਥੇ ਉਹਨਾਂ ਦੇ ਡਾਇਰੈਕਟਰ ਨੇ ਮੈਡਮ ਮੋਨਿਕਾ ਸੋਨਕਾ, ਦੋਨੇ ਭੈਣਾਂ ਨੇ MBD, ਤੇ ਉਹਨਾਂ ਦੀ ਮਿਹਨਤ ਕਰ ਲੈਂਦਾ, ਉਹ ਮੈਨੂੰ ਸਸਤੀ ਦੇ ਦਿੰਦੇ ਆ। ਉਹਦੇ ਨਾਲ ਇੱਦਾਂ ਦੇ ਕੰਮ ਕਰਦੇ ਜਿਹੜਾ ਨਾ ਪਲੈਨਿੰਗ ਫਿਊਚਰ ਦੀ, ਮੈਂ ਇੱਦਾਂ ਨਹੀਂ ਕਰਦਾ। ਇੱਕ ਚੀਜ਼ ਬਹੁਤ ਚੀਜ਼ ਹੈ, ਛੱਡ ਦਿੰਦਾ ਰੱਬ 'ਤੇ। ਮੈਂ ਕਹਿੰਦਾ ਵੀ ਹਾਂ 7 ਜ਼ਿਲ੍ਹੇ ਪੜ੍ਹਾਉਣੇ ਆ, ਇੰਨਾ ਮੈਨੂੰ ਪਤਾ 7 ਜ਼ਿਲ੍ਹੇ ਪੜ੍ਹਾਉਣੇ, ਹੋਣਾ ਕਿੱਦਾਂ ਮੈਨੂੰ ਨਹੀਂ ਪਤਾ, ਹੋ ਜਾਂਦਾ ਹੈ, ਇਹ ਹੋ ਜਾਂਦਾ ਹੈ। ਇੱਕ ਕਪੂਰਥਲੇ ਦੇ ਬੰਦੇ ਨੇ ਪਿਛਲੇ ਸਾਲ ਮੇਰੇ ਕੋਲ ਤਨਖਾਹਾਂ ਨਹੀਂ ਸੀਗੀਆਂ, ਮੈਂ 22 ਸੈਂਟਰਾਂ ਦੇ ਵਿੱਚ 35 ਟੀਚਰ ਸੀ ਮੇਰੇ। ਹੁਣ ਮੇਰੇ ਇਸ ਵੇਲੇ ਨਵੋਦਿਆ ਦੇ 160 ਬੱਚਿਆਂ 'ਚੋਂ 102 ਬੱਚੇ ਪਾਸ ਹੋਏ ਆ। ਅੱਛਾ ਜੀ। ਜਿਨ੍ਹਾਂ ਵਿੱਚੋਂ 7 ਬੱਚੇ ਇੱਦਾਂ ਦੇ ਆ ਜਿਨ੍ਹਾਂ ਦਾ ਘਰ ਹੀ ਨਹੀਂ ਹੈਗਾ, ਤੇ ਉਹ ਚੀਜ਼ ਨੂੰ ਪੂਰਾ ਕਰਨ ਲਈ ਤਨਖਾਹਾਂ ਮੇਰੇ ਤੋਂ ਸੀਗੀਆਂ ਨਹੀਂ। ਮੈਂ ਉਹ ਸਵੀਟੀ ਭਾਜੀ ਨੂੰ ਫੋਨ ਕੀਤਾ, ਮੈਂ ਕਿਹਾ ਸਵੀਟੀ ਯਾਰ ਵੀਰ ਇਹ ਨਹੀਂ, ਉਹਨੇ ਆਪਣੇ ਦੋਸਤ ਨੂੰ ਅੱਗੇ ਕਿਹਾ, ਉਹ ਕਪੂਰਥਲੇ ਤੋਂ, ਉਹ ਬੰਦੇ ਨੇ ਪਤਾ ਨਹੀਂ ਉਹਨੇ ਮੈਨੂੰ ਪੁੱਛਿਆ ਤੱਕ ਦੇਖਿਆ ਨਹੀਂ ਮੈਨੂੰ ਕਦੇ, ਸਵੀਟੀ ਦੇ ਕਰਕੇ ਉਹਨੇ ਮੈਨੂੰ ਪੈਸੇ ਭੇਜਤੇ, ਮੈਂ ਰੱਖ ਕੇ ਵੰਡ ਦਿੱਤੇ। ਇੱਦਾਂ ਹੌਲੀ ਪਾਰਟਾਂ 'ਚ ਕਰਕੇ ਹੋ ਜਾਂਦਾ। ਬਟ ਇੱਕ ਚੀਜ਼ ਤੁਹਾਡੀ ਬਹੁਤ, ਕਿਉਂਕਿ ਤੁਸੀਂ ਉਸ ਫੀਲਡ ਦੇ ਹੋ, ਚੌਥਾ ਥੰਮ ਹੋ ਤੁਸੀਂ ਸਮਾਜ ਦਾ, ਤੁਹਾਡਾ ਗੱਲ ਦੇ ਵਿੱਚ ਬੜਾ ਨਾ ਅਰਕ ਜਿਹਾ ਹੁੰਦਾ ਹੈ, ਤੇ ਉਹਦੇ ਵਿੱਚ ਇੱਕ ਮੇਰੇ ਲੁਕਿਆ ਪਿਆ ਮੇਰੇ ਮਨ 'ਚ ਪ੍ਰੋਗਰਾਮ ਜ਼ਰੂਰ ਆ, ਜਿਹੜਾ ਫਿਊਚਰ 'ਚ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ, ਕਿ ਇੱਕ ਮੈਂ ਸ਼ਹਿਰ ਕੋਈ ਜਿੱਦਾਂ ਚੰਡੀਗੜ੍ਹ ਆ ਜਾਂ ਨਵਾਂ ਸ਼ਹਿਰ ਆ ਜਾਂ ਵੱਡਾ ਸ਼ਹਿਰ ਓਨ ਕਰਕੇ ਉੱਥੇ ਦੇ ਸਾਰੇ ਮੰਗਤੇ ਚੱਕਣੇ ਆ। ਬੱਚੇ 15 ਸਾਲ ਤੋਂ ਥੱਲੇ ਦੇ ਬੱਚੇ ਜਿਹੜੇ, ਉਹ ਸਰਕਾਰ ਇੱਕ ਐਕਟ ਆ ਸਾਡੇ ਕੋਲੇ, ਹਰਿਆਣਾ ਬੈਗਰੀ ਐਕਟ ਆ, ਉਹਦੇ ਵਿੱਚ ਅਸੀਂ ਬੱਚਿਆਂ ਨੂੰ, ਉਹਨਾਂ ਦੇ ਪੇਰੈਂਟਸ ਨੂੰ ਅਸੀਂ ਹੈਲਡ ਅਪ ਕਰ ਸਕਦੇ ਹਾਂ। ਹੈਲਡ ਅਪ ਇਹਦਾ ਸੈਂਸ ਹੁੰਦਾ ਕਿ ਉਹਨਾਂ ਨੂੰ ਕਰਕੇ ਤੇ ਉੱਥੇ ਕੋਰਟ 'ਚ ਜੱਜ ਦੇ ਮੂਹਰੇ ਜਾਂ ਕਹਿ ਲਓ ਉਹਦੇ ਵਿੱਚ ਲਿਆਉਣਾ ਹੁੰਦਾ, ਤੇ ਉਹ ਫਿਰ ਜੱਜ ਲਿਖ ਦਿੰਦਾ ਵੀ ਇਹਨੂੰ ਯਾਰ ਇਸ ਤੋਂ ਹਟਾਉਣ ਲਈ ਜਿਹੜਾ ਵੀ ਕੋਈ NGO ਜਾਂ ਕੋਈ ਵੀ ਚੀਜ਼ ਇਹਨੂੰ ਕਰਨਾ ਚਾਹੇ ਕਿਉਰੀਫਾਈ, ਤੇ ਉਹ ਕਰ ਸਕਦਾ। ਤੇ ਉਹ ਮੇਰਾ ਪ੍ਰੋਜੈਕਟ ਹੈ ਕਿ ਇਹ ਜਿਹੜੇ ਲੋਕ ਰੱਬ ਦੀਆਂ ਰੂਹਾਂ ਸੜਕਾਂ 'ਤੇ ਘੁੰਮਦੀਆਂ, ਜਾਂ ਕਹਿ ਲਓ ਇੱਕ ਬਹੁਤ ਤਰਸਯੋਗ ਜਿਹਾ ਲੱਗਦਾ ਹੈ ਕਦੇ ਤਾਂ ਉਹਨਾਂ ਨੂੰ ਕਿੱਦਾਂ ਉਹਨਾਂ ਦੇ ਪੇਰੈਂਟਸ ਨੂੰ ਉੱਥੇ ਕੰਮ ਦਿੱਤਾ ਜਾ ਸਕਦਾ, ਕਿ ਇੰਸਟੀਟਿਊਸ਼ਨ ਬਣਾਈ ਜਾ ਸਕਦੀ ਆ, ਜਿਸ ਇੰਸਟੀਟਿਊਸ਼ਨ 'ਚ 5 ਸਟਾਰ ਮਾਹੌਲ ਹੋਵੇ, ਉਹ ਬੱਚੇ ਪੜ੍ਹਨ ਤੇ ਉਹ ਬੱਚੇ ਫਿਰ ਆਪਣੇ ਐਕਸਪੀਰੀਅੰਸ ਸ਼ੇਅਰ ਕਰਨ ਵੀ ਲੋਕ ਕਿੱਦਾਂ ਦੇ ਆ ਸੜਕਾਂ 'ਤੇ, ਲੋਕਾਂ ਦੇ ਬਿਹੇਵੀਅਰ ਕੀ ਆ। ਉਹ ਫਿਰ ਵੱਡੇ ਹੋ ਕੇ ਮੈਂ ਉਹਨਾਂ ਨੂੰ 4 ਲੈਂਗੁਏਜਾਂ ਪੜ੍ਹਾਉਣਾ ਚਾਹੁੰਦਾ। ਗੁਰਮੁਖੀ ਜਿਹ 'ਚ ਗ੍ਰੰਥ ਸਾਹਿਬ ਦਾ ਹੈਗਾ ਸਾਰਾ, ਬਾਈਬਲ ਕਾਹ 'ਚ ਲਿਖਿਆ ਲੈਂਗੁਏਜ, ਉਹ ਲੈਂਗੁਏਜ ਪੜ੍ਹਾ ਕੇ ਉਹ ਗ੍ਰੰਥ ਉਹਨਾਂ ਨੂੰ ਪੜ੍ਹਾਏ ਜਾਣ, ਤੇ ਉਹ ਇੱਕ ਅਲੌਕਿਕ ਗਿਆਨੀ ਬਣਨ ਕਿ ਹਾਂ ਸਾਰੀਆਂ ਗੱਲਾਂ ਜਿਹੜੀਆਂ ਫਾਇਦੇ ਦੀਆਂ, ਸਕੂਨ ਦੀਆਂ, ਆਨੰਦ ਦੀਆਂ, ਉਹ 4-5 ਗ੍ਰੰਥਾਂ ਦੀਆਂ, ਕੁਰਾਨ ਦੀਆਂ, ਗ੍ਰੰਥ ਸਾਹਿਬ ਦੀਆਂ, ਬਾਈਬਲ ਦੀਆਂ ਇਕੱਠੀਆਂ ਕਰ ਲੈਣ, ਤੇ ਉਹ ਫਿਰ ਮੈਸੇਂਜਰ ਬਣਨ। ਇਹਨਾਂ ਦੇ ਵਿਚਾਰ ਸੁਣ ਕੇ ਮੇਰੀ ਰੂਹ ਜਿਹੜੀ ਆ ਉਹ ਸਰਸ਼ਾਰ ਹੋ ਗਈ। ਇਹਨਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਸ਼ਬਦ ਜਿਹੜੇ ਦੇਣਾ ਬੜਾ ਔਖਾ ਹੈ, ਪਰ ਅਸੀਂ ਘੈਂਟ ਪੰਜਾਬ ਪਰਿਵਾਰ ਇਹ ਅਰਦਾਸ ਕਰਦੇ ਹਾਂ, ਰੱਬ ਅੱਗੇ ਦੁਆ ਕਰਦੇ ਹਾਂ ਕਿ ਜਿਸ ਸੱਚੇ ਮਾਰਗ 'ਤੇ ਇਹ ਤੁਰ ਰਹੇ ਆ,
ਇਹਨਾਂ ਨੂੰ ਵਾਹਿਗੁਰੂ ਹੋਰ ਸਮਰੱਥਾ ਦੇਵੇ। ਅਸੀਂ ਇਹਨਾਂ ਦੀ ਤੰਦਰੁਸਤੀ ਅਤੇ ਲੰਮੀ ਉਮਰ ਲਈ ਦੁਆ ਕਰਦੇ ਹਾਂ। ਤੁਹਾਨੂੰ ਰਾਮ ਦਿਆਲ ਜੀ ਦੀਆਂ ਗੱਲਾਂ ਕਿਹੋ ਜਿਹੀਆਂ ਲੱਗੀਆਂ ਸਾਡੇ ਨਾਲ ਤੁਸੀਂ ਜ਼ਰੂਰ ਸਾਂਝੀਆਂ ਕਰਨਾ। ਪਰ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਘੱਟੋ ਘੱਟ ਸਾਡਾ ਪਰਿਵਾਰ ਇਹਨਾਂ ਦੀ ਸ਼ਖਸੀਅਤ ਅਤੇ ਇੱਕ ਮੈਂ ਸ਼ਬਦ ਜਿਹੜਾ ਨਹੀਂ ਵਰਤਣਾ ਚਾਹੁੰਦਾ ਪਰ ਵਰਤ ਰਿਹਾ ਕਿ ਡਿਸਏਬਲਡ ਹੋਣ ਦੇ ਬਾਵਜੂਦ ਵੀ ਇਹ ਆਮ ਬੰਦਿਆਂ ਨਾਲੋਂ ਨਹੀਂ ਕਈ ਸੰਸਥਾਵਾਂ ਨਾਲੋਂ ਵੱਧ ਕੰਮ ਕਰਦੇ ਆ। ਇਹ ਜਿਹੜੀ ਆ ਬਹੁਤ ਪ੍ਰਭਾਵਿਤ ਕਰਨ ਵਾਲੀ ਗੱਲ ਆ। ਅਸੀਂ ਚਾਹੁੰਦੇ ਹਾਂ ਤੁਸੀਂ ਵੀ ਜੇ ਇਹਨਾਂ ਤੋਂ ਕੁਝ ਸਿੱਖ ਸਕੋ, ਜੇ ਇਹ ਤੁਹਾਡੇ ਲਈ ਇੱਕ ਮਾਰਗਦਰਸ਼ਕ ਬਣ ਸਕਣ ਤਾਂ ਜਿਹੜਾ ਸਾਡਾ ਮਕਸਦ ਆ ਉਹ ਸਾਨੂੰ ਪੂਰਾ ਹੁੰਦਾ ਲੱਗੇਗਾ। ਤੁਹਾਨੂੰ ਇਹ ਸਾਡਾ ਸ਼ੋਅ ਕਿਹੋ ਜਿਹਾ ਲੱਗਾ ਸਾਡੇ ਨਾਲ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ। ਤੁਸੀਂ ਦੇਖਦੇ ਰਹੋ ਘੈਂਟ ਪੰਜਾਬ। ਮਿਹਰਬਾਨੀ ਦੀਨਦਿਆਲ ਜੀ, ਧੰਨਵਾਦ, ਸ਼ੁਕਰੀਆ ਤੁਸੀਂ ਥੈਂਕ ਯੂ ਬਨਵੈਤ ਸਾਹਿਬ, ਸੋ ਗ੍ਰੇਟ ਆਫ ਯੂ, ਥੈਂਕ ਯੂ। ਥੈਂਕ ਯੂ ਜੀ।